ट्रक च ले जाके गल घुट्टिया। Oh my God, ਤੁਹਾਡਾ ਗਲ ਘੁੱਟ ਦਿੱਤਾ? ਹਾਂਜੀ ਸਰ, ਮੇਰਾ ਗਲ ਘੁੱਟਿਆ। Oh my God, ਇੱਕ ਵਾਈਫ ਵੀ ਕੱਲ ਤੁਹਾਡੇ ਟਰੱਕ ਦੇ ਵਿੱਚ ਲੈ ਗਿਆ ਤੁਹਾਨੂੰ? ਹਾਂਜੀ ਸਰ, ਮੈਨੂੰ ਕਹਿੰਦਾ ਮੈਂ ਤੈਨੂੰ ਇੱਥੇ ਟਰੱਕ 'ਚ ਉਤਾਰ ਦੂੰਗਾ, ਜਿਹੜਾ ਮਰਜ਼ੀ ਬੰਦਾ ਤੈਨੂੰ ਲਈ ਫਿਰੇ। ਸਰ ਇੱਥੇ ਤੱਕ ਇਹ ਮੇਰੀ ਇੱਜ਼ਤ ਨੂੰ ਬੋਲਿਆ। Oh my God, sad part sweetie, very sad part। ਗੁਰਪ੍ਰੀਤ ਸਰ come ਮੈਂ on। ਪ੍ਰੈਗਨੈਂਟ ਸੀ, ਮੈਨੂੰ ਟਰੱਕ 'ਚ ਮੈਨੂੰ ਲੈ ਕੇ ਜਾਂਦਾ ਸੀ, ਮੈਨੂੰ ਡਾਕਟਰ ਕੋਲ ਨਹੀਂ ਸੀ ਲੈ ਕੇ ਜਾਂਦਾ। ਮੈਂ 5 ਮਹੀਨੇ ਇੱਥੇ ਰਹੀ ਹਾਂ, ਮੈਨੂੰ ਮੇਰੇ ਬਲੀਡਿੰਗ ਬੰਦ ਨਹੀਂ ਸੀ ਹੁੰਦੀ। ਤੁਸੀਂ ਕਹਿਣਾ ਚਾਹੁੰਦੇ ਤੁਹਾਡੀ ਵਿਚੋਲਣ ਮਾਸੀ ਆ, ਉਹ ਤੁਹਾਡੇ ਹਸਬੰਡ ਦੇ ਨਾਲ ਉਹਦੇ ਬੈਡ ਰਿਲੇਸ਼ਨ ਆ? ਹਾਂਜੀ ਸਰ, ਹਾਂਜੀ। ਹਾਊ ਡਿਡ ਯੂ ਨੋ? ਇਹ ਕਿਵੇਂ ਹੋ ਸਕਦਾ? ਤੁਹਾਡੀ ਤਾਂ ਮਾਂ ਆ ਉਹ। ਸਰ ਮੈਂ ਉਹਨੂੰ ਮਾਂ ਹੀ ਬਣਾਇਆ ਸੀ, ਪਰ ਉਹ ਮੇਰੀ ਮਾਂ ਨਹੀਂ ਬਣੀ। ਉਹਨਾਂ ਨੇ ਰਿਸ਼ਤਾ ਹੀ ਇਸ ਕਰਕੇ ਮੇਰੇ ਨਾਲ ਕਰਾਇਆ ਕਿ ਇਹ ਅਸੀਂ ਇੱਕੋ ਥਾਲੀ 'ਚ ਖੀਰ ਖਾਈ ਜਾਵਾਂਗੇ, ਵੀ ਗੁਰਪ੍ਰੀਤ ਨਾ ਕੁਝ ਬੋਲੂਗੀ। ਪਰ ਸਰ ਮੈਂ ਕੋਈ ਵੀ ਔਰਤ ਸਭ ਕੁਝ ਬਰਦਾਸ਼ਤ ਕਰ ਲੈਂਦੀ ਆ, ਪਰ ਆਪਣੇ ਹਸਬੈਂਡ ਨੂੰ ਕਿਸੇ ਨਾਲ ਸ਼ੇਅਰ ਨਹੀਂ ਕਰਦੀ। ਸਰ ਸਾਡੀ ਇਸ ਗੱਲ ਤੋਂ ਹੀ ਲੜਾਈ ਹੁੰਦੀ ਹੈ। ਮੇਰੇ ਕੋਲ ਨਾ ਰਹਿਣ ਨੂੰ ਥਾਂ ਆ, ਨਾ ਮੇਰੇ ਕੋਲ ਕੰਮ ਆ, ਕੁਛ ਨਹੀਂ ਹੈਗਾ ਮੇਰੇ ਕੋਲ। ਮੈਂ ਕਿੱਦਾਂ ਬੱਚੇ ਆਪਣੇ ਨੂੰ ਪਾਲੂਗੀ? ਇਹਨੇ ਮੇਰੇ ਨਾਲ ਐਡਾ ਵੱਡਾ ਫਰੋਡ ਕੀਤਾ, ਮੈਨੂੰ ਬਿਨਾਂ ਦੱਸੇ ਮੈਨੂੰ ਡਿਵੋਰਸ ਦਿੱਤਾ। ਸਰ ਜੇ ਹਿੰਮਤ ਸੀ, ਜੇ ਮਰਦ ਕਹਾਉਂਦਾ ਸੀ ਤਾਂ ਮੈਨੂੰ ਦੱਸ ਕੇ ਡਿਵੋਰਸ ਕਰਦਾ। ਮੈਂ ਸਾਰਾ ਤੁਹਾਡੇ ਕੋਲ ਕੀ ਪ੍ਰੂਫ ਹੈ ਕਿ ਜਿਹੜੀ ਤੁਹਾਡੀ ਮਾਸੀ ਆ ਉਹਦੀ ਰਿਲੇਸ਼ਨ ਤੁਹਾਡੇ ਹਸਬੰਡ ਦੇ ਨਾਲ ਇੱਕ ਗਲਤ ਨਜਾਇਜ਼ ਸੰਬੰਧ ਤੁਸੀਂ ਕਹਿਣਾ ਚਾਹੁੰਦੇ? ਸਰ ਮੈਂ ਆਪਣੀਆਂ ਅੱਖਾਂ ਨਾਲ ਸਾਰਾ ਕੁਝ ਦੇਖਿਆ। ਜਦੋਂ ਰੂਮ 'ਚ ਬੈਠ ਜਾਂਦੇ, ਅੰਦਰ ਜਾਂਦੇ ਸੀ ਤੇ ਮੈਂ ਅੰਦਰ ਆਉਂਦੀ ਸੀ ਤਾਂ ਮੈਨੂੰ ਮੇਰੇ ਹਸਬੰਡ ਕੋਲੋਂ ਮੈਨੂੰ ਗਾਲਾਂ ਪਵਾਉਂਦੀ ਸੀ, ਤੂੰ ਅੰਦਰ ਕਿਉਂ ਆਈ? ਇਹ ਅੰਦਰ ਨਹੀਂ ਆ ਸਕਦੀ ਜਿੰਨਾ ਚਿਰ ਅਸੀਂ ਅੰਦਰ ਆ ਨਾ। ਉਹ ਇੰਡੀਆ ਗਏ ਆ, 1 ਮਹੀਨਾ ਰਹੇ ਆ, ਉਹਨਾਂ ਨਾਲ ਹੀ ਉਹ ਘੁੰਮਦੇ ਫਿਰਦੇ ਰਹੇ ਆ, ਮੈਨੂੰ ਕਿਤੇ ਨਹੀਂ ਸੀ ਲਿਜਾਂਦੇ। ਇੱਕ ਰੂਮ 'ਚ ਤਾਂ ਬੈਠ ਜਾਂਦੇ ਸੀ, ਰੋਟੀ ਫੜਾਉਂਦੀ ਸੀ ਤੇ ਉਹ ਫੜਾਉਂਦੇ ਸੀਗੇ। ਜੇ ਮੈਂ ਫੜਾਉਂਦੀ ਸੀ ਤਾਂ ਮੈਨੂੰ ਕਹਿੰਦੇ ਸੀ ਤੂੰ ਰੋਟੀ ਨਹੀਂ ਫੜਾਉਣੀ, ਮੈਨੂੰ ਉਹਨੇ ਆਪੇ ਫੜਾ ਦੇਣੀ ਰੋਟੀ, ਅਸੀਂ ਇਕੱਠਿਆਂ ਨੇ ਖਾਣੀ ਆ। ਇਕੱਠੇ ਘੁੰਮਣ ਜਾਂਦੇ ਸੀ। ਰਾਤ ਦੇ 12 1 ਵਜੇ ਆ ਕੇ ਮੇਰੇ ਹਸਬੰਡ ਕਹਿ ਦਿੰਦੇ ਹੁੰਦੇ ਸੀ ਗੁਰਪ੍ਰੀਤ ਸੌਰੀ ਅਸੀਂ ਲੇਟ ਹੋ ਗਏ ਬਾਹਰ। ਸਰ ਮੇਰੇ ਨਾਲ ਏਦਾਂ ਹੀ ਕਰਦੇ ਰਹੇ, ਮੈਨੂੰ ਕਿਤੇ ਨਹੀਂ ਉਹ ਲੈ ਕੇ ਗਏ। 1 ਮਹੀਨਾ ਰਹਿ ਕੇ ਉਹ ਵਾਪਸ ਫਿਰ ਅਮਰੀਕਾ ਆ ਗਏ। ਗੁਰਪ੍ਰੀਤ ਜੀ, ਤੁਹਾਡੇ ਵੱਲੋਂ ਜਿਹੜੇ ਲਾਉਣ ਜਾ ਰਹੇ ਤੁਸੀਂ ਦੋਸ਼ ਹੋ, ਔਰ ਇਹ ਦੋਸ਼ ਤੁਹਾਡੇ ਤੇ ਇਹ ਨਾ ਹੁਣ ਹਾਵੀ ਹੋ ਜਾਣ ਅਤੇ ਤੁਸੀਂ ਉਹੀ ਗੱਲ ਕਰਨੀ ਜਿਹੜੀ ਸੱਚੀ ਹੈ, ਕਿਉਂਕਿ ਕਿਸੇ ਵੇਲੇ ਵੀ ਤੁਹਾਡੀ ਵਿਚੋਲਣ, ਤੁਹਾਡੇ ਰਸਤੇ ਤੇ ਲੱਗਦੀ ਮਾਸੀ ਤੇ ਤੁਹਾਡੇ ਘਰ ਵਾਲਾ ਵੀ ਰੇਡੀਓ ਤੇ ਆ ਸਕਦਾ ਹੈ ਤੇ ਤੁਹਾਨੂੰ ਉਹਦਾ ਸਾਹਮਣਾ ਕਰਨਾ ਪੈ ਸਕਦਾ। ਕੀਪ ਇਨ ਮਾਈਂਡ, ਜੋ ਤੁਸੀਂ ਕਹੋਗੇ ਸੱਚ ਹੀ ਕਹੋਗੇ ਅਤੇ ਸੱਚ ਤੋਂ ਸਿਵਾਏ ਕੁਝ ਹੋਰ ਨਹੀਂ ਕਹੋਗੇ। ਹਾਂਜੀ ਸਰ, ਮੈਂ ਸੱਚ ਹੀ ਕਹੂੰਗੀ। ਤੁਹਾਡੀ ਉਮਰ ਕਿੰਨੀ ਹੈ ਗੁਰਪ੍ਰੀਤ? ਸਰ ਮੇਰੀ 26 ਅਕਤੂਬਰ ਨੂੰ 34 ਸਾਲ ਦੀ ਹੋ ਜਾਣਾ ਮੈਂ। ਓਕੇ, ਐਡਵਾਂਸ ਦੇ ਵਿੱਚ ਤੁਹਾਨੂੰ ਅਗਲੇ ਮਹੀਨੇ ਜਾਣੀ ਕਿ ਤੁਹਾਡਾ ਜਨਮ ਦਿਨ ਹੈ ਜੀ। ਹੈਪੀ ਬਰਥਡੇ ਟੂ ਯੂ। ਐਨੀਵੇ, ਅੱਛਾ ਗੁਰਪ੍ਰੀਤ, ਤੁਸੀਂ ਜਨਮ ਕਿਹੜੇ ਪਿੰਡ ਵਿੱਚ ਲਿਆ? ਤੁਹਾਡਾ ਪਿੰਡ ਕਿਹੜਾ ਹੈ ਪੰਜਾਬ ਦੇ ਵਿੱਚ? ਸਰ ਮੇਰਾ ਮਾਧੋਪੁਰ ਪਿੰਡ ਆ। ਇਹ ਫਗਵਾੜੇ ਦੇ ਲਾਗੇ ਹੈ? ਹਾਂਜੀ ਸਰ, ਫਗਵਾੜੇ ਦੇ ਲਾਗੇ। ਤੁਹਾਡਾ ਪਿੰਡ ਜ਼ਿਲ੍ਹਾ ਜਿਹੜਾ ਕਪੂਰਥਲਾ ਹੈ? ਹਾਂਜੀ ਸਰ, ਕਪੂਰਥਲਾ। ਹਾਂਜੀ, ਮਾਧੋਪੁਰ, ਠੀਕ ਹੈ ਜੀ। ਹਾਂਜੀ। ਸੋ ਤੁਸੀਂ ਸਹੁਰਾ ਪਿੰਡ ਕਿਹੜਾ ਤੁਹਾਡਾ? ਸਰ ਮੇਰਾ ਸਹੁਰਾ ਪਿੰਡ ਗਹੀਰਾ ਆ। ਗਹੀਰਾ ਨਕੋਦਰ ਦੇ ਕੋਲ? ਹਾਂਜੀ ਸਰ, ਨਕੋਦਰ ਕੋਲ। ਓ ਆਈ ਸੀ। ਤੁਸੀਂ ਇਸ ਵੇਲੇ ਅਮਰੀਕਾ ਤੋਂ ਮੈਨੂੰ ਕਾਲ, ਅਮਰੀਕਾ ਦੀ ਕਿਹੜੀ ਸਿਟੀ ਵਿੱਚ ਰਹਿੰਦੇ ਹੋ? ਸਰ ਮੈਂ ਟੈਕਸਸ ਆ। ਟੈਕਸਸ ਵਿੱਚ ਰਹਿੰਦੇ। ਕਦੋਂ ਆਏ ਅਮਰੀਕਾ ਵਿੱਚ? ਸਰ ਮੈਂ ਹੁਣ ਇੱਥੇ ਟੈਕਸਸ ਦਸੰਬਰ 10 ਨੂੰ ਆਈ ਆ, 2019 ਵਿੱਚ। ਨਹੀਂ, ਪਹਿਲੀ ਵਾਰੀ ਕਦੋਂ ਆਏ? ਪਹਿਲੀ ਵਾਰ ਸਰ ਮੈਂ 2018 ਵਿੱਚ ਆਈ ਆ, ਜੂਨ ਵਿੱਚ। ਤੇ ਉਸ ਤੋਂ ਬਾਅਦ ਫਿਰ ਚਲੇ ਗਏ ਸੀਗੇ? ਹਾਂਜੀ ਸਰ, ਮੈਂ ਅਪ੍ਰੈਲ 'ਚ ਚਲੀ ਗਈ ਸੀ ਵਾਪਸ। ਅਪ੍ਰੈਲ ਕਿਹੜੀ ਨੂੰ? 2019 ਵਾਲੀ ਅਪ੍ਰੈਲ ਨੂੰ। ਇੰਨਾ ਲੰਬਾ ਸਮਾਂ ਤੁਸੀਂ ਕਿਉਂ ਰਹੇ? ਸਰ ਮੈਂ ਪ੍ਰੈਗਨੈਂਟ ਸੀਗੀ, ਮੇਰੇ ਹਸਬੰਡ ਮੈਨੂੰ ਧੋਖੇ ਨਾਲ ਇੰਡੀਆ ਲੈ ਗਏ ਤੇ ਮੈਂ ਇੱਥੋਂ 5 ਮਹੀਨੇ ਦੀ ਪ੍ਰੈਗਨੈਂਟ ਸੀ ਤੇ ਫਿਰ ਮੈਂ ਉੱਥੇ ਜਿੱਦਾਂ ਮੇਰੇ ਕੋਲ ਸਾਰਾ ਕੁਝ ਖੋ ਕੇ ਇਹ ਮੈਨੂੰ ਬਿਨਾਂ ਦੱਸੇ ਸਾਡੇ ਘਰ 2 ਮਹੀਨੇ ਪਹਿਲਾਂ ਰਹੇ ਆ। ਜੂਨ ਵਿੱਚ ਮੇਰੇ ਕੋਲ ਸਾਰਾ ਇਹਨਾਂ ਦੇ ਕੋਲ ਹੀ ਸੀ। ਜਦੋਂ ਮੈਂ ਇੰਡੀਆ ਆਈ ਆ ਸਾਰਾ ਕੁਝ ਇਹਨਾਂ ਦੇ ਕੋਲ ਹੀ ਸੀ, ਮੇਰੇ ਪਾਸਪੋਰਟ ਵਗੈਰਾ ਸਾਰਾ ਕੁਝ ਇਹਨਾਂ ਨੇ ਮੇਰੇ ਕੋਲ ਲੈ ਲਿਆ ਸੀ। ਮੈਨੂੰ ਦਿੱਤੇ ਨਹੀਂ ਸਰ ਪਾਸਪੋਰਟ, ਉੱਥੋਂ ਮੈਨੂੰ ਬਿਨਾਂ ਦੱਸੇ ਇਹ ਇੱਥੇ ਅਮਰੀਕਾ ਆ ਗਏ ਆ ਤੇ ਮੈਨੂੰ ਕਾਫੀ ਸਟਰਗਲ ਕਰਨਾ ਪਿਆ, ਮੈਨੂੰ ਨਵੇਂ ਪਾਸਪੋਰਟ ਬਣਾਉਣੇ ਪਏ ਤੇ ਮੈਨੂੰ ਫਿਰ ਸਾਰਾ ਕੁਝ ਕਰਕੇ ਮੈਂ ਫਿਰ ਦਸੰਬਰ ਵਿੱਚ ਇੱਥੇ ਅਮਰੀਕਾ ਆਈ ਆ। ਮੈਂ ਦਸੰਬਰ ਕਿੰਨੇ ਨੂੰ ਆਏ ਤੁਸੀਂ? ਸਰ ਮੈਂ 10 ਦਸੰਬਰ ਨੂੰ ਅਮਰੀਕਾ ਆਈ ਆ। ਜੋ ਲੱਕੀ ਕਿ ਤੁਸੀਂ ਕਿਤੇ ਮਹਾਮਾਰੀ ਚ ਨਹੀਂ ਸਟਕ ਹੋ ਗਏ। 10 ਦਸੰਬਰ ਨੂੰ ਦੁਬਾਰਾ ਤੁਸੀਂ ਆਏ ਹੋ ਔਰ ਤੁਸੀਂ ਡਾਕੂਮੈਂਟ ਦੁਬਾਰਾ ਬਣਾ ਕੇ ਆਏ ਹੋ ਤੇ ਤੁਹਾਡੇ ਡਾਕੂਮੈਂਟ ਜਿਹੜੇ ਸੀਗੇ ਇੰਡੀਅਨ ਪਾਸਪੋਰਟ ਤੁਹਾਡੇ ਹਸਬੰਡ ਨੇ ਰੱਖਿਆ ਹੋਇਆ, ਇਹ ਇੱਕ ਚਾਰਜਸ ਲੱਗ ਸਕਦੇ ਕਿਉਂਕਿ ਗਵਰਨਮੈਂਟ ਦੀ ਪ੍ਰਾਪਰਟੀ ਨੂੰ
ਤੁਹਾਡਾ ਹਸਬੰਡ ਤੁਹਾਡੇ ਬੱਚੇ ਵੀ ਜਿਹੜਾ ਹੈ ਉਹ ਚੋਰੀ ਨਹੀਂ ਕਰ ਸਕਦੇ, ਹੀ ਕੈਨ ਬੀ ਹਾਂਜੀ ਚਾਰਜ। ਸਰ ਜਦੋਂ ਮੈਂ ਅਮਰੀਕਾ ਆਈ ਸੀਗੀ ਜੂਨ ਵਿੱਚ 18 ਜੂਨ ਨੂੰ, ਉਦੋਂ ਹੀ ਸਰ ਉਹਨਾਂ ਨੇ 2018 ਚ ਮੇਰੇ ਕੋਲ ਤੀਜੇ ਦਿਨ ਪਾਸਪੋਰਟ ਲੈ ਲਏ ਸੀਗੇ। ਤੁਸੀਂ ਸਾਨੂੰ ਐਫੀਡੇਵਿਟ ਪ੍ਰੋਵਾਈਡ ਕਰੋਗੇ ਤਾਂ ਅਸੀਂ ਪੰਜਾਬ ਪੁਲਿਸ ਨੂੰ ਅਤੇ ਹੋਮ ਮਿਨਿਸਟਰੀ ਨੂੰ ਇਹ ਲੈਟਰ ਲਿਖਾਂਗੇ ਕਿ ਤਾਂ ਕਿ ਤੁਹਾਡੇ ਫਾਦਰ ਜਾਂ ਤੁਹਾਡੇ ਹਸਬੰਡ ਤੇ ਜੇ ਗਵਰਨਮੈਂਟ ਚਾਰਜ ਲਈ ਕਰਦੀ ਹੈ ਤਾਂ ਤੁਹਾਨੂੰ ਕੋਈ ਦੁੱਖ ਤਾਂ ਨਹੀਂ, ਕਿਉਂਕਿ ਇਹਨਾਂ ਨੇ ਕਾਨੂੰਨ ਦੀਆਂ ਧੱਜੀਆਂ ਅੜਾਈਆਂ ਨੇ, ਤੁਹਾਨੂੰ ਕੋਈ ਦੁੱਖ? ਜੀ ਮਿਹਰਬਾਨੀ। ਅੱਛਾ, ਤੁਹਾਡੇ ਹਸਬੰਡ ਦਾ ਨਾਮ ਕੀ ਹੈ, ਉਹਨਾਂ ਦੀ ਉਮਰ ਕਿੰਨੀ ਹੈ? ਸਰ ਮੇਰੇ ਹਸਬੰਡ ਦਾ ਨਾਮ ਕਿਰਨਦੀਪ ਸਿੰਘ ਔਜਲਾ, ਉਹਨਾਂ ਦੀ ਉਮਰ 48-49 ਸਾਲ ਆ। 1973 ਦਾ ਬਰਥ ਆ ਉਹਨਾਂ ਦਾ। ਓਕੇ, ਸੋ ਤੁਹਾਡੀ ਸ਼ਾਦੀ ਜਿਹੜੀ ਹੈ ਸੈਕੰਡ ਹੋਈ ਸੀ ਇਹਨਾਂ ਨਾਲ? ਹਾਂਜੀ ਸਰ, ਮੇਰੀ ਫਰਸਟ ਮੈਰਿਜ ਸੀ, ਇਹਨਾਂ ਦੀ ਸੈਕੰਡ ਮੈਰਿਜ ਸੀ ਮੇਰੇ ਨਾਲ। ਤੁਹਾਡੀ ਤੇ ਇਹ ਕਿੰਨਾ ਫਰਕ ਹੈ ਤੁਹਾਡੇ ਦੋਨਾਂ ਦਾ ਏਜ ਵਿੱਚ? ਸਰ ਸਾਡਾ 12-13 ਸਾਲ ਦਾ ਫਰਕ। ਓ ਡੀਅਰ ਕਮ ਔਨ। ਸੋ ਇੰਨੇ ਸਾਲ ਦਾ ਫਰਕ ਦੇ ਵਿੱਚ ਤੁਸੀਂ ਇੱਕ ਅਮਰੀਕਾ ਆਉਣ ਦੀ ਖਾਤਰ ਹੀ ਸ਼ਾਦੀ ਕੀਤੀ ਹੈ? ਸਰ ਮੈਂ ਅਮਰੀਕਾ ਆਉਣ ਦੀ ਖਾਤਰ ਨਹੀਂ ਸ਼ਾਦੀ ਕੀਤੀ, ਸਾਡੇ ਰਿਲੇਟਿਵ ਸੀਗੇ, ਉਹਨਾਂ ਨੇ ਕਿਹਾ ਮੁੰਡਾ ਬਹੁਤ ਵਧੀਆ ਬਹੁਤ ਚੰਗਾ ਆ, ਤੇ ਮੈਂ ਉਹਨਾਂ ਦੀ ਆਗਿਆ ਨਾਲ ਸਾਰਾ ਕੁਝ ਕਰਕੇ ਫਿਰ ਮੈਂ ਉਹਨਾਂ ਨਾਲ ਮੈਰਿਜ ਕਰਨ ਨੂੰ। ਤੁਹਾਡੀ ਜਿਹੜੀ ਵਿਚੋਲਣ ਹੈ ਉਹ ਕੌਣ ਹੈ? ਸਰ ਮੇਰੀ ਵਿਚੋਲਣ ਹੈਗੀ ਆ ਮੇਰੀ ਮਾਸੀ ਆ ਸਰ। ਇਹਨਾਂ ਨੇ ਜਦੋਂ ਮੈਨੂੰ ਉਮਰ ਦੱਸੀ ਸੀ ਵੀ 35 ਕੁ ਸਾਲ ਦੀ ਏਜ ਆ, ਉਸ ਤੋਂ ਬਾਅਦ ਮੈਰਿਜ ਹੋਣ ਤੋਂ ਬਾਅਦ ਮੈਨੂੰ ਪਤਾ ਚੱਲਿਆ ਸੀ ਕਿ ਮੇਰੇ ਹਸਬੰਡ ਦੀ ਇੰਨੀ ਉਮਰ ਆ। ਜਦੋਂ ਸ਼ਾਦੀ ਹੋਈ ਹੈ ਤੁਹਾਡੇ ਹਸਬੰਡ ਦੀ ਉਮਰ ਅਰਾਊਂਡ 46 ਸਾਲ ਦਾ ਸੀ? 35 ਸਾਲ ਸਰ। ਨਹੀਂ ਤੁਹਾਡਾ ਹਸਬੰਡ? ਹਾਂਜੀ ਮੇਰੇ ਹਸਬੰਡ ਦੀ, ਉਹਨਾਂ ਨੇ ਮੈਨੂੰ ਇਹ ਕਿਹਾ ਨਹੀਂ ਉਹ ਜੋ ਮਰਜ਼ੀ ਕਹਿਣ, ਬਸ ਉਹਦਾ ਕਿੰਨੀ ਉਮਰ ਹੈ? ਉਦਾਂ ਸਰ ਮੇਰੇ ਹਸਬੰਡ ਦੀ ਉਮਰ 48-49 ਸਾਲਾਂ ਦੇ ਆ। ਐਸੇ ਮਤਲਬ ਕਿ 2 ਸਾਲ ਪਹਿਲਾਂ ਹੋਈ 46 ਸਾਲ ਦੇ ਸੀਗੇ, ਤੇ ਤੁਹਾਡੀ 2 ਸਾਲ ਪਹਿਲਾਂ ਉਮਰ ਤੁਸੀਂ 32 ਸਾਲ ਦੇ ਸੀ? ਸਰ ਨਹੀਂ, ਮੇਰਾ 2016 ਚ ਵਿਆਹ ਹੋਇਆ, 4 ਸਾਲ ਹੋ ਗਏ ਮੇਰੇ ਵਿਆਹ ਹੋਏ ਨੂੰ। ਤੇ ਤੁਹਾਡੀ ਉਮਰ ਕਿੰਨੀ ਹੋਈ ਹੁਣ ਕਿੰਨੀ ਉਮਰ ਤੁਹਾਡੀ? ਸਰ ਹੁਣ ਮੈਂ ਤੁਹਾਨੂੰ ਦੱਸਿਆ ਅਕਤੂਬਰ ਚ ਮੈਂ 34 ਸਾਲਾਂ ਦੀ ਹੋ ਜਾਣਾ, ਜਦੋਂ ਮੇਰਾ ਵਿਆਹ ਹੋਇਆ ਉਦੋਂ ਮੈਂ 28 ਸਾਲ ਦੀ ਸੀ। ਆਈ ਸੀ। ਹਾਂਜੀ, ਦਿਸ ਰੀਜ਼ਨੇਬਲ। ਆਮ ਤੌਰ ਤੇ ਲੜਕੀਆਂ ਦੀ ਉਮਰ 22 23 24 ਸਾਲ ਸ਼ਾਦੀ ਕਰਦੇ, 28 ਸਾਲ। ਸੋ ਤੁਸੀਂ ਕੈਨੇਡਾ ਦੇ ਵਿੱਚ ਅਮਰੀਕਾ ਵਿੱਚ ਦੂਜੀ ਵਾਰ ਆਏ ਔਰ ਲੇਟ ਆਏ, ਆਉਣ ਦਾ ਕਾਰਨ ਤੁਹਾਨੂੰ ਜਦੋਂ ਤੁਸੀਂ 2018 ਵਿੱਚ ਆਏ ਤਾਂ ਥੋੜੇ ਮਹੀਨੇ ਬਾਅਦ ਪੰਜਾਬ ਲੈ ਗਏ, ਤੁਸੀਂ ਪ੍ਰੈਗਨੈਂਟ ਸੀ, ਉਦੋਂ ਬੱਚੇ ਦੀ ਮਾਂ ਬਣਨ ਵਾਲੇ ਸੀਗੇ, ਫਿਰ ਬੱਚੇ ਨੂੰ ਪੈਦਾ ਤੁਸੀਂ ਇੰਡੀਆ ਵਿੱਚ ਕੀਤਾ, ਡਿਲੀਵਰੀ ਕੀਤੀ? ਹਾਂਜੀ ਸਰ, ਇੱਕ ਪਹਿਲਾਂ ਮੇਰੇ ਵਿਆਹ ਤੋਂ ਪਹਿਲਾਂ ਇੱਕ ਬੱਚਾ ਸੀਗਾ, ਉਹਨੂੰ ਮੈਂ ਇੰਡੀਆ 'ਚ ਉਹਦੇ ਬੱਚੇ ਦਾ ਬਰਥ ਹੋਇਆ, ਫਿਰ ਮੈਂ ਪ੍ਰੈਗਨੈਂਟ ਹੋਈ, ਉਸ ਤੋਂ ਬਾਅਦ ਫਿਰ ਮੇਰੇ ਹਸਬੰਡ ਮੈਨੂੰ ਇੰਡੀਆ ਲੈ ਗਏ, ਉਹ ਵੀ ਬੱਚੇ ਦਾ ਬਰਥ ਇੰਡੀਆ ਵਿੱਚ ਹੀ ਹੋਇਆ। ਹੋਲਡ ਤੁਸੀਂ ਮੈਨੂੰ ਕਨਫਿਊਜ਼ ਕਰਤਾ, ਤੁਹਾਡੇ 2 ਬੱਚੇ ਨੇ? ਹਾਂਜੀ ਸਰ, ਮੇਰੇ 2 ਬੱਚੇ ਆ। ਤੇ ਇੱਕ ਬੱਚਾ ਤੁਹਾਡਾ ਵਿਆਹ ਤੋਂ ਪਹਿਲਾਂ ਹੋ ਗਿਆ? ਨਹੀਂ ਸਰ, ਮੇਰਾ 2016 ਵਿੱਚ ਵਿਆਹ ਹੋਇਆ ਤੇ 25 ਨਵੰਬਰ 2016 ਵਿੱਚ ਮੇਰੀ ਬੱਚੀ ਜਿਹੜੀ ਫਰਸਟ ਜਿਹਨੇ ਮੇਰੇ ਘਰ ਬਰਥ ਲਿਆ। ਐਸੀ ਮਤਲਬ ਤੁਹਾਡੇ ਅਮਰੀਕਾ ਆਉਣ ਤੋਂ ਪਹਿਲਾਂ ਹੀ ਤੁਸੀਂ ਇੱਕ ਬੱਚੇ ਨੂੰ ਜਨਮ ਦਿੱਤਾ, ਬੇਬੀ ਹੋ ਗਿਆ, ਜਿਹੜੇ ਫਾਦਰ ਜਿਹੜੇ ਨੇ ਇਹ ਕਰਨਦੀਪ ਸਿੰਘ, ਆਈ ਫੋਰਗੇਟ ਹਿਸ ਲਾਸਟ ਨੇਮ, ਕੀ ਲਾਸਟ ਨੇਮ? ਕਿਰਨਦੀਪ ਸਿੰਘ ਔਜਲਾ। ਓਕੇ, ਸਟੋਰੀ ਬੜੀ ਕਨਫਿਊਜ਼। ਤੁਹਾਡੀ ਜਿਹੜੀ ਵਿਚੋਲਣ ਆ ਉਹਦਾ ਨਾਮ ਕੀ ਹੈ? ਉਹਦਾ ਨਾਮ ਸਰ ਰਜਵੰਤ ਕੌਰ ਢਿੱਲੋਂ। ਰਜਵੰਤ ਕੌਰ, ਇਹਦਾ ਪਿੰਡ ਕਿਹੜਾ ਹੈ? ਇਹਨਾਂ ਦਾ ਪਿੰਡ ਹੈਗਾ ਸਰ ਜਲੰਧਰ ਕੋਲ, ਸਲੀਮਪੁਰ ਇਹਦੇ ਪੇਕੇ ਆ, ਤੇ ਚੰਡੀਗੜ੍ਹ ਇਹਦੇ ਸਹੁਰੇ ਆ। ਸਲੀਮਪੁਰ ਹੈ ਤੇ ਚੰਡੀਗੜ੍ਹ ਸਹੁਰੇ ਹੈ ਜਾਂ ਸੀ? ਸਰ ਨਹੀਂ, ਇਹਦੇ ਸਹੁਰੇ ਚੰਡੀਗੜ੍ਹ ਆ। ਹੁਣ ਹੈਗੇ ਸਹੁਰੇ? ਹਾਂਜੀ ਸਰ, ਹੁਣ ਹੈ ਨਹੀਂ, ਕਿ ਹੁਣ ਡਿਵੋਰਸ ਹੋ ਗਿਆ ਆ। ਤੇ ਫਿਰ ਮੈਂ ਉਹੀ ਪੁੱਛ ਰਿਹਾ ਕਿ ਹੁਣ ਡਿਵੋਰਸ ਹੋ ਚੁੱਕਾ ਹੈ। ਸੋ ਇਹ ਰਜਵੰਤ ਕੌਰ ਇਹ ਤੁਹਾਡੀ ਮਾਸੀ ਲੱਗਦੀ ਹੈ? ਹਾਂਜੀ ਸਰ, ਮੇਰੀ ਮਾਸੀ ਲੱਗਦੇ ਆ। ਸੋ ਇਹਨਾਂ ਨੇ ਸ਼ਾਦੀ ਕਰਾਈ ਆ, ਮੁੰਡਾ ਦੇਖਿਆ ਹੋਣਾ। ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਹੁਣ ਤੁਹਾਨੂੰ ਸਮੱਸਿਆ ਕੀ ਹੈ? ਸਰ ਮੇਰੀ ਸਮੱਸਿਆ ਇਹ ਆ, ਮੈਨੂੰ ਦੱਸੇ ਬਿਨਾ ਇਹਨਾਂ ਨੇ ਡਿਵੋਰਸ ਕੀਤਾ, ਮੇਰੇ ਸਾਰੇ ਪੇਪਰ ਮੇਰੇ ਤੋਂ ਖੋ ਕੇ ਇਹ ਇੱਥੇ ਲੈ ਕੇ ਆ ਗਿਆ। ਇਹਨੇ ਮੈਨੂੰ ਕੋਈ ਪੇਪਰ ਨਹੀਂ ਦਿੱਤਾ, ਮੈਨੂੰ ਇਹੀ ਕਹਿੰਦਾ ਰਿਹਾ ਕਿ ਗੁਰਪ੍ਰੀਤ, ਮੈਂ ਕੇਸ ਸਰ ਜਦੋਂ ਇੰਡੀਆ ਕੇਸ ਵੀ ਕੀਤਾ ਸੀ, ਮੈਨੂੰ ਕਹਿੰਦਾ ਗੁਰਪ੍ਰੀਤ ਤੂੰ ਕੇਸ ਵਾਪਸ ਲੈ ਲਾ, ਮੈਂ ਆਪਣੇ ਬੱਚੇ ਛੱਡਣੇ ਨਹੀਂ, ਮੈਨੂੰ ਬੱਚੇ ਬਹੁਤ ਪਿਆਰੇ ਆ, ਮੈਂ ਲੈ ਜਾਣਾ ਤੁਹਾਨੂੰ ਵਾਪਸ। ਸਰ ਏਦਾਂ ਕਹਿ ਕੇ ਇਹਨੇ ਮੈਨੂੰ 3 ਮਹੀਨੇ ਲਾਰਿਆਂ 'ਚ ਰੱਖਿਆ। ਉਸ ਤੋਂ ਬਾਅਦ ਜਦੋਂ ਮੈਂ ਕੇਸ ਵਾਪਸ ਲਿਆ, 3 ਮਹੀਨੇ ਪੂਰੀ ਤਰ੍ਹਾਂ ਇਹਨੇ ਮੈਨੂੰ ਲਾਰਿਆਂ 'ਚ ਰੱਖਿਆ। ਉਸ ਤੋਂ ਬਾਅਦ ਫਿਰ ਸਰ ਮੈਂ ਕਦਮ ਜਿੱਦਾਂ ਅੱਗੇ ਵਧਾਇਆ, ਮੈਂ ਆਪਣਾ ਪਾਸਪੋਰਟ ਬਣਾਏ ਆ, ਫਿਰ ਮੈਂ ਅੰਬੈਸੀ ਪੇਸ਼ ਹੋਈ ਆ, ਮੈਨੂੰ ਉਹਨਾਂ ਨੇ 20 ਦਿਨਾਂ ਦੀ ਐਂਟਰੀ ਦਿੱਤੀ। ਫਿਰ ਸਰ ਮੈਂ ਅਮਰੀਕਾ ਆਈ ਆ, ਇਹ ਮੈਨੂੰ ਫੋਨ ਕਰਨੋਂ ਬੰਦ ਹੋ ਗਿਆ ਸੀਗਾ। ਦਿਲ ਕਰਦਾ ਸੀ ਤੇ ਫੋਨ ਕਰਦੇ ਸੀ, ਨਹੀਂ ਜੀ ਕਰਦਾ ਸੀ ਤੇ ਨਹੀਂ ਫੋਨ ਕਰਦੇ ਸੀ। ਜੇ ਮੈਂ ਮਿਸ ਕਾਲ ਵੀ ਕਰਦੀ ਸੀ ਤੇ ਸਰ ਮੈਨੂੰ ਕਹਿੰਦੇ ਸੀਗੇ ਫੋਨ ਮੈਂ ਮਰਜ਼ੀ ਹੋ ਮੈਂ ਕਰੂੰਗਾ, ਨਹੀਂ ਤਾਂ ਮੈਂ ਨਹੀਂ ਕਰੂੰਗਾ। ਤੇ ਤੁਹਾਡੀ ਜਿਹੜੀ ਮਾਸੀ ਜਿਹੜੀ ਸੀ ਜਿਸ ਨੇ ਰਿਸ਼ਤਾ ਕਰਾਇਆ, ਤੇ ਤੁਹਾਡਾ ਤਾਂ ਇੱਕ ਐਸਾ ਰਿਸ਼ਤਾ ਆਇਆ, ਮਾਸੀ ਜਿਹੜੀ ਇੱਕ ਮਾਂ ਹੁੰਦੀ ਦੂਜੀ ਮਾਂ, ਤੇ ਤੁਸੀਂ ਫਿਰ ਉਹਨਾਂ ਨੂੰ ਦੱਸਿਆ ਨਹੀਂ ਕਿ ਕੀ ਹੋ ਰਿਹਾ ਹੈ? ਤੁਹਾਡੀ ਮਾਸੀ ਨੇ ਨਹੀਂ?
ਸਰ ਮੇਰੇ ਵਿਆਹ ਤੋਂ ਪਹਿਲਾਂ ਹੀ ਮੇਰੇ ਨਾਲ ਉਹਨਾਂ ਦੀ ਫਿਨਿਸ਼ ਹੋ ਗਈ ਸੀ। ਉਹ ਮੇਰੇ ਨਾਲ ਗੱਲ ਹੀ ਨਹੀਂ ਸੀਗੇ ਕਰਦੇ। ਜੇ ਅਸੀਂ ਗੱਲ ਕਰਦੇ ਸੀ ਸਾਡਾ ਫੋਨ ਨਹੀਂ ਸੀ ਉਹ ਅਟੈਂਡ ਕਰਦੇ। ਫਿਰ ਮੇਰੇ ਹਸਬੈਂਡ ਨਾਲ ਉਹ ਇੰਡੀਆ ਗਏ ਆ, 1 ਮਹੀਨਾ ਰਹੇ ਆ, ਉਹਨਾਂ ਨਾਲ ਹੀ ਉਹ ਘੁੰਮਦੇ ਫਿਰਦੇ ਰਹੇ ਆ। ਮੈਨੂੰ ਕਿਤੇ ਨਹੀਂ ਸੀ ਲਿਜਾਂਦੇ, ਇੱਕ ਰੂਮ 'ਚ ਤਾਂ ਬੈਠ ਜਾਂਦੇ ਸੀ। ਰੋਟੀ ਫੜਾਉਂਦੀ ਸੀ ਤਾਂ ਉਹ ਫੜਾਉਂਦੇ ਸੀਗੇ। ਜੇ ਮੈਂ ਫੜਾਉਂਦੀ ਸੀ ਤਾਂ ਮੈਨੂੰ ਕਹਿੰਦੇ ਸੀ ਤੂੰ ਰੋਟੀ ਨਹੀਂ ਫੜਾਉਣੀ, ਮੈਨੂੰ ਉਹਨੇ ਆਪੇ ਫੜਾ ਦੇਣੀ ਰੋਟੀ, ਅਸੀਂ ਇਕੱਠਿਆਂ ਨੇ ਖਾਣੀ ਆ। ਇਕੱਠੇ ਘੁੰਮਣ ਜਾਂਦੇ ਸੀ। ਰਾਤ ਦੇ 12-12 1-1 ਵਜੇ ਆ ਕੇ ਮੇਰੇ ਹਸਬੈਂਡ ਕਹਿ ਦਿੰਦੇ ਹੁੰਦੇ ਸੀ ਗੁਰਪ੍ਰੀਤ ਸੌਰੀ ਅਸੀਂ ਲੇਟ ਹੋ ਗਏ ਬਾਹਰ। ਸਰ ਮੇਰੇ ਨਾਲ ਏਦਾਂ ਹੀ ਕਰਦੇ ਰਹੇ, ਮੈਨੂੰ ਕਿਤੇ ਨਹੀਂ ਉਹ ਲੈ ਕੇ ਗਏ। 1 ਮਹੀਨਾ ਰਹਿ ਕੇ ਉਹ ਵਾਪਸ ਫਿਰ ਅਮਰੀਕਾ ਆ ਗਏ। ਤੁਸੀਂ ਗੱਲ ਗੋਲਮੋਲ ਕਿਉਂ ਕਰ ਰਹੇ? ਤੁਸੀਂ ਗੱਲ ਸਾਫ਼ ਕਿਉਂ ਨਹੀਂ ਕਰਨੀ ਚਾਹੁੰਦੇ? ਜਿਹੜਾ ਤੁਹਾਡੀ ਮਾਸੀ ਦਾ ਰਿਸ਼ਤਾ ਜਿਹੜਾ ਆ ਉਹ ਕੀ ਤੁਹਾਡੇ ਹਸਬੈਂਡ ਦੇ ਨਾਲ ਕੋਈ ਐਸਾ ਤਾਂ ਨਹੀਂ ਹੈ ਜਿਹੜਾ ਕਿ ਮੈਂ ਪੁੱਛਣਾ ਚਾਹਣ ਤੋਂ ਬਗੈਰ ਹੀ ਤੁਸੀਂ ਦੱਸੋ? ਸਰ ਹਾਂਜੀ ਦੱਸੋ ਮੈਨੂੰ। ਸਰ ਉਹਨਾਂ ਦੇ ਰਿਲੇਸ਼ਨ ਆ ਮੇਰੇ ਹਸਬੈਂਡ ਦੇ ਨਾਲ। ਓ ਮਾਈ ਗॉड। ਸਰ ਜਦੋਂ ਮੇਰੀ ਮੈਰਿਜ ਤੇ ਉਹ ਆਏ ਸੀ ਤਾਂ ਮੇਰੀ ਮੈਰਿਜ ਤੋਂ ਪਹਿਲਾਂ ਮੇਰੀ ਮਦਰ ਇਨ ਲਾਅ ਦੀ ਭਤੀਜੀ ਦੀ ਕੁੜੀ ਦਾ ਵਿਆਹ ਸੀ। ਉੱਥੇ ਵੀ ਅਲੱਗ ਕੋਠੀ 'ਚ ਰਹਿੰਦੇ ਰਹੇ। ਮੇਰੀ ਮਦਰ ਇਨ ਲਾਅ ਨੇ ਮੈਨੂੰ ਸਾਰਾ ਕੁਝ ਦੱਸਿਆ। ਉਸ ਤੋਂ ਬਾਅਦ ਸਰ ਮੇਰਾ 14 ਫਰਵਰੀ ਦਾ ਵਿਆਹ ਸੀਗਾ। ਮੇਰੇ ਵਿਆਹ ਤੋਂ ਬਾਅਦ ਵੀ ਇਹ ਬਸ ਇੱਕ ਦੂਜੇ ਨੂੰ ਫੋਨ ਕਰਦੇ ਰਹੇ ਆ। ਉਹਨਾਂ ਨਾਲ ਹੀ ਤੁਸੀਂ ਕਹਿਣਾ ਚਾਹੁੰਦੇ ਤੁਹਾਡੀ ਵਿਚੋਲਣ ਮਾਸੀ ਆ ਉਹ ਤੁਹਾਡੇ ਹਸਬੈਂਡ ਦੇ ਨਾਲ ਉਹਦੇ ਬੈਡ ਰਿਲੇਸ਼ਨ ਆ? ਹਾਂਜੀ ਸਰ ਹਾਂਜੀ। ਹਾਊ ਡਿਡ ਯੂ ਨੋ? ਇਹ ਕਿਵੇਂ ਹੋ ਸਕਦਾ? ਤੁਹਾਡੀ ਤਾਂ ਮਾਂ ਆ ਉਹ। ਸਰ ਮੈਂ ਉਹਨੂੰ ਮਾਂ ਹੀ ਬਣਾਇਆ ਸੀ ਪਰ ਉਹ ਮੇਰੀ ਮਾਂ ਨਹੀਂ ਬਣੀ। ਉਹਨਾਂ ਨੇ ਰਿਸ਼ਤਾ ਹੀ ਇਸ ਕਰਕੇ ਮੇਰੇ ਨਾਲ ਕਰਾਇਆ ਕਿ ਇਹ ਅਸੀਂ ਇੱਕੋ ਥਾਲੀ 'ਚ ਖੀਰ ਖਾਈ ਜਾਵਾਂਗੇ ਵੀ ਗੁਰਪ੍ਰੀਤ ਨਾ ਕੁਝ ਬੋਲੂਗੀ। ਪਰ ਸਰ ਮੈਂ ਕੋਈ ਵੀ ਔਰਤ ਸਭ ਕੁਝ ਬਰਦਾਸ਼ਤ ਕਰ ਲੈਂਦੀ ਆ ਪਰ ਆਪਣੇ ਹਸਬੈਂਡ ਨੂੰ ਕਿਸੇ ਨਾਲ ਸ਼ੇਅਰ ਨਹੀਂ ਕਰਦੀ। ਸਰ ਸਾਡੀ ਇਸ ਗੱਲ ਤੋਂ ਹੀ ਲੜਾਈ ਹੁੰਦੀ ਸੀ। ਨਹੀਂ ਲੜਾਈ ਤਾਂ ਤੁਹਾਡੀ ਜਾਇਜ਼ ਹੈ ਪਰ ਤੁਸੀਂ ਇਹ ਸੱਚ ਬੋਲ ਰਹੇ ਹੋ ਕਿ ਤੁਹਾਡੀ ਮਾਸੀ ਇੱਕ ਕਿ ਤੁਹਾਡੇ ਹਸਬੈਂਡ ਦੇ ਨਾਲ ਉਹਦੇ ਬੈਡ ਰਿਲੇਸ਼ਨ ਹੈ? ਹਾਂਜੀ ਸਰ ਮੈਂ ਸੱਚ ਬੋਲਦੀ ਆ। ਰਾਜਵੰਤ ਕੌਰ ਜਿਹੜੀ ਢਿੱਲੋਂ ਹੈ ਤੁਹਾਡੀ ਮਾਸੀ ਹੈ ਉਹ ਕਿੰਨੀ ਉਮਰ ਦੀ ਆ? ਸਰ ਉਹ 53-54 ਸਾਲ ਇੰਨੀ ਕੇ ਮੇ ਵੀ ਇੰਨੀ ਕੇ ਏਜ ਆ ਉਹਨਾਂ ਦੀ। ਆਈ ਸੀ। ਸੋ ਤੁਸੀਂ ਦੋਸ਼ ਲਾ ਰਹੇ ਹੋ ਉਹਨਾਂ ਤੇ ਔਰ ਅਸੀਂ ਉਹਨਾਂ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਔਰ ਤੁਸੀਂ ਲਾਈਨ ਤੇ ਜੁੜੇ ਰਹੋ ਔਰ ਮੈਂ ਆਪਣੇ ਹਾਂਜੀ ਬੇਨਤੀ ਕਰੂੰਗਾ ਕੈਨ ਯੂ ਕਾਲ them ਪਲੀਜ਼? ਹਾਂਜੀ ਸੋ ਜੇ ਉਹ ਲਾਈਨ ਤੇ ਆ ਕੇ ਤੁਸੀਂ ਗੱਲਬਾਤ ਕਰੋਗੇ ਔਰ ਤੁਸੀਂ ਜੋ ਕਹਿ ਮੈਂ ਗੱਲ ਕਰੂੰਗੀ ਮੈਂ ਸਾਰਾ ਤੁਹਾਡੇ ਕੋਲ ਕੀ ਪ੍ਰੂਫ ਹੈ ਕਿ ਜਿਹੜੀ ਤੁਹਾਡੀ ਮਾਸੀ ਆ ਉਹਦੀ ਰਿਲੇਸ਼ਨ ਤੁਹਾਡੇ ਹਸਬੈਂਡ ਦੇ ਨਾਲ ਇੱਕ ਗਲਤ ਨਜਾਇਜ਼ ਸੰਬੰਧ ਨੇ? ਤੁਸੀਂ ਕਹਿਣਾ ਚਾਹੁੰਦੇ? ਸਰ ਮੈਂ ਆਪਣੀਆਂ ਅੱਖਾਂ ਨਾਲ ਸਾਰਾ ਕੁਝ ਦੇਖਿਆ। ਜਦੋਂ ਰੂਮ 'ਚ ਬੈਠ ਜਾਂਦੇ ਅੰਦਰ ਜਾਂਦੇ ਸੀ ਤੇ ਮੈਂ ਅੰਦਰ ਆਉਂਦੀ ਸੀ ਤਾਂ ਮੈਨੂੰ ਮੇਰੇ ਹਸਬੈਂਡ ਕੋਲੋਂ ਮੈਨੂੰ ਗਾਲਾਂ ਪਵਾਉਂਦੀ ਸੀ ਤੂੰ ਅੰਦਰ ਕਿਉਂ ਆਈ, ਇਹ ਅੰਦਰ ਨਹੀਂ ਆ ਸਕਦੀ ਜਿੰਨਾ ਚਿਰ ਅਸੀਂ ਅੰਦਰ ਆ। ਜਿੱਥੇ ਕਿਤੇ ਸਰ ਉਹ ਉਹਨੂੰ ਲੈ ਕੇ ਜਾਂਦਾ ਰਿਹਾ। ਨਹੀਂ ਲਿਜਾਣਾ ਕਿ ਕਈ ਵਾਰ ਕੀ ਹੁੰਦਾ ਮੈਂ ਦੱਸਦਾ ਕਈ ਵਾਰ ਕਿਉਂਕਿ ਮੈਨੂੰ ਸਰ ਇੱਥੇ ਤੱਕ ਵੀ ਇਹਨਾਂ ਨੇ ਕਿਹਾ ਜਦੋਂ ਇੱਕ ਵਾਰੀ ਸਰ ਮੈਨੂੰ ਲੈ ਕੇ ਗਏ ਆ ਮੈਰਿਜ ਤੇ ਉਦੋਂ ਇਹਨਾਂ ਨੇ ਇਹ ਕਿਹਾ ਗੁਰਪ੍ਰੀਤ ਮੇਰੇ ਹਸਬੈਂਡ ਨੇ ਕਿਹਾ ਗੁਰਪ੍ਰੀਤ ਤੂੰ ਕਾਰ 'ਚ ਪਿੱਛੇ ਬੈਠ ਰਜਵੰਤ ਨੂੰ ਅੱਗੇ ਬਿਠਾ। ਸਰ ਕਦੀ ਉਹਨੂੰ ਰਾਜ ਕਹਿੰਦਾ ਸੀ ਕਦੀ ਉਹਨੂੰ ਰਜਵੰਤ ਕਹਿੰਦਾ ਸੀਗਾ। ਸਰ ਇੱਥੇ ਤੱਕ ਕਿ ਉਹ ਜਦੋਂ ਇੰਡੀਆ ਗਏ ਸੀਗੇ 2018 ਵਿੱਚ 1 ਮਹੀਨਾ ਰਹਿ ਕੇ ਆਏ ਆ। 20 ਦਿਨ ਪਹਿਲਾਂ ਉਹ ਦੋਨੇ ਜਣੇ ਹਸਬੈਂਡ ਮੇਰੇ ਹਸਬੈਂਡ ਤੇ ਮੇਰੇ ਮਾਸੀ ਜੀ ਇਕੱਠੇ ਘੁੰਮਦੇ ਰਹੇ। 10 ਦਿਨ ਜਿਹੜੇ ਬਾਅਦ ਵਿੱਚ ਰਹੇ ਆ ਉਦੋਂ ਇਹਦੇ ਪਰਿਵਾਰ ਵੀ ਸਾਡੇ ਘਰ ਰਿਹਾ ਆ। ਇਹਦਾ ਬੇਟਾ ਇਹਦੀ ਬੇਟੀ ਤੇ ਉਹ ਇਹਨਾਂ ਦੇ ਜਿਹੜੇ ਹਸਬੈਂਡ ਵੀ ਆ ਗਏ ਸੀਗੇ ਤੇ 20 ਦਿਨ ਸਰ ਇਹਨਾਂ ਨੇ ਸਾਡੇ ਕੰਮ ਕਰਨ ਨਾਲ ਹੀ ਆਉਂਦੀ ਆ ਉਹਨੂੰ ਰੱਖਿਆ ਸੀ ਇਹਦੀ ਮਸਾਜ ਕਰਨ ਨੂੰ। ਕਿਹੜੀ ਮਸਾਜ ਕਰਨ? ਸਰ ਮਸਾਜ ਕਰਾਉਂਦੀ ਸੀ ਉਹ। ਮਸਾਜ ਕਿਹੜੀ ਕਰਾਉਣੀ ਸੀਗੀ ਆਪਣੇ ਲਈ ਤੁਹਾਡੇ ਹਸਬੈਂਡ? ਮੇਰੇ ਹਸਬੈਂਡ ਨੇ ਮੇਰੀ ਮਾਸੀ ਜੀ ਦੀ ਮਸਾਜ ਕਰਨ ਨੂੰ ਇੱਕ ਲੇਡੀ ਰੱਖੀ ਹੋਈ ਸੀ ਵੀ ਤੂੰ ਇਹਦੀ ਮਸਾਜ ਕਰਨੀ। ਉਹਦੀ ਇੰਨੀ ਟੇਕ ਕੇਅਰ ਕਰਦਾ ਹੁੰਦਾ ਸੀ। ਚਲੋ ਉਹ ਤਾਂ ਕਈ ਵਾਰ ਰਿਸਪੈਕਟਰ ਵੀ ਕਰਦੀ ਆ ਆਪਣੀ ਮਾਮਾ ਸਮਝ ਕੇ ਵੀ ਕਰ ਸਕਦਾ ਕੋਈ। ਸਰ ਮਾਮਾ ਵਾਲਾ ਉਹਨਾਂ 'ਚ ਕੋਈ ਰਿਲੇਸ਼ਨ ਹੀ ਹੈ ਨਹੀਂਗਾ। ਨਹੀਂ ਪਰ ਤੁਸੀਂ ਅੱਖੀਂ ਵੇਖਿਆ ਕੁਛ? ਟੈਲ ਮੀ ਟਰੂ। ਸਰ ਅੱਖੀ ਸਰ ਮੇਰੇ ਸਾਹਮਣੇ ਉਹ ਜਾਂਦੇ ਸੀ ਮੇਰੇ ਸਾਹਮਣੇ ਆਉਂਦੇ ਸੀਗੇ। ਕਦੀ ਕਹਿੰਦੇ ਅਸੀਂ ਉੱਥੇ ਜਾਣਾ ਇੱਥੇ ਜਾਣਾ 12-12 1-1 ਵਜੇ ਰਾਤ ਨੂੰ ਜਦੋਂ ਘਰ ਆਉਂਦੇ ਸੀ ਤੇ ਫਿਰ ਸਰ ਬਗਾਨੀ ਔਰਤ ਦੇ ਨਾਲ ਜਾਣਾ ਤਾਂ ਉਹ ਕੋਈ ਸਹੀ ਤਾਂ ਨਹੀਂ ਸੀਗਾ। ਨਹੀਂ ਪਰ ਤੁਹਾਨੂੰ ਇਹ ਤੁਹਾਡਾ ਰਿਸ਼ਤਾ ਕਰਾਇਆ ਹੈ ਤੁਹਾਡੇ ਰਿਸ਼ਤੇ ਵਿੱਚੋਂ ਮਾਸੀ ਲੱਗਦੀ ਹੈ ਔਰ ਹੁਣ ਤੁਸੀਂ ਮਾਸੀ ਦੇ ਦੋਸ਼ ਲਾ ਰਹੇ ਹੋ ਕਿ ਮਾਸੀ ਨੇ ਤੁਹਾਡੇ ਘਰ ਵਾਲਾ ਪੱਟ ਲਿਆ। ਹਾਂਜੀ ਇਹ ਗੱਲ ਹੋਈ? ਸਰ ਮੈਂ ਕੋਈ ਝੂਠਾ ਦੋਸ਼ ਨਹੀਂ ਲਾ ਰਹੀ। ਮੈਂ 2 ਸਾਲ ਪੂਰਾ ਸਬਰ ਕੀਤਾ ਆ। ਜੋ ਉਹ ਕਹਿੰਦੀ ਸੀ ਉਹੋ ਹੀ ਮੇਰੇ ਹਸਬੈਂਡ ਕਰਦੇ ਸੀ। ਜਦੋਂ ਮੈਂ ਪ੍ਰੈਗਨੈਂਟ ਵੀ ਸੀ ਇੰਡੀਆ ਜਦੋਂ ਮੇਰੀ ਮੈਰਿਜ ਹੋਈ ਆ ਮੈਰਿਜ ਤੋਂ ਬਾਅਦ ਮੈਂ ਛੇਤੀ ਪ੍ਰੈਗਨੈਂਟ ਹੋ ਗਈ। ਮੈਂ ਪ੍ਰੈਗਨੈਂਟ ਵੀ ਸੀ। ਮੇਰੇ ਹਸਬੈਂਡ ਕਹਿੰਦੇ ਰਹੇ ਮੈਂ ਆਉਣਾ ਆ ਮੈਂ ਆਉਂਗਾ। ਅਸੀਂ ਇਹਨਾਂ ਦੇ ਹਸਬੈਂਡ ਨੇ ਲਾਈਨ ਇਹਨਾਂ ਦੇ ਹਸਬੈਂਡ ਨੂੰ ਮਿਲਾ ਕੇ ਦੇਖੋ ਜੀ। ਜੀ ਬਿਲਕੁਲ ਜੀ ਮੈਂ ਇਹਨਾਂ ਨੂੰ ਨੰਬਰ ਵੀ ਮਿਲਾਇਆ ਪਰ ਸਟੋਰੀ ਦੇ ਸਟਾਰਟਿੰਗ ਦੇ ਵਿੱਚ ਹੀ ਕੁਝ ਬਹੁਤ ਜ਼ਿਆਦਾ ਸਸਪੀਸ਼ੀਅਸ ਹੀ ਸਾਹਮਣੇ ਆ ਰਿਹਾ ਕਿਉਂਕਿ ਮੈਂ ਇਹਨਾਂ ਦੇ ਹਸਬੈਂਡ ਨੂੰ ਨੰਬਰ ਹੁਣੇ ਹੀ ਡਾਇਲ ਕੀਤਾ ਸੀ। ਉਹਨਾਂ ਨੇ ਮੇਰੀ ਗੱਲਬਾਤ ਵਧੀਆ ਸੁਣੀ ਬਟ ਜਦੋਂ ਹੀ ਮੈਂ ਕਿਹਾ ਕਿ ਜੋਗਿੰਦਰ ਬਾਸੀ ਸਾਹਿਬ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਆ ਤਾਂ ਬੜੇ ਰੂਡਲੀ ਮੈਨੂੰ ਕਹਿੰਦੇ ਕਿ ਕਿਹੜੀ ਖੁਸ਼ੀ 'ਚ ਮੇਰੇ ਨਾਲ ਗੱਲ ਕਰਨੀ ਆ ਤੇ ਆਫਟਰ ਦੈਟ ਉਹ ਫੋਨ ਡਿਸਕਨੈਕਟ ਕਰ ਗਏ ਨੇ ਜੀ। ਓਕੇ ਕਰਨਦੀਪ ਯੂ ਡਿਸਕਨੈਕਟ ਮਾਈ ਲਾਈਨ ਔਰ ਤੁਸੀਂ ਸਾਡੀ ਇਨਸਲਟ ਕੀਤੀ ਹੈ ਔਰ ਸਾਡੇ ਮੀਡੀਆ ਕੋਲ ਪੂਰੇ ਹੱਕ ਨਾਲ ਅਸੀਂ ਪ੍ਰੋਸੀਡ ਕਰ ਸਕਦੇ ਹਾਂ। ਸੋ ਤੁਸੀਂ ਸਾਡੇ ਲੀਗਲ ਪੈਨਲ ਨੂੰ ਕਾਲ ਕਰ ਸਕਦੇ ਹੋ
ਔਰ ਕਰਨਦੀਪ ਸਿੰਘ ਔਜਲਾ ਤੁਹਾਡੀ ਵਾਈਫ ਜਿਹੜੀ ਤੁਹਾਡੇ ਤੇ ਦੋਸ਼ ਲਾ ਰਹੀ ਹੈ, ਅਸੀਂ ਨਹੀਂ ਲਾ ਰਹੇ, ਔਰ ਇਹ ਵਨ ਸਾਈਡਡ ਸਟੋਰੀ ਹੈ। ਔਰ ਤੁਹਾਡੀ ਇਹ ਵਾਈਫ ਕਹਿ ਰਹੀ ਹੈ ਤੁਹਾਡਾ ਡਿਵੋਰਸ ਚੱਲਦਾ ਜਾਂ ਤੁਹਾਡਾ ਡਿਵੋਰਸ ਹੋ ਚੁੱਕਾ ਆਪਣੇ ਕੀ ਨਾਮ ਤੁਹਾਡਾ ਗੁਰਪ੍ਰੀਤ? ਸਰ ਮੈਂ ਹੁਣ ਐਸੀ ਵੀਕ ਮੈਨੂੰ ਪੇਪਰ ਮਿਲਿਆ, ਮੇਰਾ ਇਹਨੇ ਡਿਵੋਰਸ ਕਰ ਦਿੱਤਾ ਆ, ਇਹਨੇ ਡਿਵੋਰਸ ਕੀਤਾ। ਮੈਨੂੰ ਪਤਾ ਹੀ ਨਹੀਂ ਸਰ ਕੁਝ ਵੀ। ਇਹਨੇ ਮੇਰੇ ਤੋਂ ਇੱਥੇ ਅਮਰੀਕਾ 'ਚ ਜਦੋਂ ਮੈਂ ਪ੍ਰੈਗਨੈਂਟ ਸੀਗੀ, ਮੇਰੇ ਤੋਂ 3 ਵਾਰੀ ਸਾਈਨ ਕਰਵਾਇਆ। ਇਹਨੇ ਮੈਨੂੰ ਤੋਂ ਹਸਪੀਟਲ 1 ਵਾਰੀ ਲੈ ਕੇ ਗਿਆ, ਕਾਰ 'ਚ ਬੈਠੀ ਕੋਲੋਂ ਸਾਈਨ ਕਰਵਾਇਆ। ਇਹਨੇ ਮੈਨੂੰ ਕੁਝ ਨਹੀਂ ਦੱਸਿਆ ਵੀ ਇਹ ਡਿਵੋਰਸ ਦੇ ਸਾਈਨ ਆ ਜਾਂ ਕਿੱਦਾਂ। ਸਰ ਮੈਨੂੰ ਕੁਝ ਨਹੀਂ ਪਤਾ, ਨਾ ਕੋਈ ਵਿੱਚ ਬੱਚੇ ਇਨਵੋਲਵ ਕੀਤੇ ਆ। ਜਦੋਂ ਇਹਨੇ ਸਿਟੀਜ਼ਨਸ਼ਿਪ ਲਈ ਉਦੋਂ ਵੀ ਕੋਈ ਬੱਚਾ ਇਹਨੇ ਇਨਵੋਲਵ ਨਹੀਂ ਕੀਤਾ। ਮੇਰੇ ਫਰਸਟ ਬੇਬੀ ਸੀਗੀ ਉਸ ਟਾਈਮ ਜਦੋਂ ਇਹ ਸਿਟੀਜ਼ਨ ਹੋਇਆ। ਤੁਹਾਨੂੰ ਕੋਈ ਸਰੀਰਕ ਤਾਂ ਨਹੀਂ ਕੋਈ ਕਸ਼ਟ ਦਿੱਤਾ ਤੁਹਾਨੂੰ, ਕੋਈ ਫਿਜ਼ੀਕਲੀ? ਹਾਂਜੀ ਸਰ, ਮੈਨੂੰ ਇੰਡੀਆ ਜਦੋਂ ਇਹ ਆਏ ਆ 2018 ਚ, ਉਦੋਂ ਵੀ ਇਹਨੇ ਮੇਰੇ ਮਾਸੀ ਦੇ ਸਾਹਮਣੇ, ਮਾਸੀ ਨੇ ਕੋਲ ਖੜੀ ਹੋ ਕੇ ਕਿਹਾ ਇਹ ਤਾਂ ਆਪਣੀ ਪਹਿਲੀ ਵਾਈਫ ਨੂੰ ਵੀ ਬਹੁਤ ਕੁੱਟਦਾ ਹੁੰਦਾ ਸੀ, ਗੁਰਪ੍ਰੀਤ ਇਹਨੇ ਤੈਨੂੰ ਕੁੱਟਣਾ ਆ, ਇਹਨੂੰ ਏਦਾਂ ਕਰ, ਇਹਨੂੰ ਏਦਾਂ ਕਰ। ਸਰ ਉਹਨੇ ਮੇਰੇ ਇੱਕ ਮੁੱਕਾ ਮਾਰਿਆ। ਉਸ ਤੋਂ ਬਾਅਦ ਸਰ ਮੈਨੂੰ ਫਿਰ ਮੈਂ ਜਦੋਂ ਰੋਣ ਲੱਗ ਪਈ, ਉੱਥੇ ਮੇਰੇ ਜੇਠ ਸਾਹਿਬ ਸਾਰੇ ਜਣੇ ਆ ਗਏ, ਇਹਦਾ ਪੁੱਛਣ ਲੱਗ ਪਏ ਵੀ ਤੁਸੀਂ ਏਦਾਂ ਨਾ ਕਰੋ। ਤੇ ਸਰ ਜਦੋਂ ਮੈਂ ਅਮਰੀਕਾ ਆਈ ਆ, ਅਮਰੀਕਾ ਵੀ ਸਾਰੇ ਜੀ ਗਲ ਕੁੱਟਿਆ, ਮੈਂ ਨਾ ਟਰੱਕ 'ਚ ਲਿਜਾ ਕੇ ਗਲ ਕੁੱਟਿਆ। ਓ ਮਾਈ ਗॉड, ਤੁਹਾਡਾ ਗਲ ਕੁੱਟ ਦਿੱਤਾ? ਹਾਂਜੀ ਸਰ, ਮੇਰਾ ਗਲ ਕੁੱਟਿਆ। ਓ ਮਾਈ ਗॉड, ਇੱਕ ਵਾਈਫ ਉਹ ਵੀ ਗਲ ਤੁਹਾਡੇ ਟਰੱਕ ਦੇ ਵਿੱਚ ਲੈ ਗਿਆ ਤੁਹਾਨੂੰ? ਹਾਂਜੀ ਸਰ, ਮੈਨੂੰ ਕਹਿੰਦਾ ਮੈਂ ਤੈਨੂੰ ਇੱਥੇ ਟਰੱਕ 'ਚ ਉਤਾਰ ਦੂੰਗਾ, ਜਿਹੜਾ ਮਰਜ਼ੀ ਬੰਦਾ ਤੈਨੂੰ ਲਈ ਫਿਰੇ। ਸਰ ਇੱਥੇ ਤੱਕ ਇਹ ਮੇਰੀ ਇੱਜ਼ਤ ਨੂੰ ਬੋਲਿਆ। ਓ ਮਾਈ ਗॉड, ਸੈਡ ਪਾਰਟ ਸਵੀਟੀ, ਵੈਰੀ ਸੈਡ ਪਾਰਟ। ਗੁਰਪ੍ਰੀਤ ਕਮ ਔਨ, ਮੈਂ ਪ੍ਰੈਗਨੈਂਟ ਸੀ, ਮੈਨੂੰ ਟਰੱਕ 'ਚ ਮੈਨੂੰ ਲੈ ਕੇ ਜਾਂਦਾ ਸੀ, ਮੈਨੂੰ ਡਾਕਟਰ ਕੋਲ ਨਹੀਂ ਸੀ ਲੈ ਕੇ ਜਾਂਦਾ। ਮੈਂ 5 ਮਹੀਨੇ ਇੱਥੇ ਰਹੀ ਹਾਂ, ਮੇਰੇ ਬਲੀਡਿੰਗ ਬੰਦ ਨਹੀਂ ਸੀ ਹੁੰਦੀ। ਓ ਮਾਈ ਗॉड, ਵੈਰੀ ਸੈਡ ਪਾਰਟ ਹੈ। ਹਾਂਜੀ ਸਰ, ਹਮੇਸ਼ਾ ਕਹਿੰਦਾ ਸੀ ਮੁੰਡਾ ਮੈਨੂੰ ਚਾਹੀਦਾ। ਜਦੋਂ ਪਹਿਲਾਂ ਕੁੜੀ ਹੋਈ ਉਦੋਂ ਵੀ ਸਰ ਇਹਨਾਂ ਨੇ ਇਹੀ ਕਿਹਾ, ਮੇਰੀ ਵਿਚੋਲਣ ਨੇ ਫੋਨ ਕਰਕੇ ਕਹਿੰਦੀ ਜਦੋਂ ਮੁੰਡਾ ਹੋਊਗਾ ਉਦੋਂ ਜੀ ਲੋਹੜੀ ਪਾਉਣ ਆਵਾਂਗੇ। ਸਰ ਜਦੋਂ ਨਵੰਬਰ 'ਚ ਮੇਰੀ ਬੇਟੀ ਨੇ ਜਨਮ ਲਿਆ ਤੇ ਸਰ ਮੈਨੂੰ ਕਹਿੰਦੇ ਇਹਦੇ ਕੋਲ ਤਾਂ ਕੁੜੀ ਸੀਗੀ, ਇਹਨੇ ਕੁੜੀ ਕੀ ਕਰਨੀ ਆ, ਇਹਨੇ ਨਹੀਂ ਹੁਣ ਆਉਣਾ। ਸਰ ਉਹਨੂੰ ਨਾਲ ਲੈ ਕੇ ਆਈ, 2 ਸਾਲ ਬਾਅਦ ਇਹ ਨਾਲ ਲੈ ਕੇ ਆਈ। ਇਹ ਵਨ ਸਾਈਡਡ ਸਟੋਰੀ ਹੈ ਔਰ ਆਈ ਡੋਂਟ ਨੋ ਕਿ ਕਰਨਦੀਪ ਸਿੰਘ ਔਜਲੇ ਨੇ ਤੁਹਾਡੇ ਨਾਲ ਕੀਤਾ ਜਾਂ ਨਹੀਂ ਕੀਤਾ, ਜਾਂ ਤੁਹਾਡੀ ਜਿਹੜੀ ਮਾਸੀ ਆ, ਮਾਸੀ ਨਾਲ ਰਾਜਵੰਤ ਕੌਰ ਢਿੱਲੋਂ ਆ, ਉਹਦਾ ਕੋਈ ਦੋਸ਼ ਵੀ ਆ ਨਹੀਂ? ਜੋ ਤੁਸੀਂ ਕਹਿ ਰਹੇ ਹੋ ਅਸੀਂ ਨਹੀਂ ਕਹਿ ਰਹੇ, ਅਸੀਂ ਨਾ ਸਰ ਮੇਰੇ ਹਸਬੈਂਡ ਨੇ ਨਾ, ਜਦੋਂ ਮੇਰੀ ਪਹਿਲੀ ਵਾਰ ਇੱਥੇ ਲੜਾਈ ਹੋਈ, ਮੈਂ ਪੁਲਿਸ ਨੂੰ ਬੁਲਾਇਆ। ਸਰ ਮੈਨੂੰ ਮੇਰੀ ਮਦਰ ਇਨ ਲਾਅ ਨੇ ਕੁੱਟ ਕੇ ਬਾਹਰ ਕੱਢਿਆ। ਸਰ ਮੈਕਸੀਕਨ ਨੇ ਮੈਨੂੰ ਦੇਖਿਆ, ਉਹਨੇ ਕਾਲ ਕੀਤੀ, ਪੁਲਿਸ ਬੁਲਾਈ। ਸਰ ਉਸ ਤੋਂ ਬਾਅਦ ਇਹਨਾਂ ਨੇ ਆਪਣਾ ਜਿਹੜਾ ਘਰ ਮੇਰੇ ਹਸਬੈਂਡ ਨੇ ਇਹਦੇ ਨਾਮ ਟ੍ਰਾਂਸਫਰ ਕਰ ਦਿੱਤਾ। ਤੁਸੀਂ ਰੋ ਰਹੇ? ਤੁਸੀਂ ਤੁਹਾਡੇ ਹੁਣ 2 ਬੱਚੇ ਨੇ, 2 ਧੀਆਂ ਨੇ ਤੁਹਾਡੀਆਂ? ਹਾਂਜੀ ਸਰ, ਇੱਕ ਬੇਟੀ ਮੇਰੀ ਇੰਡੀਆ, ਮੈਂ 4 ਮਹੀਨਿਆਂ ਦਾ ਆਪਣਾ ਬੱਚਾ ਛੱਡ ਕੇ ਆਈ ਹਾਂ ਇੰਡੀਆ। ਓ ਮਾਈ ਗॉड, ਵੈਰੀ ਸੈਡ ਪਾਰਟ ਹੈ ਇਹ। BBC ਟਾਈਮ ਸਰ ਇਹਨਾਂ ਨੇ ਇੱਕ ਮਾਂ ਨੂੰ ਇੱਕ ਬੱਚੇ ਤੋਂ ਅਲੱਗ ਕੀਤਾ ਆ। ਓ ਮਾਈ ਗॉड, ਇਹ ਅਮਰੀਕਾ ਦੀ ਸਟੋਰੀ ਜਿਹੜੀ ਅਸੀਂ ਕਵਰ ਕਰ ਰਹੇ ਹਾਂ। ਇਹ ਜਿਹੜੀ ਲੜਕੀ ਰੋ ਰਹੀ ਹੈ, ਇਹਦਾ ਪਿੰਡ ਜਿਹੜਾ ਆ, ਔਰ ਇਹਦਾ ਪਿੰਡ ਮਾਧੋਪੁਰ ਹੈ, ਔਰ ਜਿਹੜਾ ਕਿ ਕਪੂਰਥਲੇ ਵਿੱਚ ਹੈ। ਇਹ ਫਗਵਾੜੇ ਲਾਗੇ ਪੈਂਦਾ ਮਾਧੋਪੁਰ ਤੁਹਾਡਾ? ਹਾਂਜੀ ਸਰ, ਫਗਵਾੜੇ ਦੇ ਲਾਗੇ ਆ ਮੇਰਾ। ਸੋ ਇਹ ਨਕੋਦਰ ਲਾਗੇ ਗਹੀਰਾਂ ਦਾ ਲੜਕਾ ਕਰਨਦੀਪ ਸਿੰਘ ਔਜਲਾ, ਜਿਸ ਨੇ ਸਾਨੂੰ ਲਾਈਨ ਕੱਟ ਦਿੱਤੀ ਹੈ। ਆਪਣੇ ਕਰਨਦੀਪ ਯੂ ਆਰ ਸਪੋਜ਼ਡ ਟੂ ਬੀ ਡਿਸਕਨੈਕਟ ਆਵਰ ਲਾਈਨ, ਔਰ ਤੁਸੀਂ ਆਪਣਾ ਪੱਖ ਪੇਸ਼ ਕਰ ਸਕਦੇ ਜੇ ਤੁਸੀਂ ਅੱਜ ਨਹੀਂ, ਤੁਹਾਡੇ ਕੋਲ ਸਮਾਂ, ਅਸੀਂ ਮੈਂ ਕਾਲ ਕਰਾਂਗਾ। ਔਰ ਕਰਨਦੀਪ ਸਿੰਘ ਔਰ ਤੁਹਾਡੇ ਕੋਲ ਤੁਸੀਂ ਗਵਰਨਮੈਂਟ ਦੇ ਡਾਕੂਮੈਂਟ ਲਈ ਰੱਖੇ, ਔਰ ਇੰਡੀਆ ਗਵਰਨਮੈਂਟ ਦੇ ਡਾਕੂਮੈਂਟ ਜਿਹੜੀ ਹੈ, ਇੰਡੀਆ ਗਵਰਨਮੈਂਟ ਤੁਹਾਡੇ ਤੇ ਐਕਸ਼ਨ ਲੈ ਸਕਦੀ ਹੈ, ਕਿਉਂਕਿ ਤੁਸੀਂ ਗਵਰਨਮੈਂਟ ਦੀ ਪ੍ਰਾਪਰਟੀ ਨੂੰ ਤੁਸੀਂ ਕਿਸੇ ਵੀ ਹਾਲਤ ਵਿੱਚ ਟੱਚ ਨਹੀਂ ਕਰ ਸਕਦੇ। ਕਿ ਡਸਨਟ ਮੈਟਰ ਤੁਸੀਂ ਕਹਿ ਰਹੇ ਤੁਹਾਡੀ ਵਾਈਫ ਦੀ, ਕਿਉਂਕਿ ਇਹ ਪ੍ਰਾਪਰਟੀ ਜਿਹੜੀ ਗਵਰਨਮੈਂਟ ਦੀ ਹੈ। ਸੋ ਯੂ ਸ਼ੁਡ ਰਿਟਰਨ ਟੂ ਯੂਰ ਕੌਂਸੂਲੇਟ ਨੂੰ ਰਾਈਟ ਵੇ ਨੂੰ ਰਿਟਰਨ ਕਰੋ, ਨਹੀਂ ਤਾਂ ਤੁਹਾਡੇ ਤੇ ਚਾਰਜਸ ਲੇਟ ਕੀਤੇ ਜਾ ਸਕਦੇ ਨੇ। ਔਰ ਪ੍ਰੂਫ ਜਿਹੜਾ ਅਸੀਂ ਐਫੀਡੇਵਿਟ ਦਿੱਤਾ ਤਾਂ ਹੋਮ ਮਿਨਿਸਟਰੀ ਨੂੰ ਭੇਜ ਸਕਦੇ ਹਾਂ, ਔਰ ਤੁਹਾਡਾ ਇੰਡੀਆ ਦਾ ਜਾਣਾ ਬੰਦ ਹੋ ਸਕਦਾ ਹੈ, ਕਿਉਂਕਿ ਤੁਸੀਂ ਇੰਡੀਆ ਦੀ ਪ੍ਰਾਪਰਟੀ ਨੂੰ ਜਿਹੜਾ ਸਟੋਲਨ ਕੀਤਾ ਹੈ। ਸਟੋਲਨ ਦੇ ਵਿੱਚ ਚਾਰਜਸ ਲਾਉਣੇ ਸੁਭਾਵਿਕ ਨੇ। ਹਾਂਜੀ, ਮੇਰੇ ਲੀਗਲ ਪਹਿਲਾਂ ਨੇ ਮੈਨੂੰ ਹੁਣੇ ਦੱਸਿਆ ਕਿ ਇਹਨਾਂ ਤੇ ਚਾਰਜਸ ਲੇਟ ਕੀਤੇ ਜਾ ਸਕਦੇ ਨੇ ਹੋਮ ਮਿਨਿਸਟਰੀ ਦੇ ਵੱਲੋਂ, ਕਿ ਤੁਸੀਂ ਇੰਡੀਆ ਗਵਰਨਮੈਂਟ ਦੀ ਪ੍ਰਾਪਰਟੀ ਚੋਰੀ ਕੀਤੀ ਹੈ। ਸੋ ਇਹ ਅਕੋਰਡਿੰਗ ਟੂ ਹਰ, ਨਾਟ ਮੀ ਬਾਈ ਦੀ ਵੇ। ਸੋ ਅਸੀਂ ਹੁਣ ਇਸ ਵੇਲੇ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਦੀ ਮਾਸੀ ਨਾਲ, ਰਜਵੰਤ ਢਿੱਲੋਂ, ਤੁਸੀਂ ਰੋਵੋ ਨਾ ਬਈ ਬੀਬਾ, ਤੁਸੀਂ ਰੋਵੋ ਨਾ। ਔਰ ਇਹਦਾ ਹੱਲ ਰੋਣ ਤਾਂ ਨਹੀਂ, ਇਹ ਸੁਭਾਵਿਕ ਹੈ, ਤੁਹਾਡਾ ਰੋਣਾ ਵੀ ਠੀਕ ਹੈ। ਤੁਸੀਂ 2 ਬੱਚਿਆਂ ਦੀ ਮਾਂ ਹੋ ਔਰ ਤੁਹਾਡੀ ਜ਼ਿੰਦਗੀ ਰੋਲ ਦਿੱਤੀ ਹੈ। ਮੇਰੇ ਕੋਲ ਨਾ ਰਹਿਣ ਨੂੰ ਤਾਂ ਆਇਆ, ਨਾ ਮੇਰੇ ਕੋਲ ਕੰਮ ਆ, ਕੁਛ ਨਹੀਂ ਹੈਗਾ ਮੇਰੇ ਕੋਲ। ਮੈਂ ਕਿੱਦਾਂ ਬੱਚੇ ਆਪਣੇ ਨੂੰ ਪਾਲੂੰਗੀ? ਇਹਨੇ ਮੇਰੇ ਨਾਲ ਐਡਾ ਵੱਡਾ ਫਰੋਡ ਕੀਤਾ, ਮੈਨੂੰ ਬਿਨਾਂ ਦੱਸੇ ਮੈਨੂੰ ਡਿਵੋਰਸ ਦਿੱਤਾ। ਸਰ ਜੇ ਹਿੰਮਤ ਸੀ, ਜੇ ਮਰਦ ਕਹਾਉਂਦਾ ਸੀ ਤਾਂ ਮੈਨੂੰ ਦੱਸ ਕੇ ਡਿਵੋਰਸ ਕਰਦਾ। ਕਿੰਨੀ ਸੈਡ ਹੈ। ਤੁਹਾਡੇ ਕੋਲ ਹੋਰ ਰਿਲੇਟਿਵ ਵੀ ਹੈਗਾ ਕੋਈ ਇੱਥੇ ਅਮਰੀਕਾ ਚ ਰਹਿੰਦਾ ਤੁਹਾਡਾ? ਸਰ ਨਹੀਂ, ਮੇਰੇ ਕੋਲ ਕੋਈ ਰਿਲੇਟਿਵ ਨਹੀਂ ਹੈਗਾ। ਮੈਂ ਕਿਸੇ ਦੇ ਘਰ ਰਹਿ ਰਹੀ ਹਾਂ। ਸਰ ਮੈਨੂੰ ਕੀ ਪਤਾ ਕਿੰਨਾ ਟਾਈਮ ਮੈਨੂੰ ਰੱਖਣਗੇ, ਮੈਨੂੰ ਕਦੋਂ ਘਰੋਂ ਕੱਢ ਦੇਣਗੇ ਜਾਂ ਕਹਿ ਦੇਣਗੇ ਤੂੰ ਚਲੇ ਜਾਓ।
ਵੀ ਸਾਡੇ ਸਮਾਜ ਦੇ ਵਿੱਚ ਹੋ ਕੀ ਰਿਹਾ। ਮੈਂ ਪੁੱਛਣਾ ਚਾਹੁੰਦਾ ਲੋਕਾਂ ਨੂੰ ਕਿ ਵਾਟ ਹੈਪਨਿੰਗ ਹੇਅਰ। ਦਿਸ ਇਜ਼ ਵੈਰੀ ਸੈਡ ਪਾਰਟ। ਸਾਡੀ ਕਮਿਊਨਿਟੀ ਦਾ ਇੱਕ ਬੜਾ ਸੈਡ ਪਾਰਟ ਹੈ। ਇਹ ਜੋ ਹੋ ਰਿਹਾ ਬੜਾ ਮਾੜਾ ਹੋ ਰਿਹਾ। ਔਰ ਇਹ ਲੜਕੀ ਅਮਰੀਕਾ ਤੋਂ ਟੈਕਸਸ ਹੋ ਰਹੀ ਹੈ। ਜਿਹੜੇ ਲੋਕ ਅਮਰੀਕਾ ਦੇ ਵਿੱਚ ਪੁਰਾਣੇ ਸੈਟਲ ਨੇ, ਮੈਂ ਚਾਹਾਂਗਾ ਕਿ ਇਸ ਲੜਕੀ ਦੀ ਮਦਦ ਕਰਨ ਲਈ ਸਾਨੂੰ ਕਾਲ ਕਰਨ, ਈਮੇਲ ਕਰਨ, ਤਾਂ ਕਿ ਇਸ ਦੀ ਮਦਦ ਕੀਤੀ ਜਾਵੇ ਫੌਰਨ। ਅਗਰ ਜੇ ਸਾਡੇ ਕੈਨੇਡਾ ਦੇ ਵਿੱਚ ਇਹ ਲੜਕੀ ਹੁੰਦੀ ਤਾਂ ਸੱਚਮੁੱਚ ਹੀ ਇਸ ਨੂੰ ਮੈਂ ਹਾਂਜੀ ਫॉर श्योर ਕੁਝ ਪਰਿਵਾਰਾਂ ਦੀ ਮਦਦ ਕਰਦਾ ਤੇ ਇਹ ਮੈਨੂੰ ਕਿਸੇ ਘਰ ਮੈਂ ਭੇਜ ਦਿੰਦਾ। ਇਸ ਵੇਲੇ ਇਹ ਲੜਕੀ ਦਾ ਕਹਿਣਾ ਹੈ ਕਿ ਕਿਸੇ ਵੇਲੇ ਵੀ ਜਿਸ ਘਰ ਵਿੱਚ ਹੈ ਇਹਨਾਂ ਨੂੰ ਘਰੋਂ ਬਾਹਰ ਕੱਢ ਸਕਦੇ ਨੇ। ਔਰ 2 ਬੱਚੇ ਦੀ ਮਾਂ ਹੈ ਤੇ ਇੱਕ ਬੱਚਾ ਇੰਡੀਆ ਵਿੱਚ ਹੈ। ਉਹ ਬੱਚਾ ਮਾਂ ਨੂੰ ਮਿਸ ਕਰਦਾ ਹੋਵੇਗਾ। ਜਿਹੜੀ ਧੀ ਤੁਹਾਡੇ ਕੋਲ ਇਸ ਵੇਲੇ ਹੈ, ਇਹਦੀ ਕਿੰਨੀ ਉਮਰ ਹੈ ਇਸ ਧੀ ਰਾਣੀ ਦੀ? ਸਰ ਨਵੰਬਰ 25 ਨੂੰ ਇਹਨੇ 4 ਸਾਲ ਦੀ ਹੋ ਜਾਣਾ ਆ। ਗੁਰਪ੍ਰੀਤ, ਤੂੰ ਮਾੜੇ ਕਰਮਾਂ ਵਾਲੀ ਹੈ ਧੀਏ, ਔਰ ਤੇਰੇ ਮਾੜੇ ਲਿਖੇ ਲੇਖ ਨੇ, ਪਰ ਲੇਖ ਤੇਰੇ ਜਿਹੜੀ ਕਿਸਮਤ ਜਿਹੜੀ ਬਦਲ ਸਕਦੀ ਹੈ। ਸਾਡੇ ਜਿਹੜੇ ਸੁਣਨ ਵਾਲੇ ਲੋਕ ਨੇ ਔਰ ਸਾਨੂੰ ਦੇਖਣ ਵਾਲੇ ਲੋਕ ਨੇ, ਇਹ ਤੁਹਾਡੀ ਕਿਸਮਤ ਨੂੰ ਬਦਲ ਸਕਦੇ ਨੇ। ਕਿਵੇਂ ਬਦਲ ਸਕਦੇ ਨੇ? ਆਗੂ ਦਾ ਪੰਜਾਬ ਤੋਂ ਅਸੀਂ ਪਬਲਿਕ ਓਪੀਨੀਅਨ ਜਿਹੜੀ ਲੈਣੀ ਚਾਹਾਂਗੇ। ਪਲੀਜ਼ ਪ੍ਰੋਸੀਡ ਪਬਲਿਕ ਓਪੀਨੀਅਨ। ਸੋ ਅਸੀਂ ਤੁਹਾਡੇ ਸੇਵਾ ਵਿੱਚ ਹਾਜ਼ਰ ਹੋ ਰਹੇ ਹਾਂ ਔਰ ਇਹ ਸੈਗਮੈਂਟ ਸਮੋਸਾ, ਜੀ ਹਾਂ ਤੁਸੀਂ ਜਾਣਦੇ ਹੋ ਕਿ ਅੱਜ ਅਸੀਂ ਐਡ ਕਰ ਰਹੇ ਹਾਂ ਸਮੋਸੇ ਭਰਨ ਦਾ ਕੰਮ। ਜੇ ਚਾਹੀਦਾ ਸਾਡੀਆਂ ਭੈਣਾਂ ਨੂੰ ਤਾਂ ਸਵੀਟ ਮਹਿਲ ਨੂੰ ਕਾਲ ਕਰ ਲਓ। ਨੰਬਰ 647 204 8710 ਤੇ ਕਾਲ ਕਰੋ ਅਤੇ ਨੌਕਰੀ ਕਰੋ ਫਟਾਫਟ। ਅਸੀਂ ਤੁਹਾਡੀ ਓਪੀਨੀਅਨ ਲੈਣੀ ਚਾਹਾਂਗੇ ਤੁਹਾਡੇ ਸੇਵਾ ਵਿੱਚ। ਪੰਜਾਬ 'ਚ ਅਸੀਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ। ਜੇ ਕਿਸੇ ਕੋ ਕੋਈ ਮਕਾਨ ਵੇਚਣ ਵਾਲਾ ਤਾਂ ਆਪਣੇ ਮਕਾਨ ਦੀ ਸਹੀ ਐਵੈਲੂਏਸ਼ਨ ਇੱਕ ਵਾਰੀ ਕਰਾਓ, ਲਿਸਟ ਜਿੱਥੋਂ ਮਰਜ਼ੀ ਕਰਾਓ। ਇਹ ਕੁਲਦੀਪ ਬਾਸੀ ਦੀ ਕੰਪਨੀ ਵੱਲੋਂ ਸੰਦੇਸ਼ ਹੈ। ਕੁਲਦੀਪ ਬਾਸੀ ਜੀ ਹਰ ਹਫ਼ਤੇ 5-5 6-6 ਘਰ ਲਿਸਟ ਕਰਦੇ ਨੇ ਅਤੇ ਘਰਾਂ ਦੇ ਵਿੱਚ ਜਾ ਕੇ ਦੱਸਦੇ ਕਿ ਤੁਹਾਡਾ ਘਰ ਇੰਨੇ ਦਾ ਕਿਤੇ ਤੁਸੀਂ ਘੱਟ ਪ੍ਰਾਈਸ ਤੇ ਨਾ ਵੇਚ ਦਿਓ ਤੇ ਫਟਾਫਟ ਵੇਚ ਦਿੰਦੇ ਨੇ। ਸੋ ਲੋਕਾਂ ਵਿੱਚ ਇੱਕ ਵਿਸ਼ਵਾਸ ਹੈ। ਕੁਲਦੀਪ ਬਾਸੀ 416 774 8800। ਮੇਰੇ ਲਾਈਨ 'ਚ ਅਸੀਂ ਗੁਰਪ੍ਰੀਤ ਢਾਲੀਵਾਲ ਨੇ ਜਿਹੜੇ ਕਿ ਅਮਰੀਕਾ ਟੈਕਸਸ ਤੋਂ ਸਾਡੀ ਲਾਈਨ 'ਚ ਨੇ। ਇਹ ਵਨ ਸਾਈਡਡ ਸਟੋਰੀ ਹੈ। ਸਾਡਾ ਸਹਿਮਤ ਹੋਣਾ 16 ਬੀਬੀ ਸਟਾਂਟ ਦਾ ਕੋਈ ਜ਼ਰੂਰੀ ਨਹੀਂ ਹੈ। ਜਿਨ੍ਹਾਂ 'ਚ ਇੱਕ ਦੂਜੇ ਪਾਸੇ ਕਰਨਦੀਪ ਸਿੰਘ ਔਜਲਾ ਸਾਹਿਬ ਸਾਡੇ ਰਿਸਪੈਕਟਡ ਨੇ ਅਤੇ ਦੂਜੇ ਪਾਸੇ ਰਜਵੰਤ ਢਿੱਲੋਂ ਵੀ ਸਾਡੇ ਰਿਸਪੈਕਟਡ ਲੇਡੀ ਹੈ। ਉਹ ਸਾਡਾ ਫੋਨ ਹੀ ਅਟੈਂਡ ਕਰ ਰਹੇ। ਜੇ ਫੋਨ ਅਟੈਂਡ ਕਰਦੇ ਤਾਂ ਸਾਡਾ ਫੋਨ ਰੱਖ ਜਾਂਦੇ ਨੇ। ਆਈ ਐਮ ਹੈਲਪਲੈਸ। ਕਰਨਦੀਪ, ਦੈਟਸ ਨਾਟ ਅ ਫੇਅਰ ਮਿਸਟਰ ਔਜਲਾ। ਤੁਹਾਨੂੰ ਲਾਈਨ ਨੂੰ ਅਟੈਂਡ ਕਰਨਾ ਚਾਹੀਦਾ। ਤੁਹਾਨੂੰ ਯੂ ਮਸਟ ਅਟੈਂਡ ਮਾਈ ਲਾਈਨ। ਹਾਂਜੀ, ਕਿਉਂਕਿ ਮੈਂ ਜਰਨਲਿਸਟ ਹੂੰ ਔਰ ਮੈਂ ਕੈਨੇਡੀਅਨ ਜਰਨਲਿਸਟ ਹੂੰ ਅਤੇ ਇਸ ਨਾਲ ਅਸੀਂ ਇੱਕ ਜਰਨਲਿਜ਼ਮ ਦੇ ਵਿੱਚੋਂ ਅਤੇ ਇਨਵੈਸਟੀਗੇਟਿੰਗ ਦੇ ਵਿੱਚੋਂ। ਸੋ ਜਿਸ ਲਾਈਨ ਇੱਦਾਂ ਕੱਟੋਗੇ ਤਾਂ ਮੈਂ ਤੁਹਾਨੂੰ ਵਾਰ-ਵਾਰ ਫੋਨ ਕਰਾਂਗਾ। ਮੇਰੇ ਕੋਲ ਹੱਕ ਨੇ ਤੁਹਾਨੂੰ ਕਾਲ ਕਰਨ ਦੇ। ਪਰੇਸ਼ਾਨ ਨਹੀਂ ਕਰਾਂਗਾ, ਆਪ ਜੀ ਨੂੰ ਕਾਲ ਕਰਾਂਗਾ ਜ਼ਰੂਰ। ਔਰ ਜਿੰਨੇ ਚਿਰ ਤੁਸੀਂ ਸਾਡੇ ਨਾਲ ਗੱਲ ਨਹੀਂ ਕਰਦੇ, ਤੁਹਾਡੀ ਅਸੀਂ ਰਿਕਾਰਡਿੰਗ ਕਰ ਰਹੀ ਹਾਂ ਔਰ ਜੇ ਅਸੀਂ ਪੁੱਛਿਆ ਗਿਆ ਅਸੀਂ ਬੋਲਦੇ ਹਾਂ ਯੂ ਹੈਂਗ ਅਪ ਆਵਰ ਫੋਨ। ਦੈਟਸ ਨਾਟ ਫੇਅਰ। ਯੂ ਸ਼ੁਡ ਕਮ ਅਪ। ਤੁਸੀਂ ਆਓ ਦੱਸੋ ਜੇ ਇਸ ਲੜਕੀ ਵਿੱਚ ਕੋਈ ਨੁਕਸ ਹੈ, ਲੋਕਾਂ ਨੂੰ ਦੱਸੋ। ਪਬਲਿਕ ਨੂੰ ਰੋ ਰਹੀ ਹੈ। ਤੁਸੀਂ 2 ਧੀਆਂ ਦੇ ਬਾਪ ਹੋ ਔਰ ਤੁਸੀਂ ਸਾਡੀ ਲਾਈਨ ਕੱਟ ਰਹੇ ਹੋ। ਦੈਟਸ ਨਾਟ ਰਾਈਟ। ਕਮ ਔਨ ਬੇਬੀ। ਹਾਂਜੀ, ਅਸੀਂ ਪ੍ਰੋਸੀਡ ਕਰੋ। ਪਲੀਜ਼ ਪ੍ਰੋਸੀਡ ਕਰੋ ਤਾਂ ਕਿ ਅਸੀਂ ਕਾਲ ਲੈ ਸਕੀਏ। ਹਾਂਜੀ, ਕਾਲਰ ਗੁਰਦੀਪ ਸਿੰਘ, ਤੁਸੀਂ 30 ਸੈਕਿੰਡ ਦੇ ਰਹੇ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਜੀ ਭਾਜੀ, ਇਹ ਜੋ ਕੁਝ ਵੀ ਹੋ ਰਿਹਾ ਬਹੁਤ ਮਾੜਾ ਹੋ ਰਿਹਾ। ਮੈਂ ਇਹ ਪੁੱਛਣਾ ਚਾਹੁੰਦਾ ਮੈਡਮ ਨੂੰ ਵੀ ਇਹਨਾਂ ਦੇ ਹੁਣ ਸਟੇਟਸ ਕੀ ਹੈ ਉੱਥੇ? ਵੀ PR ਜਾਨੀ ਗ੍ਰੀਨ ਕਾਰਡ ਹੋਲਡਰ ਹੋਗੇ, ਸਿਟੀਜ਼ਨ ਕੀ ਹੈ ਇਹਨਾਂ ਦੇ ਹੁਣ ਉੱਥੇ ਸਟੇਟਸ ਕੀ ਹੈ? ਇਹ PR ਨੇ, ਗ੍ਰੀਨ ਕਾਰਡ ਜਿਹਨੂੰ ਕਹਿੰਦੇ ਆ ਅਮਰੀਕਾ ਵਿੱਚ ਗ੍ਰੀਨ ਕਾਰਡ। ਤੇ ਉੱਥੇ ਗਵਰਨਮੈਂਟ ਵੱਲੋਂ ਵੀ ਕੋਈ ਹੈਲਪ ਹੋਊਗੀ? ਸਾਨੂੰ ਵੀ ਸਾਰਿਆਂ ਮਿਲ ਕੇ ਇੱਥੇ ਹੈਲਪ ਕਰਨੀ ਚਾਹੀਦੀ ਹੈ। ਬਾਸੀ ਸਾਹਿਬ ਤੁਸੀਂ ਮੋਹਰੇ ਹੋ ਕੇ ਦੱਸੋ ਕੀ ਲੋੜ ਆ। ਕਿਉਂਕਿ ਅਮਰੀਕਾ ਦਾ ਮੈਨੂੰ ਕਾਨੂੰਨ ਨਹੀਂ ਬਿਲਕੁਲ ਪਤਾ, ਬਿਲਕੁਲ ਇਲਮ ਨਹੀਂ ਹੈ ਅਮਰੀਕਾ ਦੇ ਲਾਅ ਬਾਰੇ। ਹਾਂਜੀ, ਕਾਨੂੰਨ ਤਾਂ ਕੁਝ ਜਿਹੜੇ ਨੇ ਕਾਮਨ ਹੁੰਦੇ ਨੇ, ਬਟ ਇਹ ਲੜਕੀ ਨੂੰ ਕੀ ਕੁਝ ਮਿਲ ਸਕਦਾ ਹੈ ਸਟੇਟ ਵੱਲੋਂ, ਕਿਹੜੀਆਂ ਸਹੂਲਤਾਂ ਨੇ? ਤੁਹਾਨੂੰ ਕੁਝ ਬੈਨੀਫਿਟ ਮਿਲਦੇ ਨੇ ਆਪਣੇ? ਗੁਰਪ੍ਰੀਤ ਸਰ ਮੈਨੂੰ ਕੁਝ ਜੀ ਨਹੀਂ ਪਤਾ। ਔਜਲਾ ਸਾਹਿਬ ਲਾਈਨ ਤੇ ਨੇ ਜੀ। ਆ ਗਏ ਨੇ ਜੀ 6th ਲਾਈਨ ਤੇ ਨੇ ਜੀ। ਅੱਛਾ ਜੀ, ਔਜਲਾ ਸਾਹਿਬ ਜੋਗਿੰਦਰ ਬਾਸੀ ਹੋਰਾਂ BBC ਟੋਰਾਂਟੋ ਤੋਂ ਆਪ ਜੀ ਲਾਈਨ ਤੇ ਹੋ ਸਰ? ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਔਜਲਾ ਸਾਹਿਬ, ਅਸੀਂ ਤੁਹਾਨੂੰ ਕਾਲ ਕੀਤਾ, ਤੁਸੀਂ ਸਾਡੀ ਲਾਈਨ ਡਿਸਕਨੈਕਟ ਕਰ ਗਏ। ਆਈ ਐਮ ਵੈਰੀ ਅਪਸੈਟ। ਜਿੱਦਾਂ ਤੁਸੀਂ ਆਪਣੀ ਜੌਬ ਤੇ ਤੋਂ ਬਿਨਾਂ ਕੰਮ ਤੇ ਹੋਵੋ ਤੇ ਕੋਈ ਲੋੜ ਹੁੰਦੀ, ਮੈਂ ਵੀ ਕੰਮ ਤੇ ਆ, ਸ਼ਾਇਦ ਮੈਨੂੰ ਅਲਾਉ ਨਾ ਹੋਵੇ ਇਸ ਲਈ ਫੋਨ ਕਰਨਾ, ਜਾਂ ਮੈਂ ਡਰਾਈਵਿੰਗ ਕਰ ਰਿਹਾ ਹੋਵਾਂ, ਕੁਝ ਵੀ ਕਰ ਰਿਹਾ ਹੋਵਾਂ। ਚਲੋ ਪੋਸਿਬਿਲਿਟੀ ਹੈ। ਓਕੇ, ਪੋਸਿਬਿਲਿਟੀ ਹੈ। ਕੋਈ ਇਦਾਂ ਨਹੀਂ ਹੈਗਾ ਵੀ ਮੈਂ ਤੁਹਾਨੂੰ ਰਾਈਟ ਵੇ ਕੋਈ ਤੁਸੀਂ ਮੈਨੂੰ ਕੋਈ ਪਹਿਲਾਂ ਫਸਟ ਤੁਸੀਂ ਮੈਨੂੰ ਚੱਕ ਕੇ ਲਾਈਵ ਕਰ ਰਹੇ ਆ, ਤੁਸੀਂ ਮੇਰੇ ਤੋਂ ਪਰਮਿਸ਼ਨ ਲਈ ਹੈ ਜਾਂ ਕੁਝ ਹੈ ਤੁਹਾਡੇ ਕੋਲ ਇਦਾਂ ਦਾ ਗੱਲ ਕਰਨ ਲਈ? ਸੁਣੋ ਡੀਅਰ, ਮੈਂ ਪਹਿਲਾਂ ਆਲਰੇਡੀ ਮੈਂਸ਼ਨ ਕਰ ਚੁੱਕਾ ਹਾਂ। ਮੇਰੇ ਸਟਾਫ ਨੇ ਆਪ ਜੀ ਨੂੰ ਕਾਲ ਕੀਤਾ ਹੈ। ਤੁਸੀਂ ਅਸੀਂ 에ਅਰ ਤੇ ਵੀ ਨਹੀਂ ਸੀਗੇ, 에ਅਰ ਤੋਂ ਬਗੈਰ ਤੁਸੀਂ ਲਾਈਨ ਡਿਸਕਨੈਕਟ ਕਰਤੀ। ਹੁਣ ਤੁਸੀਂ ਇਸ ਵੇਲੇ 에ਅਰ ਤੇ ਹੋ, ਤੁਸੀਂ ਸਾਡੇ ਨਾਲ ਗੱਲ ਕਰਨੀ ਚਾਹੁੰਦੇ ਹੋ ਆਪ ਜੀ ਜਾਂ ਨਹੀਂ ਔਜਲਾ ਸਾਹਿਬ?
ਨਹੀਂ ਮੈਂ ਨਹੀਂ ਚਾਹੁੰਦਾ ਜੀ। ਆਈ ਸੀ ਤੁਹਾਡੀ ਵਾਈਫ ਤੁਹਾਡੇ ਤੇ ਦੋਸ਼ ਲਾ ਰਹੇ ਨੇ। ਕੀ ਲਾ ਰਹੇ ਨੇ? ਉਹ ਮੈਂ ਨਹੀਂ ਕਹਿ ਰਿਹਾ ਔਜਲਾ ਸਾਹਿਬ, ਤੁਸੀਂ ਮੇਰੇ ਰਿਸਪੈਕਟ, ਔਜਲਾ ਸਾਹਿਬ ਸੁਣੋ ਗੱਲ, ਸੁਣੋ ਬੇਟਾ ਗੱਲ ਸੁਣੋ। ਤੁਸੀਂ ਮੇਰੇ ਸਤਿਕਾਰਯੋਗ, ਤੁਸੀਂ ਮੇਰੇ ਸਿਰ ਦੇ ਤਾਜ ਹੋ, ਮੈਨੂੰ ਨਹੀਂ ਪਤਾ ਤੁਹਾਡੀ ਵਾਈਫ ਕਹਿ ਰਹੇ ਨੇ। ਤੁਸੀਂ ਮੇਰੇ ਬਹੁਤ ਹੀ ਸਤਿਕਾਰਯੋਗ, ਤੁਹਾਡਾ ਇਲਾਕੇ ਦੇ ਵਿੱਚ ਬੜਾ ਸਤਿਕਾਰ ਹੈ। ਮੈਂ ਪੁੱਛਿਆ ਤੁਹਾਡੇ ਪਿੰਡ ਦੇ ਵਿੱਚ ਤੁਸੀਂ ਬਹੁਤ ਚੰਗੇ ਖਾਨਦਾਨ ਤੋਂ, ਔਜਲਾ ਸਾਹਿਬ ਤੁਹਾਡੀ ਰਿਸਪੈਕਟ ਕਾਇਮ ਹੈ। ਮੈਂ ਪੁੱਛਣਾ ਚਾਹੁੰਦਾ ਆਪ ਜੀ ਤੋਂ ਕਿ ਤੁਹਾਡੀ ਵਾਈਫ ਜਿਹੜੇ ਆ ਗੁਰਪ੍ਰੀਤ ਜੀ ਕਹਿੰਦੇ ਨੇ ਕਿ ਮੈਂ 2 ਬੱਚਿਆਂ ਦੀ ਧੀ ਹੈ ਤੇ ਮੈਨੂੰ ਛੱਡਿਆ ਸੀ ਤੇ ਮੈਨੂੰ ਹੁਣ ਡਿਵੋਰਸ ਦੇ ਦਿੱਤਾ ਤੇ ਮੇਰਾ ਗਲ ਘੁੱਟਿਆ। ਕੀ ਇਹ ਸੱਚ ਹੈ? ਦੋਸ਼ ਲਾਏ ਮੈਨੂੰ ਨਹੀਂ ਪਤਾ ਆਪ ਜੀ ਬਾਰੇ, ਕਿਉਂਕਿ ਆਪ ਜੀ ਤਾਂ ਬੜੇ ਰਿਸਪੈਕਟਡ ਹੋ ਇਸ ਇਲਾਕੇ 'ਚ। ਮੈਂ ਦੱਸ ਲੋਕਾਂ ਨੂੰ ਪੁੱਛਿਆ ਕੀ ਕਹਿਣਾ ਚਾਹੁੰਦੇ ਆਪ ਜੀ? ਜੇ ਮੈਂ ਉੱਠ ਕੇ ਆਪ ਜੀ ਨੂੰ ਕਹਿ ਦਵਾਂ ਕਿ ਬਾਸੀ ਸਾਹਿਬ ਨੇ ਮੈਨੂੰ ਕੁੱਟਿਆ, ਮੇਰਾ ਗਲ ਕੁੱਟਿਆ, ਕੋਈ ਮੰਨ ਲਓ, ਕਿਉਂਕਿ ਆਪ ਜੀ ਦਾ ਤੇ ਮੇਰੀ ਦਾ ਉਮਰ ਦਾ ਇੰਨਾ ਕੁ ਫਰਕ ਆ ਬਈ। ਨਹੀਂ ਤੁਸੀਂ ਮੇਰੀ ਗੱਲ ਨਾ ਕਰੋ, ਤੁਸੀਂ ਵਾਈਫ ਨਾਲ ਗੱਲ ਕਰੋ। ਵਾਈਫ ਨਾਲ ਤੁਸੀਂ ਮੇਰੇ ਤੋਂ, ਕਿਉਂਕਿ ਤੁਸੀਂ ਪੁੱਛ ਰਹੇ ਨਾ ਮੇਰੇ ਕੋਲੋਂ, ਮੈਂ ਤਾਂ ਤੁਹਾਨੂੰ ਪ੍ਰੋਸੀਡ ਹੋ ਕੇ ਗੱਲ ਕਰੂੰਗਾ ਨਾ। ਨਹੀਂ ਮੈਨੂੰ ਪ੍ਰੋਸੀਡ ਨਹੀਂ ਹੋ ਸਕਦਾ, ਮੈਂ ਹੋਸਟ ਨੂੰ ਕੰਡਕਟ ਕਰ ਰਿਹਾ। ਔਜਲਾ ਸਾਹਿਬ ਮੇਰਾ ਸਵਾਲ ਤੁਹਾਨੂੰ ਹੈ, ਤੁਹਾਡੀ ਵਾਈਫ ਕਹਿ ਰਹੀ ਹੈ ਕਿ ਇਹ ਸੱਚ ਹੈ ਜਾਂ ਝੂਠ ਹੈ? ਸਿੰਪਲ ਇਜ਼ ਦਿਸ। ਮੈਂ ਤਾਂ ਇਹ ਕਹਿ ਰਿਹਾ ਹੁਣੇ, ਮੈਂ ਤੁਹਾਡਾ ਲਾਈਵ ਮੇਰੇ ਕੋਲ, ਕਿਉਂਕਿ ਤੁਹਾਡੀ ਐਪ ਆ BBC, ਮੈਂ ਤੁਹਾਨੂੰ ਹੁਣੇ ਲਾਈਵ ਦੇਖ ਰਿਹਾ ਸੀ। ਮੈਂ ਨਹੀਂ ਕਹਿ ਰਿਹਾ ਕਹਿ ਰਹੀ ਆ ਮੈਂ, ਤੁਸੀਂ ਕਹਿ ਰਹੇ ਜਾਂ ਨਹੀਂ ਕਹਿ ਰਹੇ, ਤੁਸੀਂ ਸੁਣ ਕੇ ਮੈਨੂੰ ਲਾਈਵ ਕਰਕੇ 70 ਸਾਰੇ 2 ਕੰਟਰੀਆਂ ਦੇ ਵਿੱਚ ਸੁਣਾ ਰਹੇ, ਫਿਰ ਸੁਣਨ ਦੀ ਵੀ ਹਿੰਮਤ ਰੱਖੋ ਨਾ। ਉਹ ਜੇ ਕਹਿ ਰਹੀ ਆ ਉਹਨੂੰ ਪੁੱਛੋ, ਜਿਹੜੀ ਮਾਂ ਦਾ ਉਹ ਕਹਿ ਰਹੀ ਆ ਵੀ ਕੁੱਟ ਕੇ ਬਾਹਰ ਕੱਢਿਆ। ਸ਼ੀ ਇਜ਼ 78 year old, 78 ਸਾਲ ਦੀ ਮਾਤਾ ਇਹਨੂੰ ਕੁੱਟ ਸਕਦੀ ਹੈ। ਸ਼ੀ ਇਜ਼ 33, ਇਹ ਕੁੱਟ ਸਕਦੀ ਉਹਨੂੰ, ਜਾਂ 78 ਸਾਲ ਦੀ ਮਾਤਾ ਕੁੱਟ ਕੇ ਬਾਹਰ ਕੱਢ ਸਕਦੀ ਆ। ਬਾਸੀ ਸਾਹਿਬ, ਮੇਰਾ ਦੂਜਾ ਵਿਆਹ, ਮੇਰੀ ਵਾਈਫ ਜਿਹੜੀ ਸੀਗੀ ਉਹ ਪਹਿਲੀ ਜਿਹੜੀ ਸੀਗੀ ਉਹ ਬੱਚੇ ਨੂੰ ਜਨਮ ਦੇਣ ਲੱਗੀ ਹੀ ਮਰ ਗਈ ਅਮਰੀਕਾ ਦੇ ਵਿੱਚ। ਜਦੋਂ ਤੁਸੀਂ ਸੋਚੋ, ਜਿਹੜਾ ਬੱਚੇ ਨੇ ਆਪਣੀ ਮਾਂ ਨਹੀਂ ਦੇਖੀ, ਉਹ ਜਦੋਂ ਜੰਮਿਆ ਉਹਦੀ ਖਾਤਰ ਮੈਨੂੰ ਇਹਦੀ ਮਾਸੀ ਨੇ ਵਿਆਹ ਕਰਵਾਤਾ ਮੇਰਾ ਇਹਦੇ ਨਾਲ। ਵਿਆਹ ਕਰਵਾਉਣ ਤੋਂ ਬਾਅਦ ਇਹਨਾਂ ਦੇ ਮਨ ਦੇ ਵਿੱਚ ਆਇਆ ਲਾਲਚ। 2 ਸਾਲ ਮੈਂ ਇਹਦਾ ਬਣਵਾਉਣ ਦੇ ਖਾਤਰ, ਤੁਸੀਂ ਵੀ ਜਾਣਦੇ ਆ, ਕਿਹੜੀ ਐਮਬੈਸੀ 'ਚ ਨਹੀਂ ਜਾਣਾ ਪੈਂਦਾ, ਕਿਹੜਾ ਪੇਪਰ ਨਹੀਂ ਲਾਉਣਾ ਪੈਂਦਾ, ਹਰ ਇੱਕ ਚੀਜ਼ ਲਾ ਕੇ ਜਿੱਦਣ ਇਹ ਇੱਥੇ ਆ ਗਈ, ਇਹ ਆਉਂਦੀ ਦੂਜੇ ਵੀਕ ਮੇਰੇ ਤੇ ਪੁਲਿਸ ਲੈ ਆਈ, ਮੇਰੇ ਤੇ ਚਾਰਜਸ ਲਵਾਉਣ ਲੱਗ ਪਈ। ਮੇਰੀ ਮਾਂ ਨੂੰ ਕਹਿਣ ਲੱਗ ਪਈ ਮੈਨੂੰ ਕੁੱਟਿਆ 78 ਸਾਲ ਦੀ ਨੇ। ਜਿਹੜੀ ਮੇਰੀ ਬੇਟੀ ਪਹਿਲੇ ਜਿਹਦੇ ਖਾਤਰ ਮੈਂ ਵਿਆਹ ਕਰਾਇਆ, ਉਹਨੂੰ ਇਹੋ ਕਹਿਣ ਦਾ ਵੀ ਇਹ ਮੇਰੇ ਹੱਕਾਂ ਤੇ ਬਹਿ ਗਈ, ਇਹ ਹਰਾਮਜ਼ਾਦੀ ਮਰਦੀ ਕਿਉਂ ਨਹੀਂ, ਉਹਨੂੰ ਕੱਢਣ ਲੱਗ ਪਈ। ਮੈਨੂੰ ਡਿਵੋਰਸ ਚਾਹੀਦਾ, ਮੈਨੂੰ ਡਿਵੋਰਸ ਚਾਹੀਦਾ। ਡਿਵੋਰਸ ਹਾਂਜੀ, ਆਪਣੇ ਔਜਲਾ ਸਾਹਿਬ ਇੱਕ ਸੈਕਿੰਡ ਹੋਲਡ ਕਰੋ। ਔਜਲਾ ਸਾਹਿਬ ਹੋਲਡ ਕਰੋ, ਆਪ ਜੀ ਦਾ ਬੜਾ ਸਤਿਕਾਰ ਹੈ, ਬਹੁਤ ਚੰਗੀ ਗੱਲ ਕੀਤੀ ਤੁਸੀਂ। ਹਾਂਜੀ ਔਜਲਾ ਸਾਹਿਬ ਹੋਲਡ ਕਰੋ। ਔਜਲਾ ਸਾਹਿਬ ਪਲੀਜ਼ ਇੱਕ ਮਿੰਟ। ਔਜਲਾ ਸਾਹਿਬ ਪਲੀਜ਼ ਸਟੈਂਡ ਬਾਈ। ਤੁਸੀਂ ਮੈਂ ਆਪਣੇ ਹੱਕਾਂ ਦੀ ਵਰਤੋਂ ਕਰ ਸਕਦਾ ਤੇ ਕਰ ਰਹੇ ਹਾਂ ਹੁਣ। ਪਲੀਜ਼ ਕਾਈਂਡਲੀ ਆਪਣੇ ਗੁਰਪ੍ਰੀਤ, ਤੁਸੀਂ, ਮੈਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਸੱਚ ਬੋਲਣਾ, ਸੱਚ ਤੋਂ ਸੋਏ ਕੁਝ ਨਹੀਂ ਬੋਲਣਾ। ਸਰ ਮੈਂ ਸੱਚ ਹੀ ਬੋਲੂੰਗੀ, ਜੋ ਵੀ ਕਹੂੰਗੀ ਮੈਂ ਸੱਚ ਕਹੂੰਗੀ। ਮੈਨੂੰ ਡਿਵੋਰਸ ਦਾ ਕਦੀ ਵੀ ਨਹੀਂ ਸਿੱਖਿਆ ਇਹਨੇ ਸਰ ਪੁੱਛਿਆ। ਨਹੀਂ ਫੋਰਗੇਟ ਅਬਾਊਟ, no ਹੋਲਡ ਔਨ, ਫੋਰਗੇਟ ਅਬਾਊਟ ਦੈਟ। ਇੱਕ ਮਿੰਟ ਔਜਲਾ ਸਾਹਿਬ, ਇੱਕ ਮਿੰਟ ਆਪਣੇ ਹੋਲਡ ਔਨ ਮਿਸਟਰ ਔਜਲਾ, ਹੋਲਡ ਔਨ ਪਲੀਜ਼। ਜਿੰਨ ਤੱਕ ਮੈਂ ਨਹੀਂ ਆਪਣੀ ਬੇਨਤੀ ਕਰੂੰਗਾ ਉਸ ਵੇਲੇ ਬੋਲਿਓ। ਗੁਰਪ੍ਰੀਤ, ਯੂ ਟੋਲਡ ਮੀ ਦੈਟ ਕਿ ਆਪ ਜੀ ਦੀ ਸੱਸ ਜਿਹੜੀ ਬਜ਼ੁਰਗ ਮਾਤਾ ਆ 73 ਸਾਲ ਦੀ ਆ, 73 ਸਾਲ ਦੀ ਅਵਸਥਾ ਵਿੱਚ ਤੁਸੀਂ ਜਵਾਨ, ਇੱਕ ਮਿੰਟ ਜੀ ਆਪਣੇ ਕਰਨਦੀਪ ਹੋਲਡ ਔਨ ਪਲੀਜ਼, ਹੋਲਡ ਔਨ ਕਰਨਦੀਪ। ਆਪਣੇ ਗੁਰਪ੍ਰੀਤ, ਤੁਸੀਂ ਕਿਵੇਂ ਬਲੇਮ ਲਾ ਸਕਦੇ ਹੋ ਐਡਾ ਵੱਡਾ? ਸਰ ਮੈਨੂੰ ਘਰੋਂ ਕੱਢਿਆ, ਮੇਰੇ ਬੱਚੇ ਦੇ ਚਪੇੜ ਮਾਰੀ, ਦੁੱਧ ਵਾਲੀ ਬੋਤਲ ਖੋਈ, ਮੇਰੇ ਬਾਲ ਖਿੱਲਰੇ ਸੀ ਸਰ। ਜਦੋਂ ਮੇਰੇ ਹਸਬੰਡ ਆਏ ਮੇਰੇ ਬਾਲ ਖਿੱਲਰੇ ਸੀ, ਮੇਰੇ ਬਾਲ ਪੱਟੇ ਸਰ ਮੇਰੀ ਮਦਰ ਇਨ ਲਾਅ ਨੇ। ਨਹੀਂ ਪਰ 73 ਏਜ ਦੇ ਵਿੱਚ ਬਜ਼ੁਰਗ ਮਾਤਾ ਜਿਹੜੀ ਆ, ਤੁਸੀਂ ਦਾ ਨੇਬਰ ਨੇ ਪੁਲਿਸ ਨੂੰ ਫੋਨ ਕੀਤਾ। ਲੜਾਈ ਕਿੱਥੋਂ ਹੋਈ ਸੀ ਮੈਨੂੰ ਕਹਿੰਦੇ ਸੀ ਇਹਨਾਂ ਦੀਆਂ ਰੋਟੀਆਂ ਬਣਾ। ਮੈਂ ਰੋਟੀਆਂ ਬਣਾ ਕੇ ਵੀ ਦਿੱਤੀਆਂ, ਸਾਰਾ ਕੁਝ ਕਰਦੀ ਸੀ ਰਜਵੰਤ ਦੀਆਂ। ਕਹਿੰਦਾ ਮੈਂ ਲੈ ਕੇ ਆਇਆ ਤੈਨੂੰ ਰਜਵੰਤ ਦੀਆਂ ਰੋਟੀਆਂ ਬਣਾਉਣ ਨੂੰ। ਦੱਸੋ ਕਿ ਤੁਹਾਡੇ ਹਸਬੰਡ ਕੋ ਹੱਕ ਨੇ ਕਹਿਣ ਦੇ? ਤੁਸੀਂ ਵਾਈਫ ਹੈ, ਤੁਹਾਨੂੰ ਵਿਆਹ ਕੇ ਲਿਆਂਦਾ, ਕਾਹਦੇ ਵਾਸਤੇ ਲਿਆਂਦਾ? ਜਿਹੜਾ ਪਤੀ ਪਰਮੇਸ਼ਰ ਹੈ ਉਹਦੇ ਕੋਲ ਹੱਕ ਨੇ। ਔਰ ਤੁਸੀਂ, ਮੈਂ ਸਾਰਾ ਕੁਝ ਮੰਨਦੀ ਸੀ। ਮੈਨੂੰ ਫੋਨ ਕਰਕੇ ਇਹਨਾਂ ਨੇ ਗਾਲਾਂ ਕੱਢੀਆਂ, ਤੈਨੂੰ ਮੈਂ ਬੰਦੇ ਦੀ ਧੀ ਬਣਾਉਣਾ, ਮੈਂ ਤੈਨੂੰ ਪੁਲਿਸ ਕੋਲ ਫੜਾਉਣਾ ਸਾਰੇ। ਨਹੀਂ ਜਦੋਂ ਹੋਲਡ ਔਨ ਆਪਣੇ ਗੁਰਪ੍ਰੀਤ ਸੁਣੋ, ਲਿਸਨ ਟੂ ਮੀ। ਇਹ ਮੈਟਰ ਨਹੀਂ ਕਿ ਤੁਸੀਂ ਮੈਨੂੰ ਕਾਲ ਕੀਤਾ ਤਾਂ ਮੈਂ ਤੁਹਾਡੇ ਹੱਕ ਵਿੱਚ ਬੋਲਾਂਗਾ, ਮੈਂ ਇਸ ਤਰ੍ਹਾਂ ਦਾ ਬੰਦਾ ਨਹੀਂ ਹੈ। ਔਰ ਪਤੀ ਉਹਨਾਂ ਨੇ ਵਾਈਫ ਦੀ ਡੈਥ ਹੋ ਜਾਂਦੀ ਹੈ, ਡੈਥ ਹੋਣ ਦਾ ਕਾਰਨ ਬੱਚੇ ਨੂੰ ਜਨਮ ਦੇਣ ਵੇਲੇ ਹੋਈ ਕੁਦਰਤੀ ਆਫਤ ਜਿਹੜੀ ਆਉਂਦੀ ਆ, ਮੈਨੂੰ ਦੁੱਖ ਹੈ। ਫਸਟ ਆਫ ਆਲ ਕਰਨਦੀਪ, ਮੈਨੂੰ ਅਫਸੋਸ ਹੈ ਕਿ ਤੁਹਾਡੀ ਪਹਿਲੀ ਮਿਸਿਸ ਦੀ ਮੌਤ ਦਾ ਅਰਲੀ ਏਜ ਵਿੱਚ ਹੋ ਜਾਣਾ ਸਾਨੂੰ ਬੜਾ ਦੁੱਖ ਹੈ। ਦੂਜਾ ਮੈਨੂੰ ਦੁੱਖ ਇਸ ਚੀਜ਼ ਦਾ ਆ ਗੁਰਪ੍ਰੀਤ, ਤੁਸੀਂ ਬਹੁਤ ਝੂਠ ਬੋਲਿਆ ਵੱਡਾ। ਤੁਸੀਂ ਇੱਕ ਐਸਾ ਦੋਸ਼ ਲਾਇਆ ਜਿਹੜਾ ਕਿ ਨਾਟ ਐਕਸੈਪਟੇਬਲ। ਮੈਂ ਤੁਹਾਨੂੰ ਦੱਸਿਆ ਸੀਗਾ ਮੈਂ ਝੂਠ ਨਹੀਂ ਬੋਲਿਆ, ਮੈਂ ਸਰ ਝੂਠ ਨਹੀਂ ਬੋਲਿਆ। ਮੇਰੀ ਮਦਰ ਇਨ ਲਾਅ ਨੇ ਮੈਨੂੰ ਹੋਲਡ ਔਨ ਤੁਸੀਂ ਹੋਲਡ ਔਨ, ਸਟਾਪ ਇਟ ਪਲੀਜ਼, ਸਟਾਪ ਇਟ, ਯੂ ਮਸਟ ਸਟਾਪ। ਮੈਂ ਪ੍ਰੋਸੀਡ ਨਹੀਂ ਕਰਾਂਗਾ ਗੁਰਪ੍ਰੀਤ। ਤੁਸੀਂ ਦੋਸ਼ ਇਹ ਲਾਇਆ ਹੈ, ਤੁਸੀਂ ਮੈਨੂੰ ਦੱਸਿਆ ਕੁਝ ਹੋਰ ਹੈ, ਨਿਕਲਿਆ ਕੁਝ ਹੋਰ ਹੈ। ਇਹ ਮੈਟਰ ਨਹੀਂ ਹੈ ਕਿ ਜੇ ਮੈਂ ਤੁਹਾਡੇ ਨਾਲ, ਤੁਸੀਂ ਮੈਨੂੰ ਗੱਲ ਕੀਤੀ, ਜੋ ਤੁਸੀਂ ਕਹੋਗੇ ਉਹ ਕਹਿ ਸਕਦੇ ਹੋ। ਨੋ, ਆਈ ਐਮ ਸੌਰੀ,
ਮੇਰੀ 39 ਸਾਲ ਦੀ ਜ਼ਿੰਦਗੀ ਹੈ ਔਰ ਇੱਕ ਬਜ਼ੁਰਗ ਮਾਤਾ ਨੇ ਤੁਹਾਨੂੰ ਕੁੱਟਿਆ ਆ ਔਰ ਤੁਸੀਂ ਜੇ ਹਸਬੰਡ ਦੀ ਤੂੰ ਮੈਵੇਂ ਹੋਈ ਤੁਸੀਂ ਪੁਲਿਸ ਨੂੰ ਕਾਲ ਕੀਤਾ ਤੁਹਾਨੂੰ ਸੱਦਿਆ ਹੋਵੇ ਅਮਰੀਕਾ ਦੇ ਵਿੱਚ ਆਪਣੀ ਜ਼ਿੰਦਗੀ ਦੀ ਖਾਤਰ ਆਪਣੇ ਬੱਚੇ ਨੂੰ ਪਾਲਣ ਲਈ ਉਹ ਵੀ ਇੱਕ ਤੀਜੀ ਜਿਹੜੀ ਗੁੱਡੀ ਆ ਉਹ ਵੀ ਤੁਹਾਡੀ ਧੀ ਸਮਝਣੀ ਚਾਹੀਦੀ ਸੀਗੀ ਤੁਸੀਂ ਉਸ ਨੂੰ ਗਲਤ ਸ਼ਬਦ ਬੋਲੇ ਟੈਲ ਮੀ ਟਰੂ ਯੂ ਡਿਡ ਇਟ ਤੁਸੀਂ ਕਿਹਾ ਜਾਂ ਨਹੀਂ ਸਰ ਕਿਹਾ ਮੈਂ ਗਲਤ ਨਹੀਂ ਬੋਲਦੀ ਸਰ ਮੈਂ ਗਲਤ ਨਹੀਂ ਬੋਲਦੀ ਜਦੋਂ ਸਰ ਸਾਡੇ ਘਰ ਲੜਾਈ ਹੋਈ ਆ ਇਹਨਾਂ ਦਾ ਫੋਨ ਆਇਆ ਮੇਰੇ ਹਸਬੰਡ ਦਾ ਮੈਨੂੰ ਮੇਰੇ ਨਾਲ ਗੱਲ ਹੋਈ ਮੈਨੂੰ ਗਾਲਾਂ ਕੱਢਦੇ ਸੀ ਉਸੇ ਨਹੀਂ ਤਾਂ ਵਾਈ ਟੂ ਕਾਲ ਤੁਸੀਂ ਪੁਲਿਸ ਨੂੰ ਬਿਨਾਂ ਮਤਲਬ ਕਿਉਂ ਤੁਸੀਂ ਇਨਵੋਲਵ ਕੀਤਾ ਪਤੀ ਦੇ ਕੋਲ ਕਈ ਵਾਰੀ 25 ਕੰਮ 25 ਹੋਲਡ ਔਨ 25 ਜਿਹੜਾ 12 ਘੰਟੇ ਕੰਮ ਕਰਕੇ ਘਰ ਵਿੱਚ ਆਉਂਦਾ ਆ ਉਹ ਖੁਸ਼ੀ ਦਾ ਮਾਹੌਲ ਦੇਖਣਾ ਚਾਹੁੰਦਾ ਆ ਇਹ ਮੈਟਰ ਨਹੀਂ ਹੈ ਸਰ ਇਹ ਝੂਠ ਬੋਲਦੇ ਇਹ ਬਹੁਤ ਸ਼ਾਤਰ ਬੰਦਾ ਆ ਜਿਹਨੇ ਮੈਨੂੰ ਬਿਨਾਂ ਦੱਸੇ ਡਿਵੋਰਸ ਦਿੱਤਾ ਆ ਡਿਵੋਰਸ ਨੇ ਫੋਨ ਕੀਤਾ ਜਦੋਂ ਮੈਨੂੰ ਮੇਰੀ ਮਦਰ ਇਨ ਲਾਅ ਨੇ ਘਰੋਂ ਕੱਢਿਆ ਸਾਹਮਣੇ ਮੈਕਸੀਕਨ ਨੇ ਮੈਨੂੰ ਦੇਖ ਕੇ ਪੁਲਿਸ ਸੱਦੀ ਮੈਂ ਉਹਨਾਂ ਦੇ ਘਰ ਗਈ ਆ ਮੈਂ ਪੁਲਿਸ ਨੂੰ ਸਰ ਸਾਰਾ ਲਿਖਾਇਆ ਮੇਰੀਆਂ ਫੋਟੋਆਂ ਖਿੱਚੀਆਂ ਆ ਜਦੋਂ ਮੇਰੇ ਮਦਰ ਇਨ ਲਾਅ ਨੇ ਮੈਨੂੰ ਮਾਰਿਆ ਆ ਮੇਰੇ ਬਾਹਾਂ ਤੇ ਨੌਹਾਂ ਦੇ ਨਿਸ਼ਾਨ ਲੱਗੇ ਮੇਰੀਆਂ ਫੋਟੋਆਂ ਖਿੱਚੀਆਂ ਆ ਸਰ ਪੁਲਿਸ ਵਾਲੇ ਨੇ 73 ਸਾਲ ਦੀ ਬਜ਼ੁਰਗ ਮਾਤਾ ਤੁਹਾਨੂੰ ਕੁੱਟੇ ਮੈਂ ਤਾਂ ਬਲੀਵ ਨਹੀਂ ਕਰਦਾ ਆਈ ਡੋਨਟ ਬਲੀਵ ਦੈਟ ਆਈ ਐਮ ਸੌਰੀ ਹੋਰ ਗੱਲਾਂ ਬਾਰੇ ਆਪਣੇ ਕਰਨਦੀਪ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੋ ਕਹਿ ਰਹੀ ਹੈ ਤੁਹਾਡੀ ਵਾਈਫ ਬੋਲੋ ਸਰ ਪਲੀਜ਼ ਕੋਲੋਂ ਕਢਾਓ ਓਕੇ ਹੋਲਡ ਔਨ 1 ਸੈਕਿੰਡ ਹੋਲਡ ਔਨ ਕਈ ਵਾਰੀ ਔਰਤਾਂ ਗਲਤ ਜਿਹੜਾ ਆ ਮੈਸੇਜ ਪੁਲਿਸ ਨੂੰ ਦਿੰਦੀਆਂ ਨੇ ਤੇ ਪੁਲਿਸ ਦੇ ਰਿਕਾਰਡ ਵਿੱਚ ਉਹ ਹੁੰਦਾ ਔਰ ਮੇਰੀਆਂ ਫੋਟੋਆਂ ਖਿੱਚੀਆਂ ਆ ਸਰ ਮੇਰੀਆਂ ਫੋਟੋਆਂ ਖਿੱਚੀਆਂ ਮੇਰੇ ਬਾਹਾਂ ਤੇ ਜ਼ਖਮ ਹੋਏ ਮੇਰੇ ਬੱਚੇ ਕੋ ਦੁੱਧ ਵਾਲੀ ਬੋਤਲ ਖੋਈ ਆ 1 ਸੈਕਿੰਡ ਹੋਲਡ ਔਨ ਔਜਲਾ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਭਾਜੀ ਜਿਹੜੀ ਤੁਹਾਨੂੰ ਨਹੀਂ ਬੋਲਣ ਦੇਣ ਦੀ ਉਹ ਮੈਨੂੰ ਕਿੱਥੇ ਬੋਲਣ ਦਿੰਦੀ ਹੋ ਪਹਿਲੇ ਇਹ ਤਾਂ ਸੁਣੋ ਜਿਹਨੂੰ ਮੈਂ ਸੱਦਿਆ 2 ਸਾਲਾਂ ਦੀ ਅੜੀਕ ਤੋਂ ਬਾਅਦ ਆਉਂਦੇ ਸਾਰੀ ਮੈਨੂੰ ਦੂਜੇ ਹਫ਼ਤੇ ਮੈਨੂੰ ਪਹਿਲੇ ਹਫ਼ਤੇ ਦੂਜੇ ਹਫ਼ਤੇ ਪਹਿਲੇ ਹਫ਼ਤੇ ਦਾ ਮੈਨੂੰ ਪਤਾ ਹੀ ਨਹੀਂ ਲੱਗਾ ਮੈਂ ਤਾਂ ਚਾਮਲਾਰ ਹੀ ਕਰਦਾ ਰਹਿ ਗਿਆ ਦੂਜੇ ਹਫ਼ਤੇ ਤੁਹਾਡੇ ਤੇ ਪੁਲਿਸ ਆ ਜਾਵੇ ਤੁਸੀਂ ਦੱਸੋ ਬਾਸੀ ਸਾਹਿਬ ਤੁਹਾਡੀ ਹਾਲਤ ਕੀ ਹੋਊਗੀ ਮੈਨੂੰ ਇਹ ਦੱਸੋ ਅਸੀਂ ਆਲਰੇਡੀ ਔਜਲਾ ਸਾਹਿਬ ਤੁਸੀਂ ਗਰਮੀ ਵਿੱਚ ਆ ਗਏ ਸੀ ਪਹਿਲਾਂ ਆਲਰੇਡੀ ਤੁਸੀਂ ਮੇਰੇ ਨਾਲ ਬਹੁਤਾ ਨਹੀਂ ਗਿਆਨ ਰੱਖਦੇ ਮੈਂ ਪਹਿਲਾਂ ਕਹਿ ਸੀਗਾ ਕਿ ਅਗਰ ਤੁਸੀਂ ਸੁਣੋ ਜੀ ਹੋਲਡ ਜਿਹੜਾ ਤੁਹਾਡਾ ਨਾਂ ਸੁਣਦਾ ਹੋਵਾਂ ਮੈਨੂੰ ਦੁੱਖ ਇਸ ਗੱਲ ਦਾ ਹੋਇਆ ਔਜਲਾ ਸਾਹਿਬ ਹੋਲਡ ਤੁਸੀਂ ਮੇਰੇ ਨਾਲ ਲਾਈਵ ਹੋਣ ਤੋਂ ਪਹਿਲਾਂ ਤੁਸੀਂ ਮੇਰੇ ਨਾਲ ਗੱਲ ਕਰਦੇ ਉਸ ਤੋਂ ਬਾਅਦ ਪ੍ਰੋਗਰਾਮ ਕਰਦੇ ਫੇਸ ਔਜਲਾ ਸਾਹਿਬ ਤੁਹਾਡੇ ਨਾਲ ਮੇਰੇ ਸਟਾਫ ਨੇ ਗੱਲ ਕੀਤੀ ਹੈ ਤੁਸੀਂ ਮਿਸ ਅੰਡਰਸਟੈਂਡ ਕਰ ਲਈ ਕਿੱਦਣ ਬੋਲੋ ਪ੍ਰੋਸੀਡ ਕਰੋ ਦੱਸੋ ਬੋਲੋ ਜੀ ਹਾਂਜੀ ਸੁਣੋ ਗੱਲ ਜੀ ਬਿਲਕੁਲ ਜੀ ਮੈਂ ਔਜਲਾ ਸਾਹਿਬ ਨੂੰ ਗੱਲ ਕੀਤੀ ਸੀ ਮੈਂ ਕਿਹਾ ਸੀਗਾ ਬਾਸੀ ਜੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਆ ਮੈਨੂੰ ਕਹਿੰਦੇ ਜੀ ਕਿਹੜੀ ਖੁਸ਼ੀ 'ਚ ਗੱਲ ਕਰਨਾ ਚਾਹੁੰਦੇ ਆ ਮੈਂ ਕਿਹਾ ਜੀ ਮੈਂ ਜਸਟ ਆਫਿਸ ਦੇ ਵਿੱਚੋਂ ਨੰਬਰ ਡਾਇਲ ਆਊਟ ਕਰ ਰਿਹਾਗਾ ਜੋਗਿੰਦਰ ਬਾਸੀ ਸਾਹਿਬ ਤੁਹਾਡੇ ਨਾਲ ਗੱਲ ਕਰਨਗੇ ਇਹਨਾਂ ਨੇ ਫਿਰ ਕਿਹਾ ਯਾਰ ਕਿਹੜੀ ਖੁਸ਼ੀ 'ਚ ਗੱਲ ਕਰਨੀ ਆ ਦੈਨ ਇਹੀ ਹੈਂਗ ਅਪ ਮੈਂ 5-6 ਵਾਰ ਫਿਰ ਲਾਇਆ ਔਜਲਾ ਸਾਹਿਬ ਨੂੰ ਇਹੋ ਜੀ ਗੱਲ ਨਹੀਂ ਔਜਲਾ ਸਾਹਿਬ ਸਤਿਕਾਰਯੋਗ ਹੋ ਤੁਸੀਂ ਸਾਡੇ ਔਜਲਾ ਸਾਹਿਬ ਤੁਹਾਡੇ ਨਾਲ ਗੱਲਬਾਤ ਔਜਲਾ ਸਾਹਿਬ ਸੁਣੋ ਗੱਲ ਔਜਲਾ ਜੀ ਸੁਣੋ ਗੱਲ ਪਲੀਜ਼ ਨਾਓ ਯੂ ਲਿਸਨ ਟੂ ਮੀ ਅਸੀਂ ਜਦੋਂ ਗੱਲਬਾਤ ਕੀਤੀ ਤਾਂ ਥੋੜੀ ਕਨਫਿਊਜ਼ ਸੁਣੋ ਮੇਰਾ ਸਤਿਕਾਰ ਹੈ ਆਪ ਜੀ ਦੇ ਪ੍ਰਤੀ ਸੁਣ ਮੇਰੀ 1 ਮਿੰਟ ਯਾਰ ਮੇਰੀ ਗੱਲ ਸੁਣੋ ਔਜਲਾ ਸਾਹਿਬ ਸੁਣੋ ਤੁਸੀਂ ਮੇਰੇ ਸਤਿਕਾਰ ਜੋ ਸੁਣੋ ਗੱਲ ਜਦੋਂ ਮੇਰੇ ਸਟਾਫ ਨੇ ਕਾਲ ਕੀਤਾ ਨਾ ਉਹ 에ਅਰ ਤੇ ਨਹੀਂ ਸੀਗਾ ਉਹ ਆਫ ਦੀ 에ਅਰ ਸੀ ਸਰ ਤੁਸੀਂ ਕਨਫਿਊਜ਼ ਹੋ ਗਏ ਆਪ ਜੀ ਅਸੀਂ 에ਅਰ ਤੇ ਲਿਆਉਣ ਤੋਂ ਪਹਿਲਾਂ ਗੱਲ ਕਰਦੇ ਆ ਤੇ ਤੁਸੀਂ ਉਹ ਚ ਕਨਫਿਊਜ਼ ਹੋ ਗਏ ਅਸੀਂ ਹੁਣ ਲਿਆਉਣ ਵੇਲੇ ਹੀ ਤੁਹਾਨੂੰ ਦੱਸਿਆ ਕਿ ਹੁਣ ਤੁਸੀਂ 에ਅਰ ਤੇ ਤੁਸੀਂ ਮੈਨੂੰ ਆਗੇ ਦਿੱਤੀ ਆ ਸੋ ਅਸੀਂ ਤਾਂ ਆਲਰੇਡੀ ਝੂਠ ਬੋਲਣ ਵਾਲਿਆਂ ਦੇ ਵਿਰੁੱਧ ਆ ਤੁਹਾਡੀ ਵਾਈਫ ਨੂੰ ਮੈਂ ਸਖਤ ਵਾਰਨਿੰਗ ਦਿੱਤੀ ਹੈ ਕਿ ਤੂੰ ਝੂਠ ਬੋਲ ਰਹੀ ਆ ਔਰ ਇੱਕ 73 ਸਾਲ ਦੀ ਬਜ਼ੁਰਗ ਮਾਤਾ ਇੱਕ ਵਿਅਕਤੀ ਜਿਸ ਨੇ ਦੂਜੀ ਸ਼ਾਦੀ ਕਰਾਈ ਹੋਵੇ ਸ਼ਾਦੀ ਕਰਾਉਣ ਦਾ ਕਾਰਨ ਪਹਿਲੀ ਵਾਈਫ ਦੀ ਕੁਦਰਤੀ ਮੌਤ ਹੋ ਗਈ ਹੋਵੇ ਛੋਟਾ ਬੱਚਾ ਹੋਵੇ ਤਾਂ ਉਸ ਬੱਚੇ ਨੂੰ ਕਦੇ ਮਰੇ ਇਟਸ ਨਾਟ ਐਕਸੈਪਟੇਬਲ ਉਹ ਵੀ ਤੇਰੀ ਗੁਰਪ੍ਰੀਤ ਜਿਹੜੀ ਉਹ ਵੀ ਤੇਰੀ ਧੀ ਆ ਤੈਨੂੰ ਧੀ ਮੰਨਣਾ ਚਾਹੀਦਾ ਸੀਗਾ ਕਸੂਰ ਤੇਰੇ ਵਿੱਚ ਵੀ ਆ ਗੁਰਪ੍ਰੀਤ ਬੋਲੋ ਕੀ ਕਹਿਣਾ ਚਾਹੁੰਦੇ ਹੁਣ ਰਹਿੰਦੀ ਸੀ ਉੱਥੇ ਸਰ ਰਜਵੰਤ ਮੈਨ ਲਾਈ ਮੇਰੀ ਮਦਰ ਇਨ ਲਾਅ ਨੇ ਕਿਹਾ ਤੇਰੀ ਮੰਮੀ ਆ ਗਈ ਆ ਅਸੀਂ ਸਰ ਉੱਥੇ 20 ਖਰੇ 15 ਦਿਨ ਰਹੇ ਅਸੀਂ ਬੜਾ ਵਧੀਆ ਰਹਿੰਦੇ ਸੀਗੇ ਮੈਂ ਇਹਨਾਂ ਨੂੰ ਸਰ ਇੰਡੀਆ ਤੋਂ ਕਿਹਾ ਸੀ ਆਪਾਂ ਉਹਨਾਂ ਦੇ ਕੋਲ ਨਹੀਂ ਰਹਿਣਾ ਆਪਾਂ ਅਲੱਗ ਰਹਿਣਾ ਸਰ ਇਹਨਾਂ ਨੇ ਮੇਰੀ ਗੱਲ ਮੰਨੀ ਵੀ ਕਹਿੰਦੇ ਠੀਕ ਹੈ ਗੁਰਪ੍ਰੀਤ ਆਪਾਂ ਉਹਨਾਂ ਤੋਂ ਅਲੱਗ ਰਵਾਂਗੇ ਸਰ ਮੈਨੂੰ ਪਤਾ ਵੀ ਨਹੀਂ ਮੇਰੇ ਆਉਣ ਤੋਂ ਪਹਿਲਾਂ ਇਹਨਾਂ ਨੇ ਘਰ ਉਹਦੇ ਵੱਲ ਘਰ ਲੈ ਲਿਆ ਸੀ ਸੈਂਟਾਨਲ ਸਰ ਇਹ ਝੂਠ ਬੋਲਦੇ ਆ ਝੂਠ ਬੋਲਣ ਚ ਤਾਂ ਇਹ ਬਹੁਤ ਜ਼ਿਆਦਾ ਐਕਸਪਰਟ ਆ ਜੇ ਤੁਸੀਂ ਸੱਚ ਬੋਲਦੇ ਆ ਤੁਸੀਂ ਸੱਚ ਬੋਲੋ ਮੇਰੇ ਝੂਠ ਮੈਂ ਸੱਚ ਬੋਲਦੀ ਆ ਮੈਨੂੰ ਮੰਮੀ ਨੇ ਮਾਰਿਆ ਪੁਲਿਸ ਦੇ ਕੋਲ ਰਿਪੋਰਟ ਆ ਗਵਾਂਢਣ ਨੇ ਫੋਨ ਕੀਤਾ ਆ ਮੇਰੇ ਨਾਂ ਲੱਗੇ ਆ ਸਾਰਾ ਕੁਝ ਉਹਨਾਂ ਨੇ ਦੇਖਿਆ ਮੈਂ ਜੀ ਬਿਲਕੁਲ ਜੀ ਜੇ ਗੱਲ ਸੱਚ ਝੂਠ ਦੀ ਹੋਣ ਹੀ ਲੱਗੀ ਆ ਜੀ ਹਾਂਜੀ ਬੇਨਤੀ ਮੇਰੀ ਹੁਣ ਸੁਣੋ ਇਹ ਇੱਕ ਬੰਨੇ ਤਾਂ ਆਪਣੀ ਮਾਸੀ ਇੱਕ ਬੰਨੇ ਮਾਸੀ ਕਹਿ ਰਹੀ ਆ ਦੂਜੇ ਬੰਨੇ ਇਹਨੂੰ ਪੁੱਛੋ ਉਸੇ ਮਾਸੀ ਦੀ ਦੂਜੀ ਭੈਣ ਦੇ ਤੇ ਰਹਿ ਰਹੀ ਆ ਜਿੱਥੇ ਮੈਨੂੰ ਕਿਹੜਾ ਪਤਾ ਨਹੀਂ ਵੀ ਕੌਣ ਕਰ ਰਿਹਾ ਕੀ ਕਰ ਰਿਹਾ ਐਵੇਂ ਆਪਸੀ ਰੰਜਿਸ਼ਾਂ ਦੇ ਵਿੱਚ ਮੇਰੇ ਘਰ ਦਾ ਤਮਾਸ਼ਾ ਬਣਾਇਆ ਗਿਆ ਇਹ ਮੋਹਰਾ ਬਣ ਕੇ ਦਫਾ ਸਾਡੀ ਪੱਟ ਹੋ ਰਹੀ ਆ
ਦੁਖੀ ਮੈਂ ਹੋਇਆ, ਇਹਦਾ ਕੀ ਗਿਆ? ਸਰ ਜਿੰਨੀ ਬਦਨਾਮੀ ਇਹਦੀ ਹੁੰਦੀ ਆ ਓਨੀ ਮੇਰੀ ਹੋ ਰਹੀ ਆ, ਕਿਉਂਕਿ ਮੈਂ ਕਿਉਂ ਆਈ ਆ ਮੈਨੂੰ ਇੱਕਦਮ ਪਤਾ ਲੱਗਾ ਕਿ ਇਹਨੇ ਮੈਨੂੰ ਦੱਸੇ ਵੀ ਨਾ ਡਿਵੋਰਸ ਲੈ ਲਿਆ, ਮੈਨੂੰ ਦੱਸ ਕੇ ਡਿਵੋਰਸ ਲੈਣੇ ਜੋ ਕਰਾਉਣੀ ਇਹਦੀ ਉਹ ਮਾਸੀ ਕਰਾ ਰਹੀ ਆ, ਕਿਉਂਕਿ ਇਹਨਾਂ ਦੇ ਰਿਲੇਸ਼ਨ ਆ ਮਾਸੀ ਦੇ ਨਾਲ। ਜਦੋਂ ਸਰ ਇਹ ਵੀਕਐਂਡ ਤੇ ਆਉਂਦੇ ਹੁੰਦੇ ਸੀ, ਉਹਨਾਂ ਦਾ ਸਬਵੇ ਆ ਐਗਜ਼ਿਟ 507 ਸਬਵੇ ਲਵ ਟਰੱਕ ਸਟਾਪ ਦੇ ਨਾਲ, ਇਹ ਉੱਥੇ ਹੁੰਦੇ ਸੀ, ਉਹਨਾਂ ਕੋਲ ਹੀ ਜਾਂਦੇ ਸੀ। ਮੇਰੇ ਤੋਂ ਘਰ ਝੂਠ ਬੋਲ ਕੇ ਇਹ ਝੂਠ ਬੋਲਦੇ ਸੀ, ਗੁਰਪ੍ਰੀਤ ਮੈਂ ਕ੍ਰੈਡਿਟ ਕਾਰਡ ਤੇ ਪੈਸੇ ਪਾਉਣ ਚੱਲਣਾ ਆ, ਮੈਂ ਏਦਾਂ ਕਰਨ ਲੱਗਾ ਆ। ਸਰ ਮੈਨੂੰ ਨਾ ਕੁਝ ਪਤਾ ਹੋਣ ਦੇ ਬਾਵਜੂਦ ਇਹਨੇ ਮੈਨੂੰ ਮੂਰਖ ਇੰਨਾ ਜ਼ਿਆਦਾ ਬਣਾਇਆ, ਬਹੁਤ ਜ਼ਿਆਦਾ ਬਣਾਇਆ, ਮੈਨੂੰ ਬੇਵਕੂਫ ਬਣਾਉਂਦਾ ਰਿਹਾ। ਤੂੰ ਹੁਣ ਤਾਂ ਚਤਰ ਆ ਨਾ, ਹੁਣ ਤੂੰ ਚਤਰ ਰਿਹਾ ਫੇ, ਹੁਣ ਕਿਹੜੀ ਗੱਲ ਆ? ਹੁਣ ਕਾਹਦੇ ਟੱਪਣ ਨਹੀਂ ਉਹ? ਹੁਣ ਕੀ ਗੱਲ ਆ? ਤੂੰ ਹੁਣ ਮੈਨੂੰ ਆਣ ਕੇ ਕਹਿ ਰਹੀ ਆ ਵੀ ਆਪਾਂ ਜੇ ਤਾਂ ਬਾਸੀ ਸਾਹਿਬ ਦੇ ਆਣ ਕੇ ਕੋਈ ਨਾ ਕੋਈ ਆਪਣਾ ਪੈਚਅਪ ਆ ਜਾਂ ਕੁਛ ਆ, ਫੇਰ ਤਾਂ ਤੂੰ ਮੈਨੂੰ ਦੱਸ, ਨਹੀਂ ਤਾਂ ਆਪਾਂ ਕਾਹਦੇ ਬੈਂਸਣ ਡਏ ਆ? ਮੈਨੂੰ ਦੱਸ ਵਾਏ ਮੈਂ ਤੇਰੇ ਨਾਲ ਬੈਂਸ ਰਿਹਾ ਆ, ਮੈਂ ਆਪਣੀ એનર્ਜੀ ਵੇਸਟ ਕਰਾਂ, ਕਿਹੜੀ ਖੁਸ਼ੀ ਚ ਕਰਾਂ? ਮੈਨੂੰ ਦੱਸ। ਇਹ ਕਰਨਦੀਪ ਜੀ, ਆਪਣੇ ਕਰਨ ਲਾਸਟ ਸਵਾਲ ਹੈ ਆਪ ਜੀ ਨੂੰ ਕਿ ਇਹ ਜਿਹੜੇ ਦੋਸ਼ ਲਾ ਰਹੇ ਨੇ ਕਿ ਜਿਹੜੀ ਮਾਸੀ ਇੱਕ ਮਾਂ ਹੁੰਦੀ ਹੈ ਔਰ ਉਸਨੇ ਰਿਸ਼ਤਾ ਕਰਾਇਆ, ਉਹ ਚੰਗਾ ਸੋਚੋ ਮੇਰੀ ਉਹ ਸ਼ੀ ਇਜ਼ 53 ਈਅਰ 올ਡ, ਉਹਦਾ 22 ਸਾਲ ਦਾ, ਇਹ 27 ਸਾਲ ਦਾ ਮੁੰਡਾ ਆ ਜਿਹਦਾ ਇਹ ਕਹਿੰਦੀ ਆ। 27 ਸਾਲ ਦਾ ਮੁੰਡਾ, ਮੈਂ 33 ਸਾਲ ਦੀ ਨੂੰ ਛੱਡ ਕੇ 27 ਸਾਲ ਦੀ ਜਿਹਦਾ 27 ਸਾਲ ਦਾ ਮੁੰਡਾ, ਮੈਂ ਉਹਦੇ ਕੋਲ ਜਾਊਂਗਾ? ਮੈਨੂੰ ਦੱਸੋ ਤਾਂ। ਸਰ ਇਹਨਾਂ ਨੂੰ ਪੁੱਛੋ, ਜਿੱਦਣ ਸਾਡਾ ਵਿਆਹ ਹੋਇਆ ਇਹਨੇ ਮੈਨੂੰ ਇਹ ਗੱਲਾਂ ਕਹੀਆਂ ਕਿ ਨਹੀਂ ਕਹੀਆਂ? ਅੱਜ ਕਹਿੰਦਾ ਗੱਦਾ ਤੇਰੇ ਮਾਸੜ ਕੋ ਪਹੁੰਚ ਗਿਆ। ਸਰ ਮੈਂ ਕਹਿਣਾ ਨਹੀਂ ਸੀ ਚਾਹੁੰਦੀ, ਮੈਂ ਬਹੁਤ ਬੇਸ਼ਰਮ ਹੋ ਕੇ ਕਿਹਾ ਆ ਇਹ ਗੱਲ, ਮੈਂ ਚਾਹੁੰਦੀ ਨਹੀਂ ਸੀ ਮੈਂ ਏਦਾਂ ਕਵਾਂ। ਇਹ ਹਮੇਸ਼ਾ ਏਦਾਂ ਕਾਲ ਕਰਦੇ ਸੀ। ਉਹਨੂੰ ਰਾਜ ਕਿਉਂ ਕਹਿੰਦੇ ਸੀ? ਪੁੱਛੋ ਇਹਨਾਂ ਨੂੰ। ਇਹਨੂੰ ਤੇਰੀ ਮਾਸੀ ਨੂੰ ਮਾਸੀ ਕਿਹਾ ਜਾਂਦਾ ਆ, ਅੱਜ ਵੀ ਮੈਂ ਮਾਸੀ ਇਹਨਾਂ ਨੇ ਕਦੀ ਵੀ ਨਹੀਂ ਸੀ ਕਿਹਾ। ਅਸੀਂ ਕਹਿੰਦੇ ਸੀ ਮਾਸੀ ਕਿਉਂ, ਇਹ ਕਹਿੰਦੇ ਸੀ ਮੈਂ ਰਾਜਵੰਸ਼ ਜਾਂ ਰਾਜ ਕਹਿਣਾ ਆ। ਗੁਰਪ੍ਰੀਤ ਇਹਨਾਂ ਨੇ ਫਿਰ ਸਰ ਇਹ ਵੀ ਕਿਹਾ ਤੇਰਾ ਤੀਜਾ ਨੰਬਰ ਆ, ਪਹਿਲਾ ਨੰਬਰ ਮੇਰੀ ਵਾਈਫ ਜਿਹਦੀ ਡੈਥ ਹੋ ਗਈ ਰਾਜਵਿੰਦਰ, ਦੂਜਾ ਨੰਬਰ ਰਜਵੰਤ ਦਾ, ਤੀਜਾ ਨੰਬਰ ਕਹਿੰਦੇ ਤੇਰਾ ਆ। ਤੂੰ ਕਿਸੇ ਦਾ ਰਿਸ਼ਤਾ ਹੀ ਕਿਉਂ ਕਰਾਉਣਾ ਸੀ? ਤੂੰ ਉਹਦਾ ਤੁਸੀਂ ਰਿਸ਼ਤਾ ਹੀ ਕਿਉਂ ਲਿਆ? ਸਰ ਫਿਰ ਮੈਨੂੰ ਇੰਡੀਆ ਇਹ ਫੋਨ ਕਰਕੇ ਕਹਿੰਦੇ ਰਹੇ, ਮੈਂ ਤਾਂ ਕੈਲੀਫੋਰਨੀਆ ਹੀ ਹੈ ਨੀਗਾ। ਜਦੋਂ ਮੈਂ ਕਹਿੰਦੀ ਸੀ ਆਪਣੇ ਬੱਚਿਆਂ ਨੂੰ ਲੈ ਜਾਓ ਜੇ ਮੈਨੂੰ ਨਹੀਂ ਲੈ ਜਾਣਾ, ਉਹਨਾਂ ਦੀ ਕਿਉਂ ਲਾਈਫ ਖਰਾਬ ਕਰਦੇ ਆ? ਕਹਿੰਦਾ ਮੈਂ ਤਾਂ ਕੈਲੀਫੋਰਨੀਆ ਹੀ ਹੈ ਨਹੀਂ, ਮੈਂ ਤਾਂ ਉਹਦੇ ਕੋਲ ਹੈ ਹੀ ਨਹੀਂ। ਹੁਣ ਇਹਨਾਂ ਨੂੰ ਪੁੱਛੋ ਇਹ ਕਿੱਥੇ ਰਹਿੰਦੇ ਆ? ਮੈਨੂੰ ਦੱਸਣਾ ਤੈਨੂੰ ਜ਼ਰੂਰੀ ਨਹੀਂ ਹੈਗਾ। ਮੈਂ ਤੈਨੂੰ ਜਿੰਨੇ ਚਿਰ ਤੂੰ ਮੇਰੇ ਨਾਲ ਸੀਗੀ ਹਰ ਇੱਕ ਗੱਲ ਤੈਨੂੰ ਦੱਸ ਕੇ ਪੁੱਛ ਕੇ ਕਰਦਾ ਸੀ। ਸਰ ਮੈਨੂੰ ਛੱਡ ਕੇ ਆ ਕੇ ਜੂਨ ਵਿੱਚ ਮੈਨੂੰ ਛੱਡ ਕੇ ਆ ਕੇ ਪੂਰਾ 1 ਮਹੀਨਾ ਇਹਨੇ ਮੈਨੂੰ ਫੋਨ ਨਹੀਂ ਕੀਤਾ। ਜਿੱਦਣ ਮੇਰੀ ਬੇਟੀ ਨੇ ਜਨਮ ਲਿਆ ਉਸ ਦਿਨ ਇਹਨੇ ਫੋਨ ਮੈਨੂੰ ਕੀਤਾ। ਚਲੋ ਆਫਟਰ ਆਲ ਫੋਨ ਤਾਂ ਕੀਤਾ, ਉਹ ਵੀ ਮੇਰੇ ਫੋਨ ਤੇ ਨਹੀਂ ਕੀਤਾ। ਮੇਰੇ ਜੇਠ ਸਾਹਿਬ ਆਏ ਸੀਗੇ ਜਿੱਦਣ ਮੇਰੀ ਬੇਟੀ ਦਾ ਬਰਥ ਹੋਇਆ। ਤੋਂ ਐਨੀਵੇ ਹੋਲਡ ਔਨ ਬੋਥ ਪਾਰਟੀ ਪਲੀਜ਼ ਸਟਾਪ ਇਟ। ਗੁਰਪ੍ਰੀਤ ਐਟ ਲੀਸਟ ਕਿਹੜੇ ਫੋਨ ਤੋਂ ਕੀਤਾ, ਨਹੀਂ ਕੀਤਾ? ਕਈ ਵਾਰ ਫੋਨ ਕੰਮ ਨਹੀਂ ਕਰ ਦਿੰਦਾ, ਫੋਨ ਵਿੱਚ ਬੈਟਰੀ ਹੁੰਦੀ, ਪੈਸੇ ਨਹੀਂ ਹੁੰਦੇ ਲੌਂਗ ਡਿਸਟੈਂਸ ਲਈ। ਫੋਨ ਤਾਂ ਕੀਤਾ ਤਾਂ ਹੈਗਾ, ਧੀ ਜੰਮੀ ਤੇ ਫੋਨ ਤਾਂ ਕੀਤਾ ਨਾ ਪਏ ਨੇ, ਇਹ ਤਾਂ ਮੰਨਦੀ ਹੈ ਨਾ ਕੀਤਾ ਆ? ਸਰ ਮੈਨੂੰ ਨਹੀਂ ਕੀਤਾ, ਮੇਰੇ ਜੇਠ ਸਾਹਿਬ ਨੂੰ ਕੀਤਾ, ਉਹਨਾਂ ਨੇ ਮੇਰੀ ਗੱਲ ਕਰਾਈ। ਮੈਨੂੰ ਤਾਂ 1 ਮਹੀਨਾ ਇਹਨਾਂ ਨੇ ਫੋਨ ਹੀ ਨਹੀਂ ਕੀਤਾ। ਅੱਛਾ ਐਨੀਵੇ ਤੁਹਾਡੇ ਤੇ ਆਪਣੇ ਸਰ ਇੱਥੇ ਤਾਂ ਡਿਵੋਰਸ ਦੇ ਕੇ ਮੈਨੂੰ ਲੈ ਕੇ ਗਿਆ ਇੰਡੀਆ। ਆਈ ਸੀ ਆਪਣੇ ਕਰਨਦੀਪ, ਇਹਨਾਂ ਦਾ ਇੱਕ ਸ਼ਿਕਵਾ ਦੂਰ ਕਰ ਦੋ ਕਿ ਮਾਸੀ ਬਾਰੇ ਕਿ ਤੁਸੀਂ ਇਕੱਠੇ ਇੱਕੋ ਥਾਲੀ ਵਿੱਚ ਕਹਿੰਦੀ ਕਿ ਘਰ ਬੈਠ ਕੇ ਖਾਣਾ ਖਾਂਦੇ ਸੀ, ਜਿਹੜਾ ਕਿ ਮੈਨੂੰ ਸਰ ਮੇਰੇ ਸਾਹਮਣੇ ਇੱਕੋ ਥਾਲੀ 'ਚ ਖਾਂਦੇ ਸੀ। ਜੇ ਮੈਂ ਰੋਟੀ ਫੜਾਉਣ ਆਉਂਦੀ ਸੀ ਤਾਂ ਕਹਿ ਦਿੰਦੀ ਸੀ ਅੱਧੀ ਰੋਟੀ ਹੈਗੀ, ਕਰਨ ਨੇ ਮੇਰੇ ਤੋਂ ਲੈ ਲੈਣੀ ਆ। ਸਰ ਜੋ ਵੀ ਕੀਤਾ ਮੇਰੀ ਮਾਸੀ ਨੇ ਹੀ ਕੀਤਾ। ਉਹ ਤੁਸੀਂ ਦੱਸੋ ਉਹਦੇ ਦਿਮਾਗ ਦੇ ਵਿੱਚ ਉਹ ਇੱਕੋ ਥਾਲੀ ਕੁਝ ਵੀ ਕਹੀ ਜਾਵੇ, ਉਹ ਮੇਰੀ ਮਾਂ ਨੂੰ ਪੁੱਟਣ ਨੂੰ ਕਹੀ ਜਾਂਦੀ ਆ। ਜਿਹਨੇ ਕੋਈ ਮੈਟਰ ਬਣਾਉਣਾ ਉਹ ਬਣਾਈ ਜਾਵੇ, ਜਿਹਨੂੰ ਮਾਸੀ ਦਾ ਨਹੀਂ ਹੈਗਾ, ਜਿਹਨੂੰ 2 ਮਾਂ 2 ਸਰ ਜਿੱਦਣ ਇਹ ਮੈਨੂੰ ਛੱਡ ਕੇ ਆਏ ਆ ਇੰਡੀਆ। ਚਲੋ ਜੀ ਔਜਲਾ ਸਾਹਿਬ, ਅਸੀਂ ਇਸ ਗੱਲ ਤੇ ਵੀ ਤੁਹਾਡੇ ਨਾਲ ਅਸੀਂ ਐਗਰੀ ਵੀ ਨਹੀਂ ਕਰਦੇ, ਅਸੀਂ ਡਿਸਐਗਰੀ ਨਹੀਂ ਕਰਦੇ। ਤੁਹਾਡਾ ਮਸਲਾ ਸੀ, ਤੁਹਾਨੂੰ ਜ਼ਿਆਦਾ ਪਤਾ ਹੋਊਗਾ। ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਮਾਤਾ ਜੀ ਤੇ ਵੀ ਇਹਨਾਂ ਨੇ ਗਲਤ ਐਲੀਗੇਸ਼ਨ ਲਾਏ ਨੇ, ਮਾਸੀ ਜੀ ਤੇ ਵੀ ਲਾਏ ਨੇ, ਬਟ ਗੁਰਪ੍ਰੀਤ ਜੀ ਇੱਥੋਂ ਤੱਕ ਵੀ ਕਹਿ ਰਹੇ ਨੇ ਕਿ ਜਿਹੜਾ ਤੁਸੀਂ ਡਿਵੋਰਸ ਦੇ ਪੇਪਰ ਸਾਈਨ ਕਰਵਾਏ ਨੇ ਇਹਨਾਂ ਤੋਂ, ਤੁਸੀਂ ਉਹ ਧੋਖੇ ਨਾਲ ਕਰਵਾਏ ਨੇ, ਇਹਨਾਂ ਤੋਂ ਦੱਸ ਕੇ ਨਹੀਂ ਕਰਵਾਏ। ਉਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਜੀ? ਇਹਨੇ ਮਾਸੀ ਦੇ ਐਡਰੈਸ ਤੇ ਭੇਜੇ ਆ। ਤੁਸੀਂ ਤੁਹਾਨੂੰ ਸਰ ਮੈਂ ਪੇਪਰ ਭੇਜੇ, ਤੁਸੀਂ ਦੇਖੋ। ਇਹਨੇ ਮਾਸੀ ਦੇ ਐਡਰੈਸ ਤੇ ਪੇਪਰ ਭੇਜੇ ਆ ਆਲਰੇਡੀ, ਮੈਨੂੰ ਤਾਂ ਪੇਪਰ ਹੀ ਨਹੀਂ ਮਿਲੇ। ਓਕੇ ਗੁਰਪ੍ਰੀਤ ਬਸ ਸਟਾਪ, ਬੰਦ ਕਰੋ ਆਪਣੀ ਆਵਾਜ਼ ਨੂੰ। ਮੈਂ ਕਰਨ ਆਪਣੇ ਔਜਲਾ ਸਾਹਿਬ ਕੁਝ ਕਹਿਣਾ ਚਾਹੁੰਦੇ ਨੇ ਜੀ। ਔਜਲਾ ਸਾਹਿਬ ਬੋਲੋ ਜੀ। ਕੀ ਕੰਮਾ ਜੀ? ਮੈਂ ਤਾਂ ਤੁਹਾਨੂੰ ਦੱਸਿਆ ਵੀ ਜਿਹੜੀ ਮਾਸੀ 2 ਮਾਮਾ ਲੱਗਦੀਆਂ, ਜਿਹਨੇ ਇਹਨੂੰ ਧੀ ਬਣਾ ਕੇ ਅਮਰੀਕਾ ਸੱਦ ਦਿੱਤਾ, ਜਿਹੜੀ ਉਹਨੂੰ ਨਹੀਂ ਬਖਸ਼ਣ ਰਹੀ, ਦੂਜੀ ਉਹਦੀ ਭੈਣ ਦੇ ਰਹਿ ਰਹੀ ਆ, ਉਸੇ ਭੈਣ ਦੇ ਉਹਦੇ ਜੀਜੇ ਕੋਲੇ ਰਹਿ ਰਹੀ ਆ, ਜਿਨ੍ਹਾਂ ਦੇ ਕੋਲ ਸਾਰਾ ਕੁਝ ਕਰਕੇ ਜਿਹਨਾਂ ਨੂੰ ਸੱਦਿਆ, ਜਿਹਨੇ ਜਾ ਕੇ ਇੱਥੋਂ ਤੁਸੀਂ ਦੱਸੋ ਆਪਾਂ ਕਿਸੇ ਦੇ ਵਿਆਹ ਤੇ ਜਾ ਕੇ ਕਿੰਨੇ ਕੁ ਦਿਨ ਆਪਾਂ ਜਾ ਕੇ ਅਰੇਂਜ ਕਰਕੇ ਰਹਿੰਦੇ ਆ। ਉਹਨੇ ਮੈਨੂੰ ਇੱਥੋਂ ਲਿਜਾ ਕੇ ਇੱਥੋਂ ਮੈਂ ਪਹਿਲਾਂ ਗਿਆ
ਉਹ ਇਹਦੇ ਵਿਆਹ ਤੇ ਜਾ ਕੇ ਸਾਰੀਆਂ ਅਰੇਂਜਮੈਂਟਾਂ ਕਰਕੇ ਸਾਰਾ ਕੁਝ ਕਰਕੇ ਵਿਆਹ ਕਰਕੇ ਜਿਹਨੇ ਨੂੰ ਧੀ ਬਣਾ ਕੇ ਅਮਰੀਕਾ ਲੈ ਆਂਦਾ, ਉਹ ਹੁਣ ਅੱਜ ਉਹਨੂੰ ਹੀ ਮੇਰੇ ਨਾਲ ਸਰ ਵਿਆਹ ਦੇ ਵਿੱਚ ਇਹਦੇ ਘਰ ਰਹੀ ਆ, ਉਹ ਸਾਡੇ ਘਰ ਨਹੀਂ ਰਹੀ ਹੈਗੀ, ਇਹਦੇ ਨਾਲ ਹੀ ਆਈ ਆ, ਇਹਨਾਂ ਦੇ ਘਰ ਰਹੀ ਆ। ਇੰਡੀਆ ਤੋਂ ਆਉਂਦਾ ਬੰਦਾ ਘੱਟੋ ਘੱਟ 2 4 6 ਮਹੀਨੇ ਦਾ ਦੇਖਦਾ ਨਾ ਵੀ ਮੈਂ ਇੱਥੇ ਦੇ ਰੰਗ ਢੰਗ ਹਾਲ ਚਾਲ ਦੇਖ ਕੇ ਮੈਨੂੰ ਸਮਝ ਆਊ। ਇਹ ਮੈਨੂੰ ਦੂਏ ਹਫ਼ਤੇ ਪੁਲਿਸ ਕੋਲ ਲੈ ਗਈ। ਮੈਨੂੰ ਦੱਸੋ ਤੁਸੀਂ ਮੇਰੀ ਕੀ ਜ਼ਿੰਦਗੀ ਹੋਊਗੀ ਜਦੋਂ। ਜੀ ਬਿਲਕੁਲ ਔਜਲਾ ਸਾਹਿਬ, ਤੁਹਾਡੀ ਗੱਲ ਨਾਲ ਅਸੀਂ ਇਹਦੇ ਨਾਲ ਵੀ ਕਿਤੇ ਨਾ ਕਿਤੇ ਐਗਰੀ ਕਰਦੇ ਹਾਂ ਕਿ ਤੁਸੀਂ ਕਹਿ ਰਹੇ ਹੋ ਕਿ ਮਾਸੀ ਤੇ ਵੀ ਇਹਨਾਂ ਨੇ ਗਲਤ ਇਲਜ਼ਾਮ, ਤੁਹਾਡੇ ਜਿਹੜੇ ਸਤਿਕਾਰਯੋਗ ਮਾਸੀ ਜੀ ਨੇ ਉਹਨਾਂ ਤੇ ਗਲਤ ਐਲੀਗੇਸ਼ਨ ਲਾਏ ਨੇ। ਪਰ ਹੁਣ ਤੁਸੀਂ ਕਹਿ ਰਹੇ ਹੋ ਸਿੱਧੂ ਸਾਹਿਬ ਮਾਸੀ ਇਹਨਾਂ ਨੇ ਨਹੀਂ, ਮਾਸੀ ਜਿਹੜੀ ਹੈ ਇਹਨਾਂ ਨੇ ਮਾਸੀ ਗੁਰਪ੍ਰੀਤ ਦੀ ਹੈ, ਗੁਰਪ੍ਰੀਤ ਦੀ ਮਾਸੀ ਹੈ। ਗੁਰਪ੍ਰੀਤ ਤੇ ਜਿਹੜੀ ਮਾਸੀ ਹੁੰਦੀ ਹੈ ਉਹ ਮਾਂ ਹੁੰਦੀ ਹੈ। ਤੂੰ ਆਪਣੀ ਮਾਂ ਤੇ ਸਮਝ ਦੋਸ਼ ਵਾਲੇ ਮਾਸੀ ਲਾਤੇ, ਦੋਸ਼ ਇਹ ਇੱਕ ਕਿਸਮ ਦੇ ਮਾਸੀ ਤੇ ਮਾਂ ਇੱਕ ਤੇ ਲਾਏ ਆ ਇਹ। ਮਾਸੀ ਕਿਉਂ ਕਹਿੰਦੀ ਸੀਗੀ ਵੀ ਮੈਂ ਕਰਨ ਮੇਰਾ ਆ, ਕਰਨ ਨੇ ਮੇਰੇ ਕੋਲ ਰਹਿਣਾ ਆ, ਕਰਨ ਨੇ ਮੇਰੇ ਘਰ ਵਿੱਚ ਰਹਿਣਾ ਆ, ਤੂੰ ਰਹਿ ਚਾਹੇ ਨਾ ਰਹਿ। ਸਰ ਇਹਨਾਂ ਨੇ ਇੰਨਾ ਕਿਉਂ ਕਹਿੰਦੀ ਸੀ? ਫਿਰ ਇਹਨਾਂ ਨੂੰ ਇਹ ਪੁੱਛੋ, ਇਹ ਮਾਸੀ ਨੂੰ ਲੈ ਕੇ ਅੱਧੀ ਰਾਤ ਤੱਕ ਆਉਂਦੇ ਸੀ, ਇੱਕ ਬੈੱਡ ਤੇ ਇਹ ਸੌਂਦੇ ਸੀਗੇ, ਇੱਕ ਥਾਲੀ 'ਚ ਇਹ ਖਾਂਦੇ ਸੀਗੇ। ਮੈਂ ਸਰ ਝੂਠ ਬੋਲਦੀ? ਝੂਠ ਹੁਣ ਇਹ ਬੋਲ ਰਹੇ ਆ। ਸਰ ਡਿਵੋਰਸ ਦੇ ਪੇਪਰ ਜਿਹੜੇ ਮਾਸੀ ਦੇ ਐਡਰੈਸ ਤੇ ਆਇਆ, ਇਹਨਾਂ ਨੂੰ ਪੁੱਛੋ। ਮਿਸਟਰ ਸਿੱਧੂ ਪਲੀਜ਼ ਫਾਰਵਰਡ ਕਰੋ। ਹਾਂਜੀ ਆਪਣੇ ਇਹ ਕਹਿੰਦੇ ਕਿ ਲਾਸਟ ਦੋਸ਼ ਆਪਣੇ ਗੁਰਪ੍ਰੀਤ ਜੋ ਤੁਸੀਂ ਦੋਸ਼ ਲਾ ਰਹੇ ਹੋ ਔਰ ਇੰਨੇ ਸੱਚ ਦੇ ਲਾਗੇ ਹੋ ਗੱਲ ਕਰੋ। ਸਰ ਮੈਂ ਸੱਚ ਲੈ ਲਈ। ਰਾਜਵੰਤ ਨੂੰ ਕਾਲ ਤੇ ਲੈ ਕੇ ਆਓ ਸਰ, ਲੈਣ ਤੇ ਲੈ ਕੇ ਆਓ। ਹੋਲਡ ਔਨ ਤੁਸੀਂ ਕਿਵੇਂ ਕਹਿ ਸਕਦੇ ਆ ਕਿ ਤੁਹਾਡੇ ਘਰ ਵਾਲਾ ਤੇ ਤੁਹਾਡੀ ਮਾਸੀ ਜਿਹੜੀ ਆ ਇੱਕ ਹੈਗਾ ਬੈਂਡ ਦੇ, ਸਾਰੀ ਦੁਨੀਆ ਤੇਰੇ ਲਈ ਨਹੀਂ ਵੇਲੀ ਇੱਥੇ। ਆਈ ਸੀ ਆਪਣੇ ਕਰਨ ਦੀ। ਪਰ ਤੁਸੀਂ ਇਹ ਦੋਸ਼ ਇੱਕ ਬਹੁਤ ਵੱਡਾ ਲਾਤਾ ਕਿ ਇੱਕ ਬੈੱਡ ਤੇ ਤੁਸੀਂ ਆਰਾਮ ਫਰਮਾਉਂਦੇ ਸੀ, ਕਿ ਬੈਠਦੇ ਸੀਗੇ। ਬੈੱਡ ਤੇ ਬੈਠਣਾ ਇੱਕ ਮਾਮੂਲੀ ਗੱਲ ਹੈ ਕਿ ਤੁਸੀਂ ਬੈੱਡ ਤੇ ਬੈਠ ਸਕਦੇ ਹੋ ਇਕੱਠੇ, ਨੋ ਪ੍ਰੋਬਲਮ। ਗੁਰਪ੍ਰੀਤ ਤੇ ਬੈਠਣਾ ਕੋਈ ਮਾੜੀ ਗੱਲ ਨਹੀਂ। ਬੈੱਡ ਤੇ ਕੋਈ ਇੱਕ ਜਗ੍ਹਾ ਤੁਸੀਂ ਬੈੱਡ ਤੇ ਆਮ ਪਿੰਡਾਂ ਦੇ ਵਿੱਚ ਬੈਠਦੇ ਆ। ਇਹ ਰਾਜਵੰਤ ਆ ਸੂਟ ਪਾ, ਰਾਜਵੰਤ ਤੂੰ ਬਿੰਦੀ ਲਾ, ਤੂੰ ਏਦਾਂ ਕਰ। ਸਰ ਏਦਾਂ ਥੋੜਾ ਨਾ ਕੋਈ ਹਸਬੈਂਡ ਕਹਿੰਦਾ ਆ। ਸਿਰਫ ਆਪਣੀ ਵਾਈਫ ਨੂੰ ਘਰ ਛੱਡ ਕੇ ਇਹ ਚੋਰੀ ਉਹਦੇ ਘਰ ਜਾਂਦੇ ਸੀਗੇ, ਇਹ ਸਭ ਵੇ ਤੇ ਉਹਦੇ ਚੋਰੀ ਜਾਂਦੇ ਸੀਗੇ। ਸਰ ਕੋਈ ਕਿਸੇ ਲਈ ਏਦਾਂ ਥੋੜਾ ਕਰਦਾ। ਆਪਣੇ ਹਸਬੈਂਡ ਨੂੰ ਤਾਂ ਉਹਨੇ ਡਿਵੋਰਸ ਦਿੱਤਾ ਆ। ਇਹ ਕਹਿੰਦੇ ਮੈਂ ਉਹਦੇ ਨਾਲ ਰਹਿਣਾ, ਮੈਂ ਉਹੀ ਮੇਰੀ ਫੈਮਿਲੀ ਆ, ਮੈਂ ਉਹਦੇ ਨਾਲ ਰਹਿਣਾ। ਜਿੱਦਣ ਇੰਡੀਆ ਤੋਂ ਆਇਆ ਹੈ ਮੈਨੂੰ ਇਹ ਗੱਲ ਕਹਿ ਕੇ ਆਏ ਆ 2018 ਵਿੱਚ। 7 ਦਿਨੀ ਦਾ ਮੁੜਦੇ ਆ ਬੰਦੇ ਟਰੱਕ ਡਰਾਈਵਰ। ਜੇ ਕਿ ਸਬਵੇ ਵੀ ਆ, ਉਹ ਇੱਕ ਪਬਲਿਕ ਪਲੇਸ ਆ, ਉੱਥੇ ਜਾ ਕੇ ਕੋਈ ਡਾਂਸ ਮੁਜਰੇ ਨਹੀਂ ਹੁੰਦੇ। ਪਹਿਲਾਂ ਤਾਂ ਤੁਸੀਂ ਤਾਂ ਵੀਕਐਂਡ ਤੇ ਵੀ ਉੱਥੇ ਜਾਂਦੇ ਸੀ, ਵੀਕਐਂਡ ਤੇ ਵੀ ਉੱਥੇ ਜਾਂਦੇ ਸੀ, ਝੂਠ ਬੋਲ ਜਾਂਦੇ ਸੀ। ਗਰੋਸਰੀ ਸਾਰੀ ਤੁਸੀਂ ਲੈ ਕੇ ਉਹਦੇ ਘਰ ਜਾਂਦੇ ਸੀ। ਸਰ ਜੋ ਵੀ ਹੋਇਆ, ਮੇਰਾ ਹਸਬੈਂਡ ਮੇਰੇ ਨਾਲ ਖੜੇ ਹੁੰਦੇ, ਮੇਰਾ ਘਰ ਨਹੀਂ ਸੀ ਉੱਜੜਨਾ। ਇਹਨਾਂ ਨੇ ਖੁਦ ਕਿਹਾ, ਜਿਹੜੇ ਮੁੰਡੇ ਨਾਲ ਇਹ ਕੰਮ ਕਰਦਾ, ਕਮਲਜੀਤ ਦੇ ਨਾਲ ਇਹ ਕੰਮ ਕਰਦੇ ਸੀ, ਇਹਨਾਂ ਨੇ ਮੈਨੂੰ ਦੱਸਿਆ ਮੇਰੇ ਹਸਬੈਂਡ ਨੂੰ ਵੀ ਕਮਲਜੀਤ ਕਹਿੰਦਾ ਤੁਸੀਂ ਇੱਥੋਂ ਮੂਵ ਹੋ ਜਾਓ, ਤੁਹਾਡਾ ਘਰ ਬਸ ਜਾਊਗਾ। ਸਰ ਇਹਨਾਂ ਨੂੰ ਮੂਵ ਹੋਣ ਨੂੰ ਬਹੁਤਿਆਂ ਨੇ ਕਿਹਾ। ਇਹਨਾਂ ਨੇ ਇਹ ਕਿਹਾ ਮੈਂ ਰਾਜਵੰਤ ਨੂੰ ਨਹੀਂ ਛੱਡਣਾ, ਮੈਂ ਇੱਥੋਂ ਮੂਵ ਨਹੀਂ ਹੋਣਾ। ਆਈ ਸੀ ਜਾਂ ਤੂੰ ਉੱਥੇ ਨਹੀਂ ਸੀ ਪੁਲਿਸ ਮੇਰੇ ਤੇ ਲਿਆਉਣ ਵਾਲੀ, ਪੀਏ ਦਾ ਕਿਹੜਾ ਤੂੰ ਹਟਣਾ ਸੀ? ਜਿਹੜੇ ਲੋਡ ਆਈ ਦੀ ਗੱਲ ਕਰਦੀ ਆ, ਸੁਣੋ ਬੇਨਤੀ, ਜਿੱਥੇ ਮੈਂ ਲੋਡ ਆਈ ਦਾ ਇਹ ਰੁੱਸ ਕੇ ਤਾਂ ਉੱਥੇ ਮੇਰੇ ਫਰੈਂਡ ਦੇ ਘਰੇ ਤੇ ਚਲ ਜਾਂਦੀ ਸੀਗੀ। ਗੁਰਪ੍ਰੀਤ ਤੁਸੀਂ ਜਿਹੜੇ ਗੁਰਪ੍ਰੀਤ ਜਦੋਂ ਅਸੀਂ ਲੋੜਾਈ ਰਹੇ ਆ, ਉਸ ਤੋਂ ਬਾਅਦ ਅਸੀਂ ਸੈਂਟਾਨੈਲਾ ਆਏ ਆ, ਸਾਡੀ ਲੜਾਈ ਹੋਈ ਆ। ਸਰ ਮੈਂ ਕਾਲ ਕੀਤੀ ਉਹਦੀ ਵਾਈਫ ਨੂੰ, ਸਰ ਮੈਂ ਉਹਦੀ ਵਾਈਫ ਨੂੰ ਕਾਲ ਕੀਤੀ, ਮੈਂ ਗਈ ਆ। ਇਹ ਮੇਰੇ ਮਗਰ ਭੱਜੇ ਆਏ ਆ ਵੀ ਗੁਰਪ੍ਰੀਤ ਤੂੰ ਘਰ ਚੱਲ, ਏਦਾਂ ਚੰਗਾ ਨਹੀਂ ਲੱਗਦਾ। ਸਰ ਸਾਡਾ ਕੰਪਰੋਮਾਈਜ਼ ਹੋਇਆ, ਇਹਦੇ ਫਰੈਂਡ ਨੇ ਕਰਵਾਇਆ, ਸਾਡਾ ਕੰਪਰੋਮਾਈਜ਼ ਹੋਇਆ। ਮੈਂ ਘਰ ਵਾਪਸ ਆਈ ਆ। ਸਰ ਫੇਰ ਨਹੀਂ ਸੀ ਲੜਾਈ ਹੋਣੋਂ ਹਟਦੀ। ਮੈਨੂੰ ਹੁਣ ਜਦੋਂ ਇੰਡੀਆ ਛੱਡ ਕੇ ਆਏ, ਮੈਨੂੰ ਕਹਿੰਦੇ ਮੈਨੂੰ ਤੇਰੇ ਨਾਲ ਪਿਆਰ ਕੋਈ ਨਹੀਂ ਸੀ, ਮੈਂ ਤੈਨੂੰ ਇਸੇ ਲਈ ਲੈਣ ਗਿਆ ਸੀਗਾ ਕਿ ਮੈਂ ਸਿਟੀਜ਼ਨ ਹੋ ਜਾਵਾਂ, ਤੂੰ ਮੇਰੀ ਸਿਟੀਜ਼ਨ ਨਾ ਰੋਕ ਦੇਵੇਂ। ਜਦ ਕਿ ਸਰ ਮੈਨੂੰ ਏਦਾਂ ਦਾ ਕੁਝ ਨਹੀਂ ਸੀ ਪਤਾ ਕਿ ਮੈਂ ਇਹਦੀ ਸਿਟੀਜ਼ਨ ਰੋਕ ਸਕਦੀ ਆ ਜਾਂ ਨਹੀਂ। ਪਰ ਗੁਰਪ੍ਰੀਤ ਜੇ ਇਹਨਾਂ ਨੂੰ ਇੰਨਾ ਸ਼ੱਕ ਹੁੰਦਾ ਆਪਣੇ ਕਰਨਦੀਪ ਔਜਲਾ ਸਾਹਿਬ ਨੂੰ, ਤਾਂ ਇਹਨੇ ਤੇਰੇ ਨਾਲ ਵਿਆਹ ਕਰਨਾ ਹੀ ਨਹੀਂ ਸੀਗਾ। ਸਰ ਮੈਂ ਇਹਨਾਂ ਵਿਆਹ ਨਹੀਂ ਸੀ ਕਰਨਾ, ਮੈਨੂੰ ਪ੍ਰੈਗਨੈਂਟ ਕੀਤਾ, ਮੈਂ ਉੱਥੇ ਇਹਦੇ ਬੱਚੇ ਨੂੰ ਜਨਮ ਦਿੱਤਾ। ਇੱਥੇ ਆ ਕੇ ਮੈਨੂੰ ਇਹਨੇ ਫੇਰ ਯੂਜ਼ ਕੀਤਾ, ਮੈਨੂੰ ਪ੍ਰੈਗਨੈਂਟ ਕੀਤਾ। ਫਿਰ ਸਰ ਜੇ ਸੱਚਾ ਸੀ, ਮੈਨੂੰ ਇੰਡੀਆ ਕਿਉਂ ਛੱਡ ਕੇ ਆਇਆ? ਮੈਨੂੰ ਇੰਡੀਆ ਕਿਉਂ ਲੈ ਕੇ ਗਿਆ? ਅੱਛਾ ਇੱਕ ਮਿੰਟ, ਹੋਲਡ ਬੋਥ ਪਾਰਟੀ ਸਟਾਪ ਇਟ। ਆਪਣੇ ਮਿਸਟਰ ਔਜਲਾ ਐਂਡ ਗੁਰਪ੍ਰੀਤ, ਮੇਰਾ ਲਾਸਟ ਕੁਐਸਚਨ ਹੈ। ਗੁਰਪ੍ਰੀਤ ਟੈਲ ਮੀ, ਜਿਹੜੀ ਤੁਹਾਡੀ ਮਾਸੀ ਆ ਰਾਜਵੰਤ ਕੌਰ ਢਿੱਲੋਂ, ਇਹ ਤੁਹਾਡੀ ਮਾਸੀ ਆ, ਤੁਹਾਡੇ ਰਿਸ਼ਤੇ ਦੀ ਮਾਸੀ ਹੈ, ਨਾ ਕਿ ਇਹ ਮਾਸੀ ਆਪਣੇ ਕਰਨਦੀਪ ਦੀ ਆ। ਇਹ ਰਾਈਟ ਹੈ ਨਾ? ਠੀਕ ਹੈ ਜੋ ਮੈਂ ਕਹਿ ਰਿਹਾ? ਓਕੇ ਹੋਲਡ ਔਨ। ਜਿਹੜੀ ਰਾਜਵੰਤ ਢਿੱਲੋਂ ਇਹ ਕਿੰਨੇ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਹੀ ਹੈ? ਸੌਰੀ ਅਮਰੀਕਾ ਵਿੱਚ ਕਿੰਨਾ ਸਮਾਂ ਹੋ ਗਿਆ? ਸਰ 30-35 ਸਾਲ ਹੋ ਗਏ। ਅੱਛਾ 30-35 ਸਾਲ ਹੋ ਗਏ ਨੇ। ਤੇ ਜੇ ਕਰਨਦੀਪ ਔਜਲਾ ਜੀ ਦੇ ਸਬੰਧ ਰਿਲੇਸ਼ਨ ਤੇ ਤੁਹਾਡੇ ਮੁਤਾਬਕ ਜੋ ਤੁਸੀਂ ਕਹਿ ਰਹੇ ਹੋ, ਦੋਸ਼ ਲਾ ਰਹੇ ਹੋ, ਜੇ ਹੁੰਦੇ ਤਾਂ ਉਹਨਾਂ ਨੇ ਤੇਰੇ ਨਾਲ ਵਿਆਹ ਕਰਨਾ ਹੀ ਨਹੀਂ ਸੀਗਾ।
ਸਰ ਮੈਂ ਉਹੀ ਤਾਂ ਕਹਿੰਦੀ, ਮੇਰੀ ਕਿਉਂ ਲਾਈਫ ਖਰਾਬ ਕੀਤੀ? ਜੇ ਉਹਨੇ ਆਪਣੇ ਲਈ ਰੱਖਣਾ ਸੀ, ਉਹ ਜੋ ਕਹਿੰਦੀ ਇਹ ਉਹੋ ਹੀ ਕਰਦੇ ਸੀ। ਮੇਰੀ ਲਾਈਫ ਮੇਰੇ ਜੇ ਉਹਨਾਂ ਰਿਲੇਸ਼ਨ ਦੇ ਉਹਨੇ ਵਿਆਹ ਹੋਣੇ ਨਹੀਂ ਸੀ ਦੇਣਾ, ਉਹਨੇ ਵਿਆਹ ਕਰਨਾ ਹੀ ਨਹੀਂ ਸੀ ਤੇਰੇ ਨਾਲ ਬੇਟਾ। ਪਰ ਉਹਨਾਂ ਨੇ ਵਿਆਹ ਇਸੇ ਲਈ ਕੀਤਾ ਕਿ ਅਸੀਂ ਸਾਂਝੀ ਥਾਲੀ 'ਚ ਖੀਰ ਖਾਵਾਂਗੇ। ਗੁਰਪ੍ਰੀਤ ਵੀ ਯੂਜ਼ ਕਰੀ ਜਾਊਗੀ, ਮੈਂ ਵੀ ਯੂਜ਼ ਕਰੀ ਜਾਊਂਗੀ। ਜਦੋਂ ਇੰਡੀਆ ਜਾ ਕੇ ਆਇਆ ਮੈਨੂੰ ਜਾ ਕੇ ਆਇਆ ਘਰ ਇਹਦੇ ਨਾਲ, ਸਰ ਪੁੱਛੋ ਘਰ ਇਹਦੇ ਨਾਲ ਕਿਉਂ ਟ੍ਰਾਂਸਫਰ ਕਰਾਇਆ ਪੇਪਰ ਜੀ ਮੇਰੇ। ਔਜਲਾ ਸਾਹਿਬ, ਪਰ ਮੇਰੀ ਇੱਕ ਗੱਲ ਦਾ ਜ਼ਰੂਰ ਮੈਂ ਤੁਹਾਡੇ ਤੋਂ ਜਵਾਬ ਚਾਹੂੰਗਾ। ਤੁਹਾਡੇ ਵੀ ਮਾਂ ਭੈਣ ਧੀ ਸਾਰਾ ਕੁਝ ਹੈ ਜੀ, ਤੁਹਾਡੇ ਇੱਕ ਤੁਹਾਡੀ ਜਿਹੜੀ ਵਾਈਫ ਸੀਗੀ ਉਹ ਚਲੋ ਟ੍ਰੈਜਡੀ ਹੋ ਗਈ, ਪਰ ਤੁਸੀਂ ਇੱਕ ਗੱਲ ਦਾ ਜਵਾਬ ਦਿਓਗੇ, 2 ਧੀਆਂ ਦੀ ਮਾਂ ਸ਼ਰੇਆਮ ਪਬਲਿਕ ਚ ਆ ਕੇ ਇੰਨੇ ਐਲੀਗੇਸ਼ਨ, ਤੁਹਾਡੇ ਮੁਤਾਬਕ ਐਲੀਗੇਸ਼ਨ ਨੇ, ਉਹ ਕਹਿ ਰਹੇ ਨੇ ਅਸੀਂ ਸੱਚ ਬੋਲ ਰਹੀ ਹਾਂ, ਮੈਂ ਤਾਂ ਗੁਰਪ੍ਰੀਤ ਕਹਿ ਰਹੀ ਹਾਂ, ਪਰ ਉਹਨਾਂ ਨੂੰ ਫਿਰ ਕੀ ਲੋੜ ਸੀ? ਜੇ ਤੁਹਾਡਾ ਇੰਨਾ ਤੁਸੀਂ ਮੋਹ ਮੁਹੱਬਤ ਨਾਲ ਰਹਿ ਰਹੇ ਸੀ, ਕੋਈ ਤਾਂ ਤੁਹਾਡੇ ਨੂੰ ਕੋਈ ਤਾਂ ਕੁਤਾਹੀ ਵਰਤੀ ਗਈ ਹੋਊਗੀ। ਸਰਦਾਰ ਜੀ ਸੁਣੋ, ਇਹਦੀ ਨਹੀਂ ਗਲਤੀ ਹੈਗੀ, ਇਹਦੇ ਘਰਦਿਆਂ ਦੇ ਮਨ ਦੇ ਵਿੱਚ ਲਾਲਚ ਆਇਆ। ਸਰ ਮੇਰੇ ਘਰਦਿਆਂ ਦੇ ਮਨ 'ਚ ਕੋਈ ਲਾਲਚ ਨਹੀਂ ਆਇਆ, ਇਹ ਸਰਾਸਰ ਝੂਠ ਬੋਲਦੇ ਆ। ਹਜੂਰ, ਜੇ ਉਹਨਾਂ ਦੇ ਘਰਦਿਆਂ ਦੇ ਮਨ ਦੇ ਵਿੱਚ ਲਾਲਚ ਆਇਆ ਹੁੰਦਾ ਤਾਂ ਇਹਨਾਂ ਨੇ ਥੋੜੀ ਰੌਲਾ ਪਾਉਣਾ ਸੀ, ਇਹਨਾਂ ਨੇ ਤੁਹਾਡੇ ਨਾਲ ਮਿੱਠੇ ਹੋ ਕੇ ਰਹਿਣਾ ਸੀ। ਫਿਰ ਕਾਹਦਾ? ਇਹ ਤਾਂ ਮਿੱਠੇ ਹੋ ਕੇ ਤਾਂ ਰਹਿੰਦੇ, ਤਾਂ ਪਹਿਲੇ ਵੀਕ ਆਉਂਦੀ ਮੈਨੂੰ ਛੱਡਣ ਤੁਰ ਪਈ। ਅਸੀਂ ਔਜਲਾ ਸਾਹਿਬ, ਅਸੀਂ ਇੱਕ ਮਿੰਟ ਹੋਲਡ ਕਰੋ, ਔਰ ਸਾਡੀ ਪਬਲਿਕ ਓਪੀਨੀਅਨ ਦੇ ਵਿੱਚ ਅਸੀਂ ਮੈਂ ਕਾਲ ਲੈਣਾ ਚਾਹਾਂਗਾ। ਔਜਲਾ ਸਾਹਿਬ ਆਪਣੀ ਦੱਸ ਰਹੇ ਨੇ, ਔਰ ਪਰ ਹੈਰਾਨੀ ਵਾਲੀ ਗੱਲ ਹੈ ਸਰ ਇਹਨਾਂ ਨੂੰ ਇਹ ਵੀ ਪੁੱਛੋ, ਮੇਰੇ ਪਾਸਪੋਰਟ ਇਹਨਾਂ ਦੇ ਕੋਲ, ਇਹਨਾਂ ਨੇ ਆਉਂਦਿਆਂ ਲੈ ਲਿਆ, ਮੇਰੇ ਗਹਿਣੇ, ਮੇਰੇ ਪਾਸਪੋਰਟ, ਮੇਰੇ ਕੱਪੜੇ ਤਾਂ ਸਰ ਹਜੇ ਵੀ ਇਹਦੇ ਘਰ ਪਏ ਆ, ਮੈਨੂੰ ਦਿੱਤੇ ਹੀ ਨਹੀਂ ਇਹਨੇ। ਮੈਨੂੰ ਇਹ ਕਹਿ ਕੇ ਗਿਆ ਆਪਾਂ ਇੰਡੀਆ ਜਾਣਾ, ਬੇਬੀ ਨੂੰ ਬਰਥ ਹੋ ਗਿਆ, ਮੈਂ ਪੇਪਰ ਬਣਾਏ ਆ ਗੁਰਪ੍ਰੀਤ, ਮੈਂ ਆਪੇ ਬੇਬੀ ਲੈ ਆਉਣਾ। ਸਰ ਮੈਨੂੰ ਇੰਡੀਆ ਜਦੋਂ ਗਈ ਆ ਛੱਡ ਕੇ ਆ ਗਿਆ। ਮੇਰੇ ਜੇਠ ਸਾਹਿਬ ਨੇ ਦੱਸਿਆ ਵੀ ਉਹ ਗੁਰਪ੍ਰੀਤ ਉਹ ਤਾਂ ਸਿਟੀਜ਼ਨ ਆ, ਤੂੰ ਕੀ ਕਰ ਲੂੰਗੀ? ਔਰ ਇੱਥੇ ਮੇਰਾ ਡਿਵੋਰਸ ਫਾਈਲ ਕਰ ਗਿਆ, ਡਿਵੋਰਸ ਮੈਨੂੰ ਦੇ ਕੇ ਗਿਆ, ਮੈਨੂੰ ਇੰਡੀਆ ਲੈ ਗਿਆ, ਮੈਨੂੰ ਮੇਰਾ ਘਰ ਸਰ ਗਰੀਬੀ ਕਰਕੇ ਮੈਨੂੰ ਰੋਲਣ ਨੂੰ ਉੱਥੇ ਸੱਟ ਕੇ ਆਇਆ। ਗੁਰਪ੍ਰੀਤ, ਤੁਸੀਂ ਇਹਨਾਂ ਦਾ ਆਪਣੇ ਕਰਨਦੀਪ, ਤੁਸੀਂ ਇਹਨਾਂ ਦਾ ਪਾਸਪੋਰਟ, ਇੰਡੀਅਨ ਪਾਸਪੋਰਟ ਤੁਸੀਂ ਰੱਖਿਆ ਔਰ ਡਾਕੂਮੈਂਟ ਤੁਸੀਂ ਲੈ ਕੇ ਆਏ, ਇਹਨਾਂ ਦੇ ਇਹ ਵਾਪਸ ਆਪਣੇ ਆਪ ਆਏ ਨੇ? ਹਾਂਜੀ, ਕਿਸੇ ਦਾ ਡਾਕੂਮੈਂਟ ਲਿਆ ਨਹੀਂ ਸਕਦਾ, ਕੋਈ ਕਿਸੇ ਨੂੰ ਦੇ ਨਹੀਂ ਸਰ ਡਾਕੂਮੈਂਟ ਇਹਦੇ ਕੋਲੇ, ਮੈਂ ਨਵੇਂ ਡਾਕੂਮੈਂਟ ਬਣਾ ਕੇ ਲੈ ਕੇ ਇੱਥੇ ਆਈ ਆ ਦੁਬਾਰਾ। ਮੈਂ ਕਿਹਾ ਜਾਂ ਤਾਂ ਇਹਨੂੰ ਪੁੱਛੋ ਮੈਂ ਕਿਸੇ ਦੇ ਰਹਿੰਦਾ ਸੀ, ਮੈਂ ਤਾਂ ਰਿਹਾ ਹੀ ਇਹਦੇ ਕੋਲ, ਜਿੱਥੇ ਜੋ ਇਹਨੇ ਕਿਹਾ ਮੈਂ ਤਾਂ ਉਹੀ ਬਾਸੀ ਸਾਹਿਬ। ਸਰ ਮੇਰੇ ਕੋਲ ਲੈ ਤਾਂ ਪਾਸਪੋਰਟ ਅਮਰੀਕਾ, ਜਦੋਂ ਮੈਂ 2018 ਜੂਨ 'ਚ ਆਈ ਆ ਉਦੋਂ ਹੀ ਇਹਨੇ ਪਾਸਪੋਰਟ ਲੈ ਲਏ। ਮੇਰੇ ਕੋਲ ਪਾਸਪੋਰਟ ਇਹਨੇ ਉਦੋਂ ਹੀ ਲੈ ਲਿਆ, ਮੇਰੇ ਗਹਿਣੇ ਲੈ ਲਏ, ਪਾਸਪੋਰਟ ਲੈ ਲਿਆ, ਮੇਰੇ ਕੋਲ ਸਾਰਾ ਕੁਝ ਲੈ ਲਿਆ। ਹੋਲਡ ਔਨ ਪਲੀਜ਼, ਹੋਲਡ ਔਨ, ਪ੍ਰੋਸੀਡ ਅਸੀਂ ਕਰ 2 ਮਿੰਟ ਵਾਸਤੇ, ਅਸੀਂ ਪਬਲਿਕ ਓਪੀਨੀਅਨ ਜਿਹੜੀ ਲੈਣੀ ਚਾਹਾਂਗੇ। ਹੋਲਡ ਔਨ ਪਲੀਜ਼ ਔਜਲਾ ਸਾਹਿਬ ਐਂਡ ਆਪਣੇ ਗੁਰਪ੍ਰੀਤ, ਪਲੀਜ਼ ਸਟੈਂਡ ਬਾਈ। ਹਾਂਜੀ, ਟੇਕ ਫਸਟ ਕਾਲ ਪਲੀਜ਼। ਔਜਲਾ ਸਾਹਿਬ, ਤੁਹਾਡਾ ਡਿਵੋਰਸ ਜਿਹੜਾ ਤੁਸੀਂ ਰਜਾਮੰਦੀ ਨਾਲ ਕੀਤਾ ਜਾਂ ਤੁਸੀਂ ਜ਼ਬਰਦਸਤੀ ਕੀਤਾ? ਰਜਾਮੰਦੀ ਹੈ ਜੀ, ਇਹ ਤੇ ਜ਼ਬਰਦਸਤੀ ਕਾਦੀ ਹੈ ਜੀ? ਇਹ ਕਹਿੰਦੇ ਤੁਸੀਂ ਇਹਨਾਂ ਨੂੰ ਟਰੱਕ ਦੇ ਵਿੱਚ ਇਹਨਾਂ ਦਾ ਗਲ ਘੋਟ ਦਿੰਦੇ ਸੀਗੇ ਔਰ ਜ਼ਬਰਦਸਤੀ ਸਾਈਨ ਕਰਾ ਲਏ, ਇਹਨਾਂ ਨੂੰ ਪਤਾ ਨਹੀਂ ਗਾ ਪੇਪਰਾਂ ਤੇ ਕਿਹੜੇ ਸਾਈਨ ਕਰਾਏ ਆ, ਇਹ ਟਰੂ ਹੈ? ਤੁਸੀਂ ਦੱਸੋ, ਇਹਨਾਂ ਅਮਰੀਕਾ ਕੈਨੇਡਾ ਦੇ ਵਿੱਚ ਕਿਸੇ ਦਾ ਗਲ ਘੁੱਟ ਕੇ ਤੁਸੀਂ ਬਾਹਰ ਹੀ ਹੋਵੋਗੇ, ਤੁਸੀਂ ਜੇਲ੍ਹ 'ਚ ਨਾ ਹੋਵੋਗੇ? ਪਹਿਲਾਂ ਤਾਂ ਮੈਨੂੰ ਇਹ ਨਹੀਂ ਸਮਝ ਆਉਂਦੀ, ਇੰਨੀ ਵਾਰੀ ਮੇਰੇ ਤੇ 3 ਵਾਰੀ ਪੁਲਿਸ ਆਈ, ਜੇ ਇਹਦੇ 'ਚ ਸਚਾਈ ਹੁੰਦੀ ਮੈਂ ਜੇਲ੍ਹ 'ਚ ਨਾ ਹੁੰਦਾ? ਤੁਸੀਂ ਦੱਸੋ। ਔਜਲਾ ਸਾਹਿਬ, ਜਿਹੜਾ ਗੁੱਸਾ ਹੈ, ਗੁੱਸਾ ਬੜਾ ਕੁਝ ਕਰਾਉਂਦਾ। ਸਾਡੇ ਕੈਨੇਡਾ ਦੇ ਵਿੱਚ ਕਮੈਂਟੇਟਰ ਸੀਗਾ, ਉਹਨੇ ਆਪਣੀ ਵਾਈਫ ਨੂੰ ਟਰੱਕ ਦੇ ਵਿੱਚ ਜਾਲ ਦਿੱਤਾ, ਜੇਲ੍ਹ ਵਿੱਚ ਆ, ਕੁਝ ਵੀ ਹੋ ਸਕਦਾ। ਬੀ ਗੋਇੰਗ ਟੂ ਪ੍ਰੋਸੀਡ ਸਮ, ਆਈ ਅੰਡਰਸਟੈਂਡ ਮਿਸਟਰ ਔਜਲਾ। ਮੈਂ ਵੀ ਰੋਜ਼ ਨਿਊਜ਼ ਹੀ ਸੁਣਦਾ, ਮੈਂ ਵੀ ਰੋਜ਼ ਇਹੋ ਹੀ ਕੁਝ ਕਰਦਾ, ਮੈਂ ਕੋਈ ਮੈਨੂੰ ਵੀ ਹੁੰਦਾ ਜਿੱਤੋਂ ਨੌਲੇਜ ਮਿਲੇ ਚੀਜ਼ ਉਹ ਸਿੱਖੋ, ਪਰ ਜੇ ਮੈਂ ਆਪਣੇ ਗੁੱਸੇ ਨਾਲ ਹੀ ਲੜਦਾ ਫਿਰ ਤਾਂ ਅਸੀਂ ਅੱਜ ਨੂੰ ਮਰੇ ਹੁੰਦੇ। ਜੇ ਕੁਛ ਇਹ ਭਾਂਡੇ ਭਾਂਦੀ, ਮੇਰੇ ਕੋਲ ਹਰ ਇੱਕ ਚੀਜ਼ ਦੀ ਫੋਟੋ ਆ, ਭਰੀਆਂ ਦਾਲ ਦੀਆਂ ਕੌਲੀਆਂ ਮੇਰੇ ਸਾਹਮਣੇ ਆ, ਸਿੰਕ 'ਚ ਜਾਂਦੀਆਂ ਸੀ, ਜਿਹੜਾ ਇਹਨੂੰ ਦੁੱਖ ਨਹੀਂ ਸੀ ਲੱਗਦਾ, ਜਿਹੜੇ ਰੈਂਟਲ ਘਰਾਂ 'ਚ ਰਹਿੰਦੇ। ਪਰ ਔਜਲਾ ਸਾਹਿਬ, ਇੱਕ ਗੱਲ ਤਾਂ ਤੁਸੀਂ ਮੰਨਦੇ ਹੋ, ਦਾਲ ਦੀਆਂ ਕੌਲੀਆਂ ਜਾਂ ਰੋਟੀਆਂ ਖਿਲਾਰ ਦੇਣਾ ਉਹ ਛੋਟੀਆਂ ਗੱਲਾਂ ਜੀ, ਮੀਆਂ ਬੀਬੀ ਦੇ ਵਿੱਚ ਚੱਲਦੀਆਂ ਰਹਿੰਦੀਆਂ, ਪਰ ਜਿਹੜੇ ਸਵਾਲ ਮੇਨ ਹੋ ਰਹੇ ਨੇ ਉਹ ਕਹਿੰਦੇ ਤਲਾਕ ਦੇ ਪੇਪਰਾਂ ਤੇ ਧੱਕੇ ਨਾਲ ਤੁਸੀਂ ਸਾਈਨ ਕਰਾਏ, ਮਾਸੀ ਨਾਲ ਵਿਆਹ ਤੋਂ ਬਾਅਦ ਜੋ ਤੁਸੀਂ ਘੁੰਮਦੇ ਰਹੇ, ਉਹਨਾਂ ਤੇ ਗੱਲ ਕਰੋ। ਔਜਲਾ ਸਾਹਿਬ, ਇੰਨੀ ਗੱਲ ਨਾ ਕਮਾਓ, 2 ਧੀਆਂ ਦੀ ਮਾਂ ਇੰਨੇ ਗਲਤ ਐਲੀਗੇਸ਼ਨ ਨਹੀਂ ਲਾ ਸਕਦੀ, ਤੁਸੀਂ ਵੀ ਨਹੀਂ ਆਪਣਾ ਘਰ ਬਰਬਾਦ ਕਰਨਾ ਚਾਹੋਗੇ, ਅਸੀਂ ਤੁਹਾਡੇ ਨਾਲ ਵੀ ਸਹਿਮਤ ਹਾਂ, ਪਰ ਜੋ ਸੱਚ ਆ ਉਹਨੂੰ ਸਾਹਮਣੇ ਲਿਆਂਦਾ ਜਾਵੇ। ਐਨੀਵੇ ਅਸੀਂ ਪ੍ਰੋਸੀਡ ਕਰਦੇ, ਸਾਡੇ ਕਾਲਰਸ ਕੀ ਕਹਿਣਾ ਚਾਹੁੰਦੇ? ਕਾਲਰ ਗੋ ਹੈਡ ਪਲੀਜ਼, ਟੋਰਾਂਟੋ ਕਾਲਰ ਗੋ ਹੈਡ। 647 460 ਬੋਲੋ ਜੀ। ਹਾਂਜੀ, ਨੈਕਸਟ ਕਾਲਰ ਨੂੰ, ਨੈਕਸਟ ਕਾਲਰ ਕੀ ਕਹਿਣਾ ਚਾਹੁੰਦੇ? ਬੋਲੋ। 540 ਬੋਲੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਭੈਣ ਜੀ ਸਤਿ ਸ਼੍ਰੀ ਅਕਾਲ, ਛੱਡੋ ਗੱਲ ਕਰੋ, ਕੀ ਕਹਿਣਾ ਚਾਹੁੰਦੇ ਹੋ? ਉਹ ਹੁਣ ਸਟੋਰੀ ਕੋਈ ਸਮਝ ਨਹੀਂ ਆਉਂਦੀ, ਕਸੂਰ ਦੋਨੇ ਪਾਸੇ ਤੋਂ ਲੱਗਦਾ ਆ, ਪਰ ਸਟੋਰੀ ਦੇਣ ਲੱਗਿਆ ਨੂੰ ਥੋੜਾ ਸੋਚਣਾ ਚਾਹੀਦਾ, ਇੱਜ਼ਤ ਬਹੁਤ ਉਛਲਦੀ ਆ, ਮਤਲਬ ਸਹੀ ਗੱਲ ਹੋਵੇ ਉਹਨੂੰ ਉਹੀ ਕਰਨੀ ਚਾਹੀਦੀ ਆ, ਕੌਣ ਸੱਚਾ ਕੌਣ ਝੂਠਾ। ਨੈਕਸਟ ਕਾਲ ਪਲੀਜ਼। ਹਾਂਜੀ, ਅਗਲੀ ਕਾਲ ਪਲੀਜ਼, ਨੈਕਸਟ ਕਾਲ। ਆਪਣੇ ਕਾਲਰ ਪ੍ਰੋਸੀਡ ਕਰੋ, ਕੀ ਕਹਿਣਾ ਚਾਹੁੰਦੇ ਹੋ?
ਕਾਲਰ ਤੁਸੀਂ ਲਾਈਨ ਤੇ ਹੋ 437 ਨੰਬਰ ਬੋਲੋ ਜੀ। ਹੈਲੋ ਹਾਂਜੀ ਜਸਪ੍ਰੀਤ ਤੁਸੀਂ ਲਾਈਨ ਤੇ ਹੋ, ਜਸਪ੍ਰੀਤ ਕੌਰ ਲਾਈਨ ਤੇ ਬੋਲੋ। ਹੈਲੋ ਸਤਿ ਸ਼੍ਰੀ ਅਕਾਲ ਅੰਕਲ ਜੀ। ਜੀ ਮੈਂ ਇਹੀ ਕਹਿਣਾ ਚਾਹੁੰਦੀ ਹਾਂ, ਤੁਸੀਂ ਲਾਈਵ ਸ਼ੋਅ ਚਲਾ ਰਹੇ ਹੋ ਰਾਈਟ, ਪਰ ਭਾਜੀ ਬਹੁਤ ਕੀ ਗਲਤ ਬੋਲ ਰਹੇ ਆ, ਲਾਈਕ ਕਿ ਕਹਿ ਰਹੇ ਆ ਕਿ ਕੁੜੀ ਨੂੰ ਕਿ ਤੂੰ ਟੱਪਦੀ ਆ, ਤੂੰ ਕੀ ਕਰਦੀ ਆ, ਘਰੇ ਜਿੱਦਾਂ ਵੀ ਮਰਜ਼ੀ ਹੋ ਰਿਹਾ, ਪਰ ਕਿਸੇ ਕੁੜੀ ਨੂੰ ਏਦਾਂ ਤਾਂ ਨਹੀਂ ਲਾਈਵ ਸ਼ੋਅ 'ਚ ਬੋਲਣਾ ਚਾਹੀਦਾ। ਉਹ ਫਰਸਟ੍ਰੇਟ ਆ ਰਾਈਟ ਨਾਓ, ਜੇ ਉਹ ਗਲਤ ਹੁੰਦੀ ਸ਼ੋਅ 'ਚ ਹੀ ਕਿਉਂ ਹੁੰਦੀ, ਨਾ ਗਲਤ ਬੋਲ ਰਿਹਾ, ਏਦਾਂ ਤਾਂ ਨਹੀਂ ਬੋਲਣਾ ਚਾਹੀਦਾ। ਜੀ ਆਈ ਸੀ। ਐਨੀਵੇ ਤੁਹਾਡੀ ਜੱਜਮੈਂਟ ਕੀ ਲੋਕਾਂ ਦੀ, ਉਹ ਸਾਨੂੰ ਕਾਲ ਕਰਨ। ਇਹ ਮਿਸਟਰ ਔਜਲਾ ਵੀ ਸਹੁਰੇ ਨੇ ਤੇ ਸਾਡੀ ਤੇ ਗੁਰਪ੍ਰੀਤ ਵੀ ਸਹੁਰੀ ਹੈ ਤੇ ਇਹ ਨੌਜਵਾਨ ਕਰਨਦੀਪ ਵੀ ਸਹੁਰੇ ਨੇ। ਸੋ ਜੱਜਮੈਂਟ ਲੋਕਾਂ ਦੀ ਕੀ ਪਬਲਿਕ। ਨੈਕਸਟ ਕਾਲ ਪਲੀਜ਼। ਹਾਂਜੀ ਕਾਲਰ ਗੋ ਹੈਡ। ਹੈਲੋ ਹਾਂਜੀ ਔਜਲਾ ਸਾਹਿਬ ਸਤਿ ਸ਼੍ਰੀ ਅਕਾਲ ਜੀ। ਔਜਲਾ ਸਾਹਿਬ ਨਾਲ ਗੱਲ ਕਰਨੀ ਇੱਕ। ਹਾਂਜੀ ਬੋਲੋ ਬੋਲੋ ਔਜਲਾ ਸਾਹਿਬ ਲਾਈਨ ਤੇ ਬੋਲੋ। ਹਾਂਜੀ ਔਜਲਾ ਭਾਜੀ, ਸਭ ਤੋਂ ਪਹਿਲਾਂ ਤਾਂ ਜਾ ਕੇ ਨਾ ਗੁਰਦੁਆਰੇ ਜਾ ਕੇ ਮੱਥਾ ਟੇਕੋ ਵੀ ਜਿਹੜੀ ਐਡਾ ਜ਼ਿਆਦਾ ਰੇਡੀਓ ਤੇ ਆ ਕੇ ਬੋਲ ਰਹੀ ਆ ਤੇ ਤੁਹਾਡਾ ਕੀ ਹਾਲ ਕੀਤਾ ਹੋਣਾ ਹੈ ਨਾ। ਤੇ ਨੰਬਰ 2 ਤੇ ਜਿਹੜੀ ਜਨਾਨੀ ਇੱਕ ਹਫ਼ਤੇ ਦੇ ਵਿੱਚ ਆ ਕੇ ਇੱਥੇ ਅਮਰੀਕਾ ਦੇ ਵਿੱਚ ਚੇਂਜ ਹੋ ਗਈ ਤੇ ਨਿਕਲਣਾ ਇਧਰੋਂ ਵੀ ਕੁਝ ਹੈਗਾ, ਕੋਈ ਕਿਸੇ ਦੇ ਸਿਰ ਤੇ ਕਰਦੀ ਹੈ, ਨਹੀਂ ਤਾਂ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਵਕੀਲ ਕੌਣ ਹੈ ਕੀ ਹੈ ਨਾ। ਤੇ ਇਹ ਚੀਜ਼ ਤੁਸੀਂ ਅਰਦਾਸ ਕਰੋ ਵੀ ਤੁਹਾਡੀ ਜ਼ਿੰਦਗੀ ਬਚ ਗਈ ਤੇ ਤੁਸੀਂ ਅੱਗੇ ਤੋਂ ਹੱਥ ਜੋੜੋ ਇਹਦੇ ਨਾਲ। ਤੇ ਜਿਹੜਾ ਨਾਮ ਲਾ ਰਹੀ ਹੈ ਮਾਸੀ ਨਾਲ ਗੱਲਬਾਤ ਹੈ, ਇਹਦਾ ਸਗੋਂ ਇਹਨਾਂ ਨੂੰ ਲਾਹਣਤ ਵੀ ਤੁਹਾਡਾ ਖਾਨਦਾਨ ਹੀ ਇਦਾਂ ਦਾ ਹੈ ਨਾ। ਪਹਿਲਾਂ ਮਾਸੀ ਵੀ ਇਹਦੇ ਨਾਲ ਫਸੀ ਵੀ ਹੈ, ਤੁਸੀਂ ਕਹਿੰਦੇ ਤੁਹਾਡੇ ਨਾਲ ਹੀ ਫਸੀ ਹੈ, ਫਿਰ ਤੁਸੀਂ ਕਹਿੰਦੇ ਜਵਾਕ ਕਰਤੇ। ਕੀ ਮਤਲਬ ਕਰਤੇ ਵੀ ਤੁਸੀਂ ਨਾਲ ਇਨਵੋਲਵ ਨਹੀਂ ਸੀ ਜੋ ਜਵਾਕ ਕੀਤੇ ਸੀ, ਜਾਂ ਤੁਸੀਂ ਨਿਆਣੇ ਸੀ ਤੁਹਾਨੂੰ ਪਤਾ ਨਹੀਂ ਸੀ ਤੁਹਾਡੇ ਜਵਾਕ ਹੋ ਜਾਣੇ ਆ। ਜੇ ਦੋਨਾਂ ਦੀ ਰਜਾਮੰਦੀ ਨਾਲ ਹੀ ਜਵਾਕ ਹੋਇਆ ਨਾ, ਕੁੜੀਆਂ ਹੋਈਆਂ ਨੇ, ਤੇ ਅੱਜ ਉਹਨਾਂ ਨੂੰ ਅੱਗੇ ਰੱਖ ਕੇ ਆਪਾਂ ਇਹ ਗੱਲ ਕਵਾਂਗੇ ਵੀ 2 ਕੁੜੀਆਂ ਦੀ ਮਾਂ ਨਾਲ ਇਹ ਹੋ ਗਿਆ। ਇਹ ਚੀਜ਼ਾਂ ਬਾਸੀ ਸਾਹਿਬ ਇਹ ਸਿੰਪਥੀ ਲੈਣ ਵਾਲੀਆਂ ਗੱਲਾਂ ਨੇ। 2 ਕੁੜੀਆਂ ਨਾਲ ਹੋ ਗਈਆਂ ਜਾਂ ਇਹ ਹੋ ਗਿਆ, ਜੇ ਬਾਹਲੀ ਗੱਲ ਹੈ ਵੀ ਇਹਨੂੰ ਵੀ ਕੁੜੀਆਂ ਦਾ ਦੁੱਖ ਤੇ ਕੁੜੀਆਂ ਔਜਲਾ ਸਾਹਿਬ ਨੂੰ ਦਿਨ ਨੂੰ ਸਾਂਭ ਲੈਣਗੇ। ਆਈ ਸੀ। ਅਗਲੀ ਕਾਲ ਪਲੀਜ਼। ਕਾਲਰ ਗੋ ਹੈਡ। ਨਰਿੰਦਰ ਬੋਲੋ ਜੀ। ਹਾਂਜੀ ਭਾਜੀ, ਇਹ ਤੁਸੀਂ ਗਿਰਾਂਦੇ ਹੋ ਨਾ? ਹਾਂਜੀ ਤੁਸੀਂ ਗਿਰਾਂਦੇ ਆ? ਆਪਣੇ ਔਜਲਾ ਸਾਹਿਬ ਗੱਲ ਕਰੇ। ਔਜਲਾ ਸਾਹਿਬ ਤੁਹਾਡੇ ਨਾਲ ਗੱਲ ਹੋ ਰਹੀ ਹੈ। ਹਾਂਜੀ ਜੀ ਹਾਂਜੀ ਮੈਂ ਹੈਲੋ ਔਜਲਾ ਸਾਹਿਬ ਉੱਚੀ ਬੋਲੋ। ਹਾਂਜੀ ਇਹ ਗੀਰਾਂ ਤੇ ਜੀ ਬੋਲੋ ਭੈਣ ਜੀ ਗੱਲ ਕਰੋ। ਹਾਂਜੀ ਮੈਂ ਵੀ ਗਿਰਾਂਦੀ ਆ, ਮੈਂ ਇਹਨਾਂ ਨਾਲ ਗੱਲ ਕਰਨਾ ਚਾਹੁੰਦੀ ਆ। ਕਰੋ ਗੱਲ, ਫਿਰ ਕਰੋ ਗੱਲ, ਲਾਈਨ ਤੇ ਨੇ ਉਹ। ਹੈਲੋ ਗੱਲ ਕਰੋ ਭੈਣ ਜੀ, ਗੱਲ ਕਰੀ ਜਾਓ। ਹਾਂਜੀ ਮੈਂ ਨਾ ਪੁੱਛਣੀ ਆ ਵੀ ਤੁਸੀਂ ਆਪਸ ਵਿੱਚ ਹੀ ਦੋਨੇ ਹਸਬੈਂਡ ਵਾਈਫ ਨਾ ਸਮਝੌਤਾ ਕਰ ਲਓ, ਕਿਉਂਕਿ ਕੋਈ ਗਲਤ ਫਹਿਮੀ ਇਹਦੇ ਦਿਲ 'ਚ ਵੀ ਗਲਤ ਫਹਿਮੀ, ਤੁਹਾਡੇ ਦਿਲ 'ਚ ਵੀ ਗਲਤ ਫਹਿਮੀ ਆ ਨਾ। ਮੈਂ ਤਾਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਆ। ਓਕੇ ਨੈਕਸਟ ਕਾਲ ਪਲੀਜ਼। ਹਾਂਜੀ ਓਕੇ ਅਗਲੀ ਕਾਲ। ਕਾਲਰ ਗੋ ਹੈਡ ਜੀ। ਬਾਸੀ ਦਾ ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਪ੍ਰੋਸੀਡ ਕਰੋ ਜੀ। ਬਾਸੀ ਦਾ ਮੈਨੂੰ ਨਾ ਸਿੱਧੂ ਭਾਈ ਦੀ ਗੱਲ ਠੀਕ ਲੱਗੀ ਹੈ ਵੀ ਜੇ ਕੋਈ ਏਦਾਂ ਸਹੀ ਗੱਲ ਨਾ ਹੁੰਦੀ ਤਾਂ ਉਹਨਾਂ ਰੇਡੀਓ ਤੇ ਨਹੀਂ ਆਉਣਾ। ਮੈਨੂੰ ਲੱਗਦਾ ਵੀ ਭਾਜੀ ਇਹ ਜਿਹੜਾ ਬੰਦਾ ਹੈ ਨਾ, ਜਿਹਨੂੰ ਹਾਣ ਨੂੰ ਹਾਣ ਪਿਆਰਾ ਹੁੰਦਾ, ਮੈਨੂੰ ਲੱਗਦਾ ਵੀ ਮਾਸੀ ਨਾਲ ਮਤਲਬ ਸੀਨ ਹੈਗਾ ਇਹਦਾ। ਮਾਸੀ ਨਾਲ ਰਿਲੇਸ਼ਨ ਹੈ ਮੈਨੂੰ ਲੱਗਦਾ ਭਾਈ ਉਹ ਫਿਰ ਹਾਣ ਨੂੰ ਹਾਣ ਪਿਆਰਾ ਹੁੰਦਾ। ਉਹ ਤੇ ਪਹਿਲਾਂ ਸੀਗੀ ਚੱਲ ਵੀ ਬੱਚੇ ਆ ਸਾਂਭੀ ਜਾਊਗੀ ਤੇ ਸਾਡੀ ਆਸ਼ਕੀ ਵੀ ਚੱਲਦੀ ਰਹੂਗੀ। ਨਹੀਂ ਪਰ ਜੇ ਇਸ ਤਰ੍ਹਾਂ ਹੁੰਦੀ ਤਾਂ ਉਹਨੇ ਫਿਰ ਵਿਆਹ ਕਿਉਂ ਕਰਾਉਣਾ ਸੀ? ਆਪਣੀ ਇੰਡੀਆ ਜਾ ਕੇ ਵਿਆਹ ਕਿਉਂ ਵਿਚੋਲਣ ਕਿਉਂ ਬਣਨਾ ਸੀ? ਸਵਾਲ ਤਾਂ ਇਹ ਪੈਦਾ ਹੁੰਦਾ ਕਿ ਤੁਸੀਂ ਆਲਰੇਡੀ ਕੰਮ ਕਰਨ ਨੂੰ ਵੀ ਤਾਂ ਲਿਆਉਣਾ ਕਿਸੇ ਨੂੰ ਭਾਜੀ, ਤੁਸੀਂ ਉਹ ਵੀ ਤਾਂ ਗੱਲ ਸਮਝੋ ਨਾ ਜੀ। ਉਹ ਮੇਰੀ ਗੱਲ ਸੁਣ, ਤੇਰੀ ਸੋਚ ਮੇਰੇ ਨਾਲੋਂ ਵੀ ਬਹੁਤ ਜ਼ਿਆਦਾ ਵੱਡੀ ਆ, ਧੰਨਵਾਦ ਤੇਰਾ। ਪਰ ਏਦਾਂ ਮੈਨੂੰ ਦੱਸ, ਉਹ ਹੋਰ ਇੰਡੀਆ 'ਚ ਦੁਨੀਆ ਹੈ ਨਹੀਂ ਸੀਗੀ, ਕੱਲੀ ਆਪਣੀ ਭਾਣਜੀ ਲਿਆਉਣੀ ਸੀਗੀ। ਆਈ ਸੀ। ਅਗਲੀ ਕਾਲ ਪਲੀਜ਼ ਪ੍ਰੋਸੀਡ ਕਰੋ। ਨੈਕਸਟ ਕਾਲ। ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ ਬੋਲੋ ਕਾਲਰ ਬੋਲੋ ਜੀ, ਬੋਲਿਆ ਕਰੋ ਆਪ ਜੀ। ਬਾਕੀ ਸਾਹਿਬ ਪਤਾ ਹੀ ਨਹੀਂ ਲੱਗਦਾ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ ਕਿਸੇ ਹੋਰ ਦੇ ਨਾਲ ਕਰ ਰਹੇ ਹੋ, ਤੁਹਾਨੂੰ ਦੱਸਣਾ ਤਾਂ ਚਾਹੀਦਾ ਹੈ ਨਾ ਕਿ ਕਿਸ ਨਾਲ ਕਾਲ ਕਰ ਰਹੇ ਹੋ। ਸਰ ਅਸੀਂ ਤੁਹਾਨੂੰ ਲਾਈਨ ਤੇ ਲਿਆ ਰਹੇ ਸੀ, ਤੁਸੀਂ ਦੱਸ ਸਕੋ ਤੁਸੀਂ ਆ ਰਹੇ ਨੈਕਸਟ ਪਲੀਜ਼ ਦੱਸ ਦਿਓ ਨਾ ਪਲੀਜ਼ ਲਿਟਲ ਚੇਂਜ ਪਲੀਜ਼। ਹੈਲੋ ਕਾਲਰ ਇਜ਼ ਲਾਈਟ ਵੀ ਟੈਲ them ਕਿ ਤੁਸੀਂ ਨੈਕਸਟ ਹੋ। ਹਾਂ ਬਾਕੀ ਸਾਹਿਬ ਇਹ ਕੇਸ ਹੈਗਾ ਐਕਸਪੈਕਟੇਸ਼ਨ ਦਾ ਜੀ। ਕੁੜੀ ਦੀ ਐਕਸਪੈਕਟੇਸ਼ਨ ਡਿਫਰੈਂਟ ਸੀਗੀਆਂ, ਉਹ ਓਨ ਕਰਨਾ ਚਾਹੁੰਦੀ ਸੀਗੀ ਫੈਮਿਲੀ ਨੂੰ। ਸਾਡੇ ਸਰਦਾਰ ਜੀ ਦੀ ਐਕਸਪੈਕਟੇਸ਼ਨ ਡਿਫਰੈਂਟ ਸੀਗੀਆਂ, ਇਹ ਚਾਹੁੰਦੇ ਸੀਗੇ ਵੀ ਤੂੰ ਫੈਮਿਲੀ 'ਚ ਆ ਤੇ ਐਡਜਸਟ ਹੋਏ। ਦੋਨਾਂ ਦੀ ਐਕਸਪੈਕਟੇਸ਼ਨ ਮੀਟ ਨਹੀਂ ਹੋਇਆ, ਆਪਸ ਵਿੱਚ ਥੋੜੀ ਜਿਹੀ ਗੱਲ ਬਣੀ ਤੇ ਪੁਲਿਸ ਇਨਵੋਲਵ ਕਰ ਦਿੱਤੀ ਗਈ। ਪੁਲਿਸ ਇਨਵੋਲਵ ਹੋਣ ਦੇ ਬਾਅਦ ਬੰਦੇ ਨੂੰ ਸਮਝ ਆ ਜਾਂਦਾ ਹੈ ਤੇ ਇਹ ਫੈਮਿਲੀ ਚੱਲਣੀ ਨਹੀਂ ਹੈ। ਉਹ ਸਾਰੇ ਚਾਲਾਕੀਆਂ ਜਿਹੜੀ ਵੀ ਕਰ ਸਕਦਾ ਕਰਦਾ ਹੈ, ਪਰ ਉਹ ਨੈਸੈਸਰੀ ਹੈਗੀ ਆ, ਅਦਰਵਾਈਜ਼ ਉਹ ਔਰਤ ਜੋ ਹੈ ਨਾ ਸਰ ਤੇ ਬਹਿ ਜਾਂਦੀ ਹੈ ਤੇ ਲਾਈਫ ਡਿਫਿਕਲਟ ਕਰ ਦਿੰਦੀ ਹੈ। ਕਾਲਰ ਤੁਹਾਡਾ ਨਾਮ ਕੀ ਸਰ ਆਪ ਜੀ ਦਾ? ਨਾਮ ਮੇਰਾ ਜੀ ਰॉय ਹੈ। ਮਿਸਟਰ ਰॉय ਮੈਂ ਅਪੋਲੋਜੀ ਕਰਦਾ ਕਿਉਂਕਿ ਗਲਤੀ ਦੇ ਨਾਲ ਕਿਉਂਕਿ ਮੈਂ ਮੇਰੇ ਸਟਾਫ ਨੂੰ ਇਨਫੋਰਮ ਨਹੀਂ ਕੀਤਾ ਗਿਆ। ਆਈ ਅਪੋਲੋਜੀ ਫॉर दैट ਕਿਉਂਕਿ ਜਿੱਥੇ ਮੈਂ ਗਲਤ ਹੈ ਔਰ ਮੇਰੇ ਸਟਾਫ ਨੂੰ ਦੱਸਣਾ ਚਾਹੀਦਾ ਕਿ ਤੁਹਾਡੀ ਨੈਕਸਟ ਕਾਲ ਹੈ। ਆਈ ਐਮ ਸੌਰੀ ਫॉर दैट ਇਨ ਦੀ ਫਿਊਚਰ ਇਜ਼ ਵਾਟ ਹੈਪਨ। ਆਈ ਐਮ ਸੌਰੀ।
that's not a problem. Okay, no, I have to say sorry because ਮੇਰੇ ਸਟਾਫ ਦੀ ਗਲਤੀ ਹੈ ਔਰ ਸਾਨੂੰ ਦੱਸਣਾ ਚਾਹੀਦਾ ਸਾਈਡਾਂ 'ਚ ਗਲਤੀ ਹੈਗੀ ਹੈ ਔਰ ਹੁਣ ਇਹ ਚੱਲਣਾ ਨਹੀਂ ਹੈਗਾ ਕੇਸ ਇਹ ਫੈਮਿਲੀ ਬ੍ਰੇਕ ਹੋ ਗਈ ਹੈ ਇਹ ਦੁਬਾਰਾ ਬਣ ਨਹੀਂ ਸਕਦੀ ਹੈ। Okay, thank you so much. Next call please. ਹਾਂਜੀ caller go ahead ਜੀ। caller ਤੁਸੀਂ ਲਾਈਨ ਤੇ ਹੋ ਜੀ। ਹਾਂਜੀ ਬੋਲੋ ਜੀ ਬੋਲੋ। ਹਾਂਜੀ ਸਰ ਮੈਂ ਕਹਿਣਾ ਚਾਹੁੰਦਾ ਹਾਂ ਕਿ ਸਰ ਇਹਦੇ ਵਿੱਚ ਦੋਨਾਂ ਤਰ੍ਹਾਂ ਦੀ ਮੈਂ ਗੱਲ ਸੁਣੀ ਆ, ਮੁੰਡੇ ਦੀ ਵੀ ਸੁਣੀ ਆ ਤੇ ਕੁੜੀ ਦੀ ਵੀ ਸੁਣੀ ਆ। ਸੋ ਮੈਨੂੰ ਇਹ ਲੱਗਦਾ ਹੈ ਕਿ ਜਿੱਦਾਂ ਕਿ ਕੁੜੀ ਨੂੰ ਪਹਿਲੇ ਪਤਾ ਸੀਗਾ ਕਿ ਇਹ ਰਿਸ਼ਤਾ ਜਿੱਦਾਂ ਇਹਦਾ ਮਾਸੀ ਨਾਲ ਬੰਦੇ ਦਾ ਪਹਿਲੇ ਹੀ ਸੀਗਾ ਨਾ, ਮੈਨੂੰ ਲੱਗਦਾ ਹੈ ਕਿ ਰਿਸ਼ਤਾ ਇਹ ਭਾਜੀ ਦਾ ਹੋਊਗਾ ਜ਼ਰੂਰ ਇਹਦੀ ਮਾਸੀ ਦੇ ਨਾਲ ਨਾ। ਤੇ ਦੂਜੀ ਗੱਲ ਕੁੜੀ ਦੇ ਪਾਸੋਂ ਇਹ ਲੱਗਦਾ ਹੈ ਤੇ ਕੁੜੀ ਹੁਣ ਚਾਹੁੰਦੀ ਹੈ ਕਿ ਮੈਨੂੰ ਘਰ ਮਿਲ ਜਾਵੇ ਨਾ ਆਪਣਾ ਹੁਣ। ਓਕੇ ਕਾਲਰ ਹੋਲਡਰ ਔਜਲਾ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਹਿੰਦੇ ਕਿ ਮਤਲਬ ਲੱਗਦਾ ਹੈ ਕਿ ਪਹਿਲਾਂ ਰਿਲੇਸ਼ਨ ਹੋਊਗਾ। ਔਜਲਾ ਸਾਹਿਬ ਕੀ ਕਹਿਣਾ ਚਾਹੁੰਦੇ ਹੋ, ਕੀ ਕੰਡੈਮ ਕਰੋਗੇ ਬੋਲੋ। ਵੀਰ ਜੀ ਜਿਹਨਾਂ ਨੂੰ ਲੱਗਦਾ ਆ ਉਹ ਮੈਨੂੰ ਇਹ ਤਾਂ ਦੱਸਣ ਫਿਰ ਉਹਨੇ ਆਪਣੀ ਭਾਣਜੀ ਹੀ ਮੇਰੇ ਨਾਲ ਕਿਉਂ ਵਿਆਹਣੀ ਸੀਗੀ ਇੰਡੀਆ 'ਚ। ਜੇ ਮੈਂ ਇੰਡੀਆ ਤੋਂ ਲਿਆਉਣੀ ਸੀਗੀ, ਜੇ ਮੈਂ ਅਮਰੀਕਨ ਸੀਗਾ ਮੈਂ ਤਾਂ ਜਿੱਥੇ ਮਰਜ਼ੀ ਵਿਆਹ ਕਰਾ ਕੇ ਮੈਂ ਲੈ ਆਉਂਦਾ। ਜੇ ਉਹਨਾਂ ਹੀ ਮੈਂ ਰੱਖਣੇ ਨਾਲੇ ਥਰਡ ਪਾਰਟੀ ਦਾ ਕੋਈ ਰੌਲਾ ਹੀ ਨਹੀਂ ਰਹਿਣਾ ਸੀ। ਕਿਉਂ ਨਹੀਂ ਇਹ ਕਿਉਂ ਸਰ ਇਹ ਆਵਾਜ਼ ਬੜੀ ਘੱਟ ਆ ਰਹੀ ਆ ਸਰ। ਤੇ ਔਜਲਾ ਸਾਹਿਬ ਕੁੜੀ ਨੂੰ ਵੀ ਇਸ ਗੱਲ ਦਾ ਸਰ ਪਹਿਲੇ ਪਤਾ ਹੈ ਕਿ ਇਹਦੇ ਰਿਲੇਸ਼ਨ ਹੈਗੇ ਔਜਲਾ ਸਾਹਿਬ ਨੇ। ਹਾਂਜੀ ਅਗਲੀ ਕਾਲ ਪਲੀਜ਼। ਔਜਲਾ ਸਾਹਿਬ ਹੋ ਸਕਦਾ ਕਿ ਤੁਸੀਂ ਜੋ ਕਹਿ ਰਹੇ ਹੋ ਬਿਲਕੁਲ ਸੱਚ ਕਹਿ ਰਹੇ ਹੋ, ਤੁਹਾਡੇ ਤੇ ਜਿਹੜੇ ਦੋਸ਼ ਲੱਗ ਰਹੇ ਨੇ ਉਹ ਵੀ ਸਾਰੇ ਝੂਠੇ ਹੋਣ, ਪਰ ਇੱਕ ਗੱਲ ਦਾ ਜਵਾਬ ਤੁਸੀਂ ਬੜਾ ਕਲੀਅਰ ਕੱਟ ਦਿਓ ਜੀ, ਘੁਮਾਇਓ ਫਿਰਾਇਓ ਨਾ ਗੱਲ ਨੂੰ, ਕਿ ਤੁਹਾਡਾ ਜਿਹੜਾ ਡਿਵੋਰਸ ਹੋਇਆ ਤੁਹਾਡੀ ਘਰਵਾਲੀ ਕਹਿ ਰਹੀ ਹੈ ਕਿ ਮੈਥੋਂ ਡਿਵੋਰਸ ਦੇ ਪੇਪਰਾਂ ਤੇ ਧੱਕੇ ਨਾਲ ਸਾਈਨ ਕਰਵਾਏ ਆ, ਮੈਨੂੰ ਤਾਂ ਪਤਾ ਵੀ ਨਹੀਂ ਸੀ ਕਿਹੜੇ ਪੇਪਰਾਂ ਤੇ ਸਾਈਨ ਕਰਦਾ। ਜੇ ਉਹ ਚਲੋ ਉਸ ਗੱਲ ਤੋਂ ਵੀ ਗਲਤ ਆ, ਫਿਰ ਜਿਹੜਾ ਤੁਸੀਂ ਡਿਵੋਰਸ ਲਿਆ ਉਹ ਕਿਹੜੇ ਬੇਸਿਸ ਤੇ ਲਿਆ, ਕਿਹੜੀ ਪ੍ਰੋਬਲਮ ਸੀ ਕਿ ਤੁਹਾਨੂੰ ਡਿਵੋਰਸ ਦਾ ਫੈਸਲਾ ਲੈਣਾ ਪੈ ਗਿਆ? ਬਈ ਜੀ ਇਹ ਮੇਰੇ ਨਾਲ ਰਹਿਣਾ ਨਹੀਂ ਚਾਹੁੰਦੀ। 3 ਨੰਬਰੀ ਤਾਂ ਮੇਰੇ ਘਰੋਂ ਦੌੜ ਗਈ ਆ। ਕਦੀ ਫ੍ਰਿਜ ਨੂੰ ਜਾ ਕੇ ਰਹਿਣ ਲੱਗ ਪੈਂਦੀ ਸੀ, ਕਦੀ ਲੋੜੇ ਰਹਿਣ ਲੱਗ ਪੈਂਦੀ ਸੀ, ਕਦੀ ਕਿਤੇ ਰਹਿਣ ਲੱਗ ਪੈਂਦੀ ਸੀ। ਮੈਂ ਸਰ ਮੇਰੇ ਲੋਕ ਇਹਨਾਂ ਨੇ ਘਰੋਂ ਮੈਨੂੰ ਕੱਢ ਕੇ ਲਾਏ ਆ। ਮੈਂ ਪ੍ਰੈਗਨੈਂਟ ਸੀ, ਮੈਂ ਠੀਕ ਨਹੀਂ ਰਹਿੰਦੀ ਸੀ। ਮੇਰੇ ਮੰਮੀ ਡੈਡੀ ਨੇ ਵੀ ਕਿਹਾ ਉਹਨੂੰ ਦਵਾਈ ਲੈ ਕੇ ਦੇ, ਡਾਕਟਰ ਦੇ ਲੈ ਕੇ ਜਾਓ। ਸਰ ਮੈਂ ਵੀ ਇਹਨਾਂ ਨੂੰ ਕਹਿੰਦੀ ਰਹੀ। ਗੁਰਪ੍ਰੀਤ ਜੀ ਜਿਸ ਦਿਨ ਤੁਸੀਂ ਡਿਵੋਰਸ ਦੇ ਪੇਪਰ ਸਾਈਨ ਕੀਤੇ ਤੁਹਾਨੂੰ ਪਤਾ ਸੀ ਕਿ ਡਿਵੋਰਸ ਦੇ ਪੇਪਰ ਆ, ਤੁਹਾਨੂੰ ਦੱਸ ਕੇ ਕਰਵਾਏ ਆ? ਹਸਪੀਟਲ ਲਿਜਾ ਕੇ ਇਹ ਕਿਹਾ ਕਿ ਗੁਰਪ੍ਰੀਤ ਇਹ ਹੈ ਨਾ ਆਪਾਂ ਡਾਕਟਰ ਦੇ ਜਾਣਾ, ਉਹ ਇਦਾਂ ਨਹੀਂ ਇੱਥੇ ਮਿਲਦੇ ਡਾਕਟਰ, ਪਹਿਲਾਂ ਅਪਾਇੰਟਮੈਂਟ ਬਣਾਉਣੀ ਪੈਂਦੀ ਆ, ਤੈਨੂੰ ਸਾਈਨ ਕਰਨੇ ਪੈਣੇ, ਤੇਰੇ ਬੱਚਾ ਹੋਣੇ ਵਾਲਾ, ਤੂੰ ਸਾਈਨ ਕਰ ਇੱਥੇ। ਸਰ ਮੇਰੇ ਸਾਈਨ ਮੇਰੇ ਕੋਲ ਕਰਾਏ ਆ ਇਹਨੇ, ਸਾਈਨ ਕਰਵਾ ਕੇ ਸਰ ਮਗਰੋਂ ਇਹਨੇ ਵਿਚੋਲਣ ਦੇ ਘਰ, ਮੇਰੇ ਜਵੰਤ ਮਾਸੀ ਦੇ ਘਰ ਹੀ ਇਹਨੇ ਸਰ ਮੇਰੇ ਪੇਪਰ ਮੰਗਾਏ ਆ। ਮੈਨੂੰ ਕੋਈ ਪੇਪਰ ਨਹੀਂ ਮਿਲਿਆ ਡਿਵੋਰਸ ਦਾ। ਫਿਰ ਔਜਲਾ ਸਾਹਿਬ ਬੜੀ ਕਲੀਅਰ ਗੱਲ ਆ, ਨੈਕਸਟ ਕਾਲ ਪਲੀਜ਼। ਹਾਂਜੀ ਹਾਂਜੀ ਨਾਲ ਕਰਾਇਆ ਸਰ, ਪਹਿਲਾਂ ਇੱਥੇ ਰਿਸ਼ਤਾ ਰਜਵੰਤ ਨੇ ਕਿਸੇ ਹੋਰ ਕੁੜੀ ਨਾਲ ਕਰਾਇਆ, ਇੱਥੇ ਅਮਰੀਕਾ ਵਿੱਚ ਸੀ ਉਹ ਕੁੜੀ। ਸਰ ਸਾਹਿਬ ਕਹਿੰਦੇ ਪ੍ਰੋਸੀਡ ਪੈਰੈਂਟਲ ਸਪੌਂਸਰ ਦੀ ਗੱਲ ਕਰੋ ਪਲੀਜ਼। ਹਾਂਜੀ ਬਿਲਕੁਲ ਜੀ ਬਸ ਸਾਹਿਬ ਔਜਲਾ ਸਾਹਿਬ ਨੂੰ ਕਿਉਂਕਿ ਸਟ੍ਰੇਟ ਕੁਐਸਚਨ ਹੁੰਦੇ ਹਾਂ ਜਾਂ ਨਾ ਹੁੰਦੀ ਹੈ ਜੀ ਹਰ ਕੇਸ ਦੇ ਵਿੱਚ, ਪਰ ਔਜਲਾ ਸਾਹਿਬ ਸਾਨੂੰ ਮੈਨੂੰ ਪਤਾ ਵੈਸੇ ਸਾਡਾ ਰੇਡੀਓ ਟੀਵੀ ਦੇਖ ਰਹੇ ਨੇ, ਕਈ ਵਾਰੀ ਇਹੋ ਜਿਹੀਆਂ ਜੀ ਜਵਾਨੀ 'ਚ ਹੀ ਗੱਲਾਂ ਸੁਣਦੀਆਂ 40 45 50 ਸਾਲ ਦੀ ਉਮਰ ਤੱਕ, ਬੁਢਾਪੇ 'ਚ ਫਿਰ ਤੰਗ ਪਰੇਸ਼ਾਨੀਆਂ ਬਹੁਤ ਜ਼ਿਆਦਾ ਆਉਂਦੀਆਂ। ਬਸ ਜੀ ਅਗਲੀ ਕਾਲ ਅਸੀਂ ਪ੍ਰੋਸੀਡ ਕਰਾਂਗੇ। ਦੱਸੋ ਕਿ ਇਹ ਲੜਕਾ ਗਲਤ ਹੈ ਜਾਂ ਲੜਕੀ ਗਲਤ ਹੈ, ਇਹਦੇ ਬਾਰੇ ਵਿੱਚ ਅਸੀਂ ਲੋਕਾਂ ਨੂੰ ਜੱਜਮੈਂਟ ਲੈ ਰਹੇ ਹਾਂ। ਹਾਂਜੀ ਟਰਨ ਬਟਨ ਦੱਸੀ ਜੋ ਕਿ ਨੈਕਸਟ ਕਾਲ ਹੈ ਕਿਉਂਕਿ ਲੋਕਾਂ ਨੂੰ ਪਤਾ ਲੱਗ ਸਕੇ ਨੈਕਸਟ ਕਾਲ ਜਾ ਰਹੇ। ਹਾਂਜੀ ਗਰਜੰਟ ਬੋਲੋ ਜੀ। ਹਾਂਜੀ ਵਾਸੀ ਸਾਹਿਬ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਆਪਣਾ ਗੁਰਪ੍ਰੀਤ ਜੀ ਦੀ ਵੀ ਗੱਲ ਸੁਣ ਲਈ ਤੇ ਕਿਰਨ ਜੀ ਦੀ ਵੀ ਗੱਲ ਸੁਣ ਲਈ। ਮੈਂ ਕਹਿੰਦਾ ਮਾਸੀ ਨੂੰ ਵੀ ਲਾਈਨ 'ਚ ਲਿਆਇਆ ਜਾਵੇ, ਉਹਨਾਂ ਤੋਂ ਪੁੱਛਿਆ ਜਾਵੇ ਵੀ ਇਹ ਗੱਲ ਸੱਚ ਹੈ ਕਿ ਝੂਠ ਹੈ, ਜਿੰਨੀਆਂ ਇਹ ਗੱਲਾਂ ਕਹਿੰਦੇ ਪਏ ਇੱਕ ਦੂਜੇ ਦੇ ਐਲੀਗੇਸ਼ਨ ਲਾਉਂਦੇ ਪਏ ਆ। ਜਿਹੜੇ ਐਲੀਗੇਸ਼ਨ ਲਾਈਨ ਇੱਕ ਦੂਜੇ ਤੇ ਵਿੱਚ ਤੁਹਾਨੂੰ ਝੂਠਾ ਕੌਣ ਲੱਗਦਾ ਸੱਚਾ ਕੌਣ ਲੱਗਦਾ ਸਿਰਫ ਇਹ ਦੱਸੋ। ਮੈਨੂੰ ਤਾਂ ਜੀ ਝੂਠਾ ਦੋਨੋਂ ਹੀ ਕੁਛ ਨਾ ਕਿਤੇ 10% 20% ਦਾ ਝੂਠ ਦੋਨਾਂ ਪਾਸੋਂ ਹੀ ਹੈਗਾ। ਓਕੇ ਜੀ ਨੈਕਸਟ ਕਾਲ ਪਲੀਜ਼। ਨੈਕਸਟ ਕਾਲ ਜੀ। ਹਾਂਜੀ ਕਾਲ ਸੁਖਪਾਲ ਜੀ ਲਾਈਨ ਤੁਸੀਂ। ਗੁਰਪ੍ਰੀਤ ਜੀ ਸਿਆਣੇ ਬਣੋ ਤੇ ਤੁਸੀਂ ਛੋਟੇ ਹੋ, ਉਹ ਵੱਡੇ ਆ। ਬਾਈ ਜੀ ਨੂੰ ਵੀ ਮੈਂ ਕਹਿਣਾ ਬਈ ਤੁਸੀਂ ਬਹੁਤ ਸਿਆਣੇ ਹੋ, ਪਰ ਤੁਹਾਡੀ ਦੋਨਾਂ ਦੀ ਗਲਤੀ ਕਰਕੇ ਬੱਚਿਆਂ ਲਈ ਬਹੁਤ ਔਖਾ ਮੂਹਰੇ। ਅਗਲੀ ਕਾਲ ਪਲੀਜ਼। ਬੱਚਿਆਂ ਦਾ ਫਿਊਚਰ ਬਹੁਤ ਧੁੰਦਲਾ ਹੋ ਜਾਣਾ ਤੇ ਜੇ ਮੈਂ ਤੁਹਾਡੀ ਹੈਲਪ ਕਰ ਸਕਾਂ ਤਾਂ ਮੈਂ ਵਾਸੀ ਸਾਹਿਬ ਨੂੰ ਆਪਣੇ ਭਾਣਜੇ ਦਾ ਨੰਬਰ ਦੇ, ਉਹ ਤੁਹਾਡੇ ਕੋਲੇ ਐਕਸੈਸ ਦੇ ਵਿੱਚ ਰਹਿੰਦਾ। ਨੈਕਸਟ ਕਾਲ ਜੀ। ਨਵਦੀਪ ਤੁਸੀਂ ਲਾਈਨ ਤੇ ਹੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਬੋਲੋ। ਹਾਂਜੀ ਆਪਣਾ ਜਿੱਦਾਂ ਮੈਡਮ ਦਾ ਆਪਣਾ ਜਿੱਦਾਂ ਅਮਰੀਕਾ ਆਏ, ਉਹ 1 ਵੀਕ ਬਾਅਦ ਹੀ ਉਹਨਾਂ ਨੇ ਪੁਲਿਸ ਨੂੰ ਕਾਲ ਕਰਤੀ। ਉਹ ਬਹੁਤ ਉਹਨਾਂ ਨੇ ਜਿੱਦਾਂ ਮੇਰੇ ਖਿਆਲ ਨਾਲ ਸਰ ਮੈਂ 1 ਵੀਕ ਬਾਅਦ ਕੋਈ ਪੁਲਿਸ ਨੂੰ ਕਾਲ ਨਹੀਂ ਕੀਤੀ। ਮੈਂ 15 ਦਿਨ ਇੱਥੇ ਲੋੜ ਹੀ ਰਹਿ ਕੇ 15-16 ਦਿਨ, ਉਸ ਤੋਂ ਬਾਅਦ ਅਸੀਂ ਇੱਥੇ ਆਏ ਆ, ਸੈਂਟਾਨੈਲਾ ਆਏ ਆ। 1 ਹਫ਼ਤਾ ਮੈਂ ਇੱਥੇ ਰਹੀ ਆ। 1 ਹਫ਼ਤੇ ਬਾਅਦ ਜਦੋਂ ਲੜਾਈ ਹੋਈ ਸਰ ਮੈਨੂੰ ਕੁੱਟ ਕੇ ਘਰੋਂ ਕੱਢਿਆ ਗਿਆ ਤੇ ਗਵਾਂਢਣ ਨੇ ਪੁਲਿਸ ਸੱਦੀ ਆ, ਮੈਂ ਨਹੀਂ ਪੁਲਿਸ ਸੱਦੀ। ਉਸ ਤੋਂ ਬਾਅਦ ਸਰ ਜੇ ਮੇਰੇ ਹਸਬੰਡ ਕਹਿੰਦੇ ਹੋ ਗਈ ਆ ਸਰ ਹਾਂਜੀ ਨੈਕਸਟ ਕਾਲ ਗਈ ਸੀ, ਇਹਨਾਂ ਨੇ ਮੇਰੇ ਆਉਂਦੇ ਨੂੰ ਲੋਕ ਲਾਏ ਸੀ। ਓਕੇ ਗੁਰਪ੍ਰੀਤ ਛੋਟੀ ਗੱਲ ਕਰੋ, ਮੇਰੇ ਪਾਸ ਸਮਾਂ ਬੜਾ ਘੱਟ ਹੈ। ਹਾਂਜੀ ਕਾਲਰ ਗੋ ਹੈਡ। ਹਾਂਜੀ ਮੈਨੂੰ ਲੱਗਦਾ ਕਿ ਇਹਦੇ ਵਿੱਚ ਗੁਰਪ੍ਰੀਤ ਸਹੀ ਬੋਲ ਰਿਹਾ ਤੇ ਜਿਹੜੇ ਔਜਲਾ ਜੀ ਆ ਉਹ ਨਹੀਂ ਸਹੀ ਬੋਲਦੇ ਕਰਕੇ
ਇਟ ਡਸਨਟ ਮੈਟਰ ਜਦੋਂ ਤੁਹਾਡੇ ਘਰ ਵਿੱਚ ਗੱਲ ਕੋਈ ਚੱਲਦੀ ਹੈ, ਰੌਲਾ ਪੈਂਦਾ, ਤੁਹਾਡੇ ਨੇਬਰਸ ਕਾਲ ਕਰ ਦਿੰਦੇ ਹੁੰਦੇ ਆ, ਹਨਾ। ਤੇ ਦੂਜੀ ਗੱਲ, ਇਹ ਮੇਰੇ ਖਿਆਲ ਨਾਲ ਡਾਈਵੋਰਸ ਹੋ ਗਿਆ, ਬਟ ਸਟਿਲ ਇਹ ਚਾਈਲਡ ਸਪੋਰਟ ਲਈ ਤੇ ਸਪਾਊਸਲ ਸਪੋਰਟ ਲਈ ਅਪਲਾਈ ਕਰ ਸਕਦੇ ਆ। ਮਿਹਰਬਾਨੀ, ਥੈਂਕ ਯੂ ਸਭ। ਨੈਕਸਟ ਕਾਲ ਜੀ। ਹਾਂਜੀ ਓਕੇ, ਸ਼ਾਰਟ ਮੈਸੇਜ ਪਲੀਜ਼। ਜਗਜੀਤ ਜੀ ਲਾਈਨ ਤੁਸੀਂ ਬੋਲੋ। ਜਗਜੀਤ ਤੁਸੀਂ ਲਾਈਨ ਤੇ ਹੋ? ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਇਹ ਭਾਜੀ ਹੁਣੀ ਸਕੀਮ ਲਾ ਕੇ ਕੁੜੀ ਨੂੰ ਇੰਡੀਆ ਲੈ ਕੇ ਗਏ ਵੀ ਮੈਂ ਡਿਵੋਰਸ ਆਲਰੇਡੀ ਕਰਕੇ ਲੈ ਕੇ ਗਿਆ ਡਿਵੋਰਸ। ਜਿਹੜਾ ਉਹ ਕੁੜੀ ਦੁਬਾਰਾ ਉੱਥੇ ਜਾ ਕੇ ਨੇ ਪਾਸਪੋਰਟ ਦਾ ਸਿੱਟਤਾ ਉੱਥੇ ਪਾੜ ਕੇ ਜਾਂ ਕੁਛ ਨੇ ਕੀਤਾ ਵੀ ਤਾਂ ਜੋ ਕੁੜੀ ਦੁਬਾਰਾ ਕਿਤੇ ਅਮਰੀਕਾ ਨਾ ਆ ਸਕੇ। ਤਾਂ ਇਹਨੇ ਕਿਉਂਕਿ ਜਦੋਂ ਅਮਰੀਕਾ ਆਊਗੀ ਤਾਂ ਉਹਦੀ ਇਨਕੁਆਇਰੀ ਹੋਊਗੀ ਵੀ ਇਹ ਡਿਵੋਰਸੀ ਜੋ ਹੋਊਗੀ, ਡਿਵੋਰਸੀ ਜੋ ਹੋਊਗੀ ਤਾਂ ਉਹ ਕਹਿਣਗੇ ਵੀ ਤੇਰਾ ਤਾਂ ਡਿਵੋਰਸ ਹੋ ਗਿਆ, ਤੈਨੂੰ ਦੁਬਾਰਾ ਅਸੀਂ ਅਮਰੀਕਾ ਨਹੀਂ ਆਉਣ ਦੇਣਾ। ਤਾਂ ਇਹਨੇ ਸਕੀਮ ਲਾਈ ਹੈ ਤੇ ਆਲਰੇਡੀ ਡਿਵੋਰਸ ਕਰਕੇ ਹੀ ਉਹਨੂੰ ਉੱਥੇ ਲੈ ਕੇ ਗਿਆ। ਓਕੇ, ਨੈਕਸਟ ਕਾਲ ਪਲੀਜ਼। ਹਾਂਜੀ ਕਾਲਰ ਗੋ ਹੈਡ ਪਲੀਜ਼। ਹੈਲੋ ਜੀ, ਹਾਂਜੀ ਜੀ ਬਾਸੀ ਸਾਹਿਬ, ਇਹ ਨਾ ਮਾਸੀ ਤਾਂ ਇਹ ਜਿੱਦਾਂ ਵੀ ਪ੍ਰਾਹੁਣਾ ਦੋਹੇ ਹੈ ਨਾ, ਇਹ ਸੁਸਾ ਕੈਨ ਯੂ ਟਰਾਈ ਟੂ ਮਾਸੀ ਨੂੰ ਕਾਲ ਕਰੋਗੇ ਦੁਬਾਰਾ ਫਿਰ ਦੁਬਾਰਾ? ਹਾਂਜੀ ਬੋਲੋ ਬੋਲੋ ਟਾਂਟੀ ਸਾਹਿਬ ਬੋਲੋ, ਜਲਦੀ ਕਰੋ। ਅੱਛਾ, ਇਹ ਮਾਸੀ ਦੇ ਮਤਲਬ ਇਹ ਵਿਆਹ ਦੇ ਵਿੱਚ ਹੀ ਸਾਡੇ ਸਮਾਜ 'ਚ ਜਦੋਂ ਵਿਆਹ ਹੁੰਦੇ ਨਾ, ਵਿਚੋਲੀ ਨਾਲ ਜਿਹੜੀ ਹੁੰਦੀ ਆ ਉਹ ਵਿਆਹ ਦੇ ਵਿੱਚ ਹੀ ਸੈੱਟ ਹੋ ਜਾਂਦੀ ਆ ਤੇ ਉਹ ਏਡੇ ਹੀ ਸਾਲੀਆਂ ਹੋ ਜਾਂਦੀਆਂ। ਤਾਂ ਇਹਨਾਂ ਨਾਲ ਉਦੋਂ ਗਿਟਮਿਟ ਹੋਈ ਆ, ਪਹਿਲਾਂ ਨਾ ਹੋਊਗਾ ਕੋਈ ਰਿਸ਼ਤਾ। ਤੇ ਬਾਕੀ ਜਿਹੜੀ ਉਹ ਜਿਹੜੀ ਗੁਰਪ੍ਰੀਤ ਆ ਉਹਨੂੰ ਜਿਹੜੀ ਉਹਦੀ ਅਸਲ 'ਚ ਇਹਨੂੰ ਵਿਆਹ ਹੀ ਨਹੀਂ ਕਰਾਉਣਾ ਚਾਹੀਦਾ ਸੀ। ਇਹਦੀ ਕੁੜੀ ਸੀ, ਇਹਨੂੰ ਜੀਣ ਦੀ ਸੀਗੀ, ਮਤਲਬ ਉਹਦੇ ਨਾਲ ਕੁੜੀ ਦੇ ਨਾਲ ਹੀ ਆਪਣਾ ਟਾਈਮ, ਆਪਣੀ ਕੁੜੀ ਜਿਹੜੀ ਵਾਈਫ ਛੱਡ ਗਈ ਆ। ਤੇ ਗੁਰਪ੍ਰੀਤ ਨੇ ਉਹਦਾ ਮਤੇਰ ਮਾਂ ਨਹੀਂ ਕਦੀ ਵੀ ਬਣਦੀ ਹੁੰਦੀ, ਉਹਦੇ ਵਿੱਚ ਵੀ ਕਸੂਰ ਆ। ਤੇ ਨੈਕਸਟ ਕਾਲ ਪ੍ਰੋਸੀਡ ਕਰੋ ਜੀ। ਸੋਹਣੀ ਆ, ਇਸ ਕਰਕੇ ਮਾਸੀ ਇਹਦੇ ਨਾਲ। ਨੈਕਸਟ ਕਾਲ ਜੀ। ਹਾਂਜੀ ਅਗਲੀ ਕਾਲ। ਹੈਲੋ ਰਣਜੋਤ ਜੀ ਬੋਲੋ। ਜੀ ਜੀ, ਮੇਰਾ ਤਾਂ ਖਿਆਲ ਇਹ ਹੈ ਜੀ, ਗੁਰਪ੍ਰੀਤ ਜੀ ਨੂੰ ਪਹਿਲਾਂ ਇਹ ਆਪਣੇ ਮਾਸੀ ਦੇ ਨਾਲ ਸੈਟਲ ਕਰ ਲੈਂਦੇ ਵੀ ਮੈਨੂੰ ਤੁਹਾਡੇ ਤੇ ਇਸ ਤਰ੍ਹਾਂ ਡਾਊਟ ਹੋ ਰਿਹਾ ਹੈ ਵੀ ਮੇਰਾ ਇਸ ਤਰ੍ਹਾਂ ਪਰਿਵਾਰ ਖਤਮ ਹੋ ਰਿਹਾ ਹੈ। ਸਰ ਮੈਂ ਬਹੁਤ ਫੋਨ ਕੀਤੇ ਸੀ ਉਹਨਾਂ ਨੂੰ, ਮੈਂ ਬਹੁਤ ਕਿਹਾ ਸੀ ਉਹਨਾਂ ਨੂੰ ਪਲੀਜ਼ ਮੇਰਾ ਘਰ ਬਸ ਲੈਣ ਦਿਓ, ਪਰ ਸਰ ਉਹ ਬਾਰ-ਬਾਰ ਕਹਿੰਦੀ ਸੀ ਮੇਰਾ ਆ, ਕਹਿ ਰਹੀ ਓਕੇ, ਨੈਕਸਟ ਕਾਲ ਪਲੀਜ਼। ਨੈਕਸਟ ਕਾਲ ਪ੍ਰੋਸੀਡ ਕਰੋ। ਹਾਂਜੀ ਕਾਲਰ ਅਮਰਜੀਤ ਬੋਲੋ। ਹਾਂਜੀ ਬਾਈ ਜੀ, ਘੱਟੋ ਘੱਟ ਜ਼ਿਆਦਾ ਨਹੀਂ ਤੇ 75% ਮੁੰਡੇ ਦਾ ਕਸੂਰ ਹੈ ਜੀ। ਮੈਂ ਗਰੰਟੀ ਨਾਲ ਕਹਿੰਦਾ ਜਿਹੜੀ ਮਾਸੀ ਆ ਉਹ ਉਹਨਾਂ ਦੇ ਘਰ ਦੇ ਵਿੱਚ ਕਲੇਸ਼ ਜ਼ਿਆਦਾ ਉਹਦਾ ਹੈ ਜੀ, ਉਹਨੇ ਪਵਾਇਆ ਹੋਇਆ ਜੀ। ਓਕੇ, ਥੈਂਕ ਯੂ ਸੋ ਮਚ। ਤੁਹਾਡੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਹੋ ਜਾਣੀ ਜੀ। ਓਕੇ, ਨੈਕਸਟ ਕਾਲ ਜੀ। ਨੈਕਸਟ ਕਾਲ ਪ੍ਰੋਸੀਡ ਕਰੋ। ਹਾਂਜੀ ਸਿਸਟਰ ਟਰਾਈ ਕਰੋ ਉਹਨਾਂ ਨੂੰ ਕਾਲ ਤੇ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਬੋਲੋ। ਚਲੋ ਜੀ ਬੋਲੋ ਜੀ ਕਲਜੀਤ ਜੀ ਬੋਲੋ। ਹਾਂਜੀ, ਜਿਹੜੇ ਆਪਣਾ ਇਹ ਮੈਡਮ ਆਪਣੀ ਕੰਪਲੇਂਟ ਕਰ ਰਹੇ ਨੇ, ਦੱਸ ਰਹੇ ਨਾਲ ਦੁੱਖ ਦੱਸ ਰਹੇ ਨੇ, ਇਸ ਕੇਸ ਕੋਈ ਮਤਲਬ ਕਿ ਕਮੈਂਟ ਨਹੀਂ ਦੇ ਸਕਦਾ ਮੈਂ। ਹੋ ਸਕਦਾ ਵਾਕਈ ਦੁਖੀ ਹੋਵੇ, ਸੱਚਾਈ ਉਹਦੇ ਵਿੱਚ ਹੋਵੇ, ਤਾਂ ਉਹ ਤੁਹਾਡੇ ਸ਼ੋਅ ਤੇ ਜਾਈਏ। ਜਿਹੜੇ ਗੁਰਪ੍ਰੀਤ ਨੇ ਉਹਦੇ ਵੀ ਸਟਿਲ ਲਾਈਨ ਤੇ ਭਾਈ ਤੁਸੀਂ ਗੱਲ ਕਰੋ। ਹਾਂਜੀ ਜੀ ਹਾਂਜੀ, ਜੇ ਤੁਹਾਨੂੰ ਲੱਗਦਾ ਮਤਲਬ ਕਿ ਤੁਹਾਡਾ ਡਿਵੋਰਸ ਆਲਰੇਡੀ ਹੋ ਚੁੱਕਿਆ, ਰਾਈਟ, ਤੁਹਾਨੂੰ ਕੋਈ ਜਵਾਬ ਦੇਣ ਦੀ ਲੋੜ ਨਹੀਂ ਹੈ। ਜੇ ਤੁਸੀਂ ਕਸੂਰ ਕੋਈ ਨਹੀਂ ਕੀਤਾ, ਗੋ ਆਫਟਰ ਈਅਰ ਆਪਣੇ ਕੰਮ ਤੇ ਜਾਓ। ਤੁਹਾਡੀ ਵਾਈਫ ਨੇ ਕੰਪਲੇਂਟ ਕੀਤੀ ਹੈ, ਲੈਟ ਦ ਪੀਪਲ ਲਿਸਨ ਹਰ। ਓਕੇ, ਥੈਂਕ ਯੂ ਸੋ ਮਚ। ਆਪਣੀ ਕੋਈ ਗਲਤੀ ਤੁਹਾਡੇ ਵਿੱਚ ਨਹੀਂ ਹੈਗੀ ਤੇ ਜਸਟ ਆਫਟਰ ਈਅਰ ਗੋ ਹੋਮ। ਥੈਂਕ ਯੂ ਜੀ। ਨੈਕਸਟ ਕਾਲ ਸਰ ਸਾਹਿਬ, ਨੈਕਸਟ ਕਾਲ ਪਲੀਜ਼। ਥੈਂਕ ਯੂ ਸੋ ਮਚ। ਅਗਲੀ ਕਾਲ ਢੀਂਡਸਾ ਜੀ, ਗੋ ਹੈਡ ਜੀ। ਢੀਂਡਸਾ ਸਾਹਿਬ ਲਾਈਨ ਤੇ ਆਪ ਜੀ। ਹਾਂਜੀ, ਮੈਂ ਤਾਂ ਜੀ ਇਹ ਕਹਿਣਾ ਟਾਂਡੀ ਮੰਗਦੇ ਨੂੰ ਬੈਨ ਕਰੋ ਜੀ। ਇਹ ਸੱਭਿਅਕ ਲੈਂਗੁਏਜ ਨਹੀਂ ਬੋਲਦਾ ਤੁਹਾਡੇ ਸਟੇਸ਼ਨ ਤੇ ਆ ਕੇ, ਇਹ ਹਮੇਸ਼ਾ ਹੀ ਗਲਤ ਬੋਲਦਾ, ਗਲਤ ਲੈਂਗੁਏਜ ਯੂਜ਼ ਕਰਦਾ ਬਹੁਤ ਜ਼ਿਆਦਾ। ਮੈਂ ਲੀਗਲ ਪੈਨਲ ਨੂੰ ਮੈਂ ਬੇਨਤੀ ਕਰ ਰਿਹਾ, ਅੱਜ ਮੈਂ ਲੈਟਰ ਲਿਖ ਕੇ ਦੇ ਰਿਹਾ ਕਿ ਇਹਨੂੰ ਮਤਲਬ ਕੋਈ ਐਕਸ਼ਨ ਲਿਆ ਜਾਵੇ। ਲੀਗਲ ਪੈਨਲ ਦੇ ਕੋਲ ਕੰਟਰੋਲ ਹੈ ਸਾਰਾ। ਆਈ ਡੋਂਟ ਨੋ ਕਿ ਲੀਗਲ ਪੈਨਲ ਕਿਉਂ ਨਹੀਂ ਐਕਸ਼ਨ ਲੈ ਰਿਹਾ। ਸੋ ਲੀਗਲ ਪੈਨਲ ਨੇ CRT ਨੂੰ ਲੈਟਰ ਲਿਖੂਗਾ ਕਿ ਕੀ ਕਰੂਗਾ, ਆਈ ਡੋਂਟ ਨੋ। ਬੜੀ ਮਿਹਰਬਾਨੀ ਸੁਜੈਸ਼ਨ ਦੇਣ ਦੀ, ਥੈਂਕ ਯੂ ਸੋ ਮਚ। ਅਗਲੀ ਕਾਲ। ਹਾਂਜੀ ਕਾਲਰ ਗੋ ਹੈਡ ਜੀ। ਹੈਲੋ ਬੋਲੋ ਸਰ, ਤੁਸੀਂ ਲਾਈਨ ਤੇ ਹੋ। ਸਰ ਜੀ ਇਹ ਤੇ ਸਾਰੀ ਗੱਲ ਆਪਣੀ ਜਗ੍ਹਾ ਠੀਕ ਹੈ, ਲੇਕਿਨ ਇਹ ਆਦਮੀ ਗਲਤ ਹੈ ਔਰ 100% ਗਲਤ ਹੈ। ਆਈ ਸੀ, ਮਿਹਰਬਾਨੀ ਜੀ। ਅਗਲੀ ਕਾਲ ਤੋਂ ਪ੍ਰੋਸੀਡ ਕਰੋ। ਹਾਂਜੀ ਹਾਂਜੀ ਜੀ ਬੋਲੋ ਜੀ, ਬੋਲੋ ਸਰ। ਸਰ ਬਾਸੀ ਸਾਹਿਬ ਹਾਂਜੀ ਅਗਲੀ ਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬੋਲੋ। ਕਾਲਰ ਤੁਸੀਂ ਲਾਈਨ ਤੇ ਹੋ। 317 ਨੰਬਰ ਲਾਈਨ ਤੇ ਸੀ। ਹਾਂਜੀ ਕਨਵਰ ਲਾਈਨ ਤੇ ਤੁਸੀਂ। ਬਾਸੀ ਸਾਹਿਬ ਇਹ ਤਾਂ ਬੜਾ ਮਾੜਾ ਹੋਇਆ ਕੁੜੀ ਦੇ ਨਾਲ। ਮਿਹਰਬਾਨੀ ਜੀ। ਅਗਲੀ ਕਾਲ ਜੀ। ਨੈਕਸਟ ਕਾਲ ਜੀ। ਕਾਲਰ ਗੋ ਹੈਡ ਜੀ। ਭਾਈ ਸਾਹਿਬ ਆਪਣੇ ਨਾ ਗੱਲਾਂ ਘੁਮਾ ਫਰਾ ਕੇ ਕਰ ਰਹੇ ਆ, ਸਿੱਧਾ ਜਵਾਬ ਨਹੀਂ ਦੇ ਰਹੇ ਵੀ ਮੈਂ ਆਪਣੇ ਕੀਤਾ ਡਿਵੋਰਸ ਪੇਪਰ ਦੇ ਉੱਤੇ ਸਾਈਨ ਕਿੱਦਾਂ ਕਰਾਏ, ਡਾਇਰੈਕਟਲੀ ਕਰਾਏ ਜਾਂ ਇਨਡਾਇਰੈਕਟਲੀ ਕਰਾਏ। ਤੇ ਉਹਨਾਂ ਨੇ ਜੇ ਇਨਡਾਇਰੈਕਟਲੀ ਜਾਂ ਡਾਇਰੈਕਟਲੀ ਕਰਾਏ ਹੁੰਦੇ ਤਾਂ ਉਹਨਾਂ ਨੇ ਫਿਰ ਉਹਨਾਂ ਦੀ ਵਾਈਫ ਨੇ ਕਿਉਂ ਰੌਲਾ ਪਾਉਣਾ ਸੀ। ਆਇਸ ਮਿਹਰਬਾਨੀ ਜੀ। ਨੈਕਸਟ ਕਾਲ ਜੀ। ਡਿਵੋਰਸ ਚਾਹੁੰਦੀ ਹੁੰਦੀ। ਥੈਂਕ ਯੂ ਸੋ ਮਚ। ਅਗਲੀ ਕਾਲ ਜੀ। ਗੁੱਡ। ਤੁਸੀਂ ਦੱਸੋ ਕਿ ਕੌਣ ਸਹੀ ਤੇ ਕੌਣ ਗਲਤ, ਸਿਰਫ 1 ਮਿੰਟ ਲਈ ਤੁਸੀਂ ਸ਼ੋਅ ਰੱਖਾਂਗੇ। ਨੈਕਸਟ ਕਾਲ ਦੇ ਪ੍ਰੋਸੀਡ।
ਮਾਸੀ ਦਾ ਹੀ ਕੰਮ ਲੱਗਦਾ ਹੈ ਸਾਰਾ। ਇੱਥੇ ਮਾਸੀਆਂ ਤੇ ਸਾਲੀਆਂ ਬਹੁਤ ਕੰਮ ਖਰਾਬ ਕਰ ਰਹੀਆਂ ਜੀ। ਕੈਲੀਫੋਰਨੀਆ, ਮੈਂ ਕੈਲੀਫੋਰਨੀਆ ਤੋਂ ਬੋਲ ਰਿਹਾ ਜੀ। ਬਸ ਜੀ ਲਗਾਤਾਰ ਅਸੀਂ ਟਰਾਈ ਕਰ ਰਹੇ ਸੀ ਕਿ ਇਹਨਾਂ ਦੀ ਮਾਸੀ ਰਾਜਵੰਤ ਕੌਰ ਨਾਲ ਸਾਡੀ ਗੱਲਬਾਤ ਹੋ ਸਕੇ। ਪਹਿਲਾਂ ਘੰਟੀਆਂ ਜਾ ਰਹੀਆਂ ਸੀ ਪਰ ਜੀ ਹੁਣ ਸਵਿਚ ਆਫ ਹੋ ਚੁੱਕਾ ਜੀ। ਰਾਜਵੰਤ, ਤੁਸੀਂ ਸਵਿਚ ਆਫ ਤੁਹਾਨੂੰ ਨਹੀਂ ਕਰਨਾ ਚਾਹੀਦਾ। ਤੁਸੀਂ ਆਪਣਾ ਪੱਖ ਰੱਖੋ ਕਿ ਕੀ ਸੱਚ ਹੈ ਗੁਰਪ੍ਰੀਤ ਦਾ, ਕੀ ਝੂਠ ਹੈ। ਜੇ ਗੁਰਪ੍ਰੀਤ ਕਹਿ ਰਹੀ ਹੈ ਕਿ ਮੇਰੇ ਘਰ ਵਾਲਾ ਕਹਿੰਦੇ ਸੀ ਤੁਸੀਂ ਇਸ ਸੰਗ ਦੀ ਬਿੰਦੀ ਲਾ, ਇਸ ਸੰਗ ਦੇ ਸੂਟ ਪਾ, ਇੱਕ ਥਾਲੀ ਵਿੱਚ ਖਾਂਦੇ ਸੀਗੀ, ਤਾਂ ਲੱਗਦਾ ਹੈ ਕਿ ਇੱਕ ਸਮਥਿੰਗ ਕਾਲਾ ਕਾਲਾ ਹੈ। ਦਾਲ ਦੇ ਵਿੱਚ ਕੋਕੜੂ ਨਹੀਂ, ਦਾਲ ਹੀ ਸਾਰੀ ਕਾਲੀ ਲੱਗਦੀ ਹੈ। ਸੋ ਇਹ ਇੱਕ ਬਾਸੀ ਸਾਹਿਬ ਇਹ ਕੰਮ ਹੀ ਮਾਸੀ ਦਾ ਹੀ ਸਾਰਾ, ਉਹਨੇ ਸਕੀਮ ਹੀ ਪਾਈ ਆ ਲਿਜਾ ਕੇ ਉੱਥੇ। ਘਰ ਦੀ ਗੱਲ ਘਰ 'ਚ ਹੀ ਰਹਿ ਜੂਗੀ ਜੀ। ਆਈ ਸੀ। ਨੈਕਸਟ ਕਾਲ ਜੀ। ਹਾਂਜੀ ਜੀ, ਥੈਂਕ ਯੂ। ਓਕੇ, ਅਗਲੀ ਕਾਲ। ਸਤਿ ਸ਼੍ਰੀ ਅਕਾਲ ਜੀ। ਸਰ ਤੁਸੀਂ ਦੱਸਿਆ ਕਿ ਲਾਈਨ ਤੇ ਹਾਂਜੀ, ਲਾਈਨ ਨੂੰ ਕੱਟ ਲਓ ਇਸ ਨੂੰ। ਹਾਂਜੀ ਬਰਿੰਦਰ, ਤੁਸੀਂ ਲਾਈਨ ਤੇ ਬੋਲੋ ਜੀ। ਹਾਂਜੀ ਬਾਸੀ ਸਾਹਿਬ, ਮੈਨੂੰ ਤਾਂ ਲੱਗਦਾ ਜੀ ਇਹ ਮੁੰਡੇ ਦਾ ਚੱਕਰ ਹੈਗਾ ਜੀ ਇਹਦੀ ਮਾਸੀ ਨਾਲ ਜੀ। ਪਤਾ ਜੀ ਗੱਲ ਕੀ ਹੈ, ਦੇਖੋ ਮਾਸੀ ਵੀ ਹੁਣ ਡਿਵੋਰਸ ਸੀਗਾ, ਉਹਦੇ ਜਵਾਕ ਹੋਣਗੇ ਜੀ ਹਨਾ ਮਾਸੀ ਦੇ ਖਾਸੇ ਵੱਡੇ ਵੀ 24-25 ਸਾਲਾਂ ਦੇ। ਉਹਨੂੰ ਆਏ ਹੋਣਾ ਵੀ ਮੈਂ ਜਵਾਕਾਂ ਨੂੰ ਕੀ ਕਹੂੰਗੀ ਵੀ ਮੈਂ ਵਿਆਹ ਕਿਉਂ ਕਰਾ ਰਹੀ ਆ। ਤਾਂ ਉਹਨੇ ਕੀ ਕੀਤਾ ਜੀ, ਇਹਦਾ ਕੁੜੀ ਦਾ ਰਿਸ਼ਤਾ ਕਰਾਤਾ ਵੀ ਚਲੋ ਵੀ ਮੈਂ ਆਪਦਾ ਸਾਰੀ ਚੱਲੂਗੀ ਤੇ ਨਾਲੇ ਚਲੋ ਵੀ ਕਿਸੇ ਨੂੰ ਜਵਾਬ ਦੇਣ ਦੀ ਨਹੀਂ ਲੋੜ ਵੀ ਮੈਂ ਕਿਉਂ ਵਿਆਹ ਕਰਾ ਰਹੀ ਆ। ਉਹਦਾ ਬਿਨਾਂ ਵਿਆਹ ਤੋਂ ਸਰ ਰਿਹਾ ਹੈ। ਅਗਲੀ ਕਾਲ ਪਲੀਜ਼। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ, ਕੈਰੀ ਔਨ। ਸਰ ਮੈਨੂੰ ਇਹ ਦੋਨੋਂ ਸਾਈਡੋਂ ਥੋੜਾ ਫਾਲਟ ਲੱਗਦਾ, ਪਰ ਮੈਨੂੰ ਸਰ ਦਾ ਜ਼ਿਆਦਾ ਲੱਗਦਾ ਹੈ ਭਾਜੀ ਦਾ, ਕਿਉਂਕਿ ਦੇਖੋ ਉਹਨਾਂ ਦੇ ਕੋਲ ਪਹਿਲਾਂ ਵੀ ਗੁੜੀਆ ਹੈਗੀ, ਠੀਕ ਹੈ। ਜੇ ਬੰਦੇ ਨੇ ਘਰ ਵਸਾਣਾ ਹੁੰਦਾ ਤਾਂ ਬੰਦਾ ਚਾਹੇ ਵਾਈਫ ਜਿਵੇਂ ਦੀ ਮਰਜ਼ੀ ਹੋਵੇ ਉਹਨੂੰ ਜੋੜ ਕੇ ਰੱਖਦਾ। ਫਿਰ ਉੱਪਰੋਂ ਇਹਨਾਂ ਦੀਆਂ 2 ਬੇਬੀਜ਼ ਹੋਰ ਹੋਈਆਂ, ਚਲੋ ਠੀਕ ਹੈ। ਹੁਣ ਇਹ ਬੱਚੇ ਦੀ ਵੀ ਜ਼ਿੰਮੇਵਾਰੀ ਨਹੀਂ ਕਰ ਰਹੇ ਹਨਾ, ਤੇ ਬੋਲ ਰਹੇ ਨੇ। ਮੈਂ ਨਹੀਂ ਕਹਿੰਦੀ ਵੀ ਉਹ ਵੀ ਲੜਦੇ ਹੋਣੇ, ਪਰ 1-2 ਧੀਆਂ ਦੀ, ਜਿਵੇਂ ਸਿੱਧੂ ਸਰ ਨੇ ਕਿਹਾ ਵੀ 2 ਧੀਆਂ ਦੀ ਮਾਂ ਐਵੇਂ ਪਬਲਿਕਲੀ ਨਹੀਂ ਕਰ ਸਕਦੀ, ਠੀਕ ਹੈ। ਲੜਾਈ 100 ਵਾਰ ਹੁੰਦੀ ਹੈ, ਸਾਡੇ ਵੀ, ਮੇਰੇ ਵੀ ਹਸਬੈਂਡ ਵਾਈਫ ਬਹੁਤ ਲੜਾਈ ਹੁੰਦੀ ਹੈ, ਪਰ ਐਵੇਂ ਨਹੀਂ ਹੈਗਾ ਵੀ ਤੁਸੀਂ ਹਨਾ ਬਿਨਾਂ ਦੱਸੇ ਉਹਨਾਂ ਨੂੰ ਉਹ ਕਰ ਦੋ ਜਾਂ ਕਰ ਦੋ। ਮੈਂ ਕਹੂੰਗੀ ਪਲੀਜ਼ ਤੁਸੀਂ ਹੈਲਪ ਕਰੋ, ਪਰ ਭਾਜੀ ਨੂੰ ਵੀ ਹੋਣਾ ਚਾਹੀਦਾ ਵੀ ਉਹਨਾਂ ਕੋਲ 3 ਕੁੜੀਆਂ। ਮਿਹਰਬਾਨੀ ਜੀ। ਨੈਕਸਟ ਕਾਲ। ਉਹਨਾਂ ਦਾ ਵੀ ਵਿਆਹ ਕਰਾਣਾ ਵੀ ਆਪਣਾ ਜੋੜ ਕੇ ਰੱਖਣ ਸਰ। ਮਿਹਰਬਾਨੀ ਜੀ। ਨੈਕਸਟ ਕਾਲ ਜੀ। ਕਾਲ ਗੋ ਹੈਡ ਪਲੀਜ਼। ਸਰ ਘਰ ਵੀ ਟ੍ਰਾਂਸਫਰ ਕੀਤਾ ਵਿਚੋਲਨ ਦੇ ਨਾਮ, ਮਾਸੀ ਦੇ ਨਾਂ ਕੈਸ਼ ਲਿਆ ਸੀ ਇਹਨੇ, ਘਰ ਉਹਦੇ ਨਾਲ ਕਰਾਇਆ। ਸਰ ਮੇਰੇ ਕੋ ਮੁੰਡਾ ਚਾਹੁੰਦੇ ਸੀ ਵੀ ਮੁੰਡਾ ਹੋਵੇ, ਕਹਿੰਦਾ ਕੁੜੀਆਂ ਤਾਂ ਮੇਰੇ ਤੋਂ ਹੈਗੀ, ਮੈਂ ਕੁੜੀਆਂ ਕੀ ਕਰਨੀਆਂ। ਸਰ ਮੇਰਾ ਇੱਕ ਬੱਚਾ ਇੰਡੀਆ, ਸਰ ਇਹਨੂੰ ਪੁੱਛੋ ਸਾਡਾ ਬੱਚਾ ਇੱਕ ਇੰਡੀਆ ਆ। ਸਰ ਇਹਨੂੰ ਇਹ ਵੀ ਪੁੱਛੋ ਤੂੰ ਡਿਵੋਰਸ ਦੇ ਪੇਪਰ ਮਾਸੀ ਦੇ ਐਡਰੈਸ ਤੇ ਕਿਉਂ ਮੰਗਾਏ, ਮੈਨੂੰ ਕਿਉਂ ਨਹੀਂ ਦਿੱਤੇ। ਸਰ ਪੁੱਛੋ ਇਹਨੂੰ, ਮੈਂ ਝੂਠ ਨਹੀਂ ਬੋਲਦੀ, ਮੈਂ ਸੱਚ ਬੋਲਦੀ, ਜੋ ਬੋਲਦੀ ਆ, ਜੋ ਮੇਰੇ ਨਾਲ ਹੋਇਆ ਸਰ ਮੈਂ ਉਹ ਦੱਸਦੀ ਆ। ਦਿਸ ਇਜ਼ ਵੈਰੀ ਸੈਡ ਪਾਰਟ। ਡਿਵੋਰਸ ਇਹਨੇ ਸਰ ਕੀਤਾ। ਮੈਨੂੰ ਇਹਨਾਂ ਨੂੰ ਇਹ ਵੀ ਪੁੱਛੋ, ਰਜਵੰਤ ਲੋਕ ਲਾ ਕੇ ਗਈ ਘਰ ਸਰ ਮੈਂ ਜਦੋਂ ਡਾਕਟਰ। ਅੱਛਾ, ਇਹਨੇ ਜਿਹੜਾ ਤੁਹਾਡੇ ਘਰ ਸੀਗਾ ਆਪਣੇ ਨਾਂ ਦਾ ਘਰ, ਇਹਨੇ ਤੁਹਾਡੀ ਮਾਸੀ ਦੇ ਨਾਂ ਤੇ ਕਰਾਤਾ? ਹਾਂਜੀ ਸਰ, ਇਹਨੇ ਕੈਸ਼ ਘਰ ਲਿਆ ਆ। ਇਹਨੇ ਮੁੜ ਕੇ ਜਦੋਂ ਸਰ ਸਾਡੀ ਪਹਿਲੀ ਵਾਰ ਲੜਾਈ ਹੋਈ ਆ, ਇਹ ਦੂਜੀ ਵੀਕ ਕੇ ਕਹਿੰਦੇ ਮੈਂ ਦੂਜੀ ਵੀਕ ਕੇ ਨਹੀਂ ਲੜੀ। 15-16 ਦਿਨ ਤਾਂ ਅਸੀਂ ਉੱਥੇ ਲੋਡ ਆਈ ਰਹਿ ਕੇ ਆਏ ਆ। ਸਰ ਇਹਨੇ ਉਸੇ ਟਾਈਮ ਆਪਣਾ ਘਰ ਉਹਦੇ ਨਾਲ ਟ੍ਰਾਂਸਫਰ ਕਰ ਦਿੱਤਾ ਜਦੋਂ ਸਾਡੀ ਪਹਿਲੀ ਲੜਾਈ ਹੋਈ ਆ। ਤੁਸੀਂ ਕੀ ਕਰ ਸਕਦੇ ਹੋ, ਤੁਸੀਂ ਰਾਈਟ ਵੇ ਇੱਥੇ ਇੱਕ ਵਕੀਲ ਹਾਇਰ ਕਰਕੇ, ਕੋਈ ਨਾ ਕੋਈ ਵਕੀਲ ਮੈਨੂੰ ਕੈਲੀਫੋਰਨੀਆ ਤੋਂ ਤੁਹਾਨੂੰ ਮਿਲੂਗਾ, ਅਮਰੀਕਾ ਦੇ ਵਿੱਚ ਤੁਹਾਡੀ ਮਦਦ ਕਰੂਗਾ ਫ੍ਰੀ ਆਫ ਕਾਸਟ। ਤੁਸੀਂ ਸਟਿਲ ਕਲੇਮ ਕਰ ਸਕਦੇ ਹੋ ਕਿਉਂਕਿ ਤੁਸੀਂ ਉਸ ਵੇਲੇ ਦੀ ਵਾਈਫ ਸੀ ਅਤੇ ਤੁਹਾਡੀ ਨਾਲ ਇੱਕ ਹੇਰਾਫੇਰੀ ਵੱਡੀ ਹੋਈ ਆ। ਸਰ ਮੇਰੇ ਨਾਲ ਬਹੁਤ ਵੱਡਾ ਧੋਖਾ ਕੀਤਾ ਇਹਨੇ। ਉੱਥੇ ਨਾ ਮੇਰੇ ਤੋਂ ਸਾਈਨ ਕਰਾਇਆ, ਫਿਰ ਸਰ ਸਾਈਨ ਜਿਹੜੇ ਡਿਵੋਰਸ ਦੇ ਪੇਪਰ ਉਹ ਮੇਰੀ ਮਾਸੀ ਦੇ ਘਰ ਆਇਆ। ਸਰ ਮੇਰੇ ਤੋਂ ਪਾਸਪੋਰਟ ਇਹਨਾਂ ਨੇ ਖੋਇਆ, ਸਾਰਾ ਕੁਝ ਮੇਰੇ ਨਾਲ ਫਰਾਡ ਕੀਤਾ ਸਰ ਇਹਨਾਂ ਨੇ। ਪਾਸਪੋਰਟ ਤੁਸੀਂ ਇੱਕ ਐਫੀਡੇਵਿਟ ਦਿਓਗੇ ਸਾਨੂੰ, ਤੁਸੀਂ ਐਫੀਡੇਵਿਟ ਦਿਓਗੇ? ਮੈਂ ਜਲੰਧਰ ਐਸਐਸਪੀ ਸਾਹਿਬ ਨੂੰ ਭੇਜਾਂਗਾ ਕਿ ਰਾਈਟ ਵੇ ਕੋਈ ਪਾਸਪੋਰਟ ਪ੍ਰੋਪਰਟੀ ਗਵਰਨਮੈਂਟ ਦੀ ਆ, ਹੀ ਵਿਲ ਬੀ ਚਾਰਜ ਇਫ ਹੀ ਡੈਡ। ਮੇਰੇ ਕੋਲ ਪੁਰਾਣੇ ਪਾਸਪੋਰਟਾਂ ਦੀ ਵੀ ਕਾਪੀ ਹੈਗੀ ਆ। ਠੀਕ ਹੈ, ਮਿਹਰਬਾਨੀ ਜੀ। ਨੈਕਸਟ ਓਕੇ, ਅਸੀਂ ਮਦਰ ਇੰਡੀਆ ਨੂੰ ਜਾਣਨਾ ਬਹੁਤ ਜ਼ਰੂਰੀ, ਕੀਪ ਇਨ ਮਾਈਂਡ ਪਲੀਜ਼। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕਾਲਰ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਬੋਲੋ ਭੈਣ ਜੀ, ਜਲਦੀ ਕਰੋ, ਸਮਾਂ ਘੱਟ ਹੈ ਮੇਰੇ ਕੋਲ। ਜੀ ਮੈਂ ਤਾਂ ਵੀਰ ਜੀ ਇਹੋ ਹੀ ਕਹੂੰਗੀ ਵੀ ਤੁਸੀਂ ਬਾਕੀ ਸਾਰਾ ਛੱਡੋ, ਹੁਣ ਇਹ ਸੋਚੋ ਵੀ ਇਹਦੇ ਕੋਲ 2 ਬੱਚੇ ਆ ਤੇ ਉਹਨਾਂ ਦਾ ਕੁਝ ਕੀਤਾ ਜਾਵੇ, ਵੀ ਉਹਨਾਂ ਨੇ ਇਹਦੀ ਬੱਚੀ ਨੂੰ ਇੰਡੀਆ ਤੋਂ ਵੀ ਮੰਗਾਇਆ ਜਾਵੇ ਤੇ ਇਹਦਾ ਕੀਤਾ ਜਾਵੇ। ਥੈਂਕ ਯੂ ਸੋ ਮਚ। ਨੈਕਸਟ ਕਾਲ ਪ੍ਰੋਸੀਡ ਕਰੋ। ਜਾਵੇ ਤਾਂ ਬੰਦਾ ਤਾਂ ਸਦਾ ਝੂਠ ਬੋਲ ਰਿਹਾ, ਸਾਫ਼ ਦੱਸ ਰਿਹਾ ਵੀਰ ਜੀ। ਓਕੇ, ਥੈਂਕ ਯੂ ਸੋ ਮਚ ਭੈਣ। ਓਕੇ, ਅਗਲੀ ਕਾਲ। ਕਾਲਰ ਗੋ ਹੈਡ ਪਲੀਜ਼। ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਬੋਲੋ ਜੀ। ਵੀਰ ਜੀ ਮੈਨੂੰ ਤੇ ਨਾ ਗੁਰਪ੍ਰੀਤ ਤਾਂ ਸਹੀ ਲੱਗਦੀ ਹੈ, ਇਹ ਗਲਤ ਲੱਗਦਾ ਹੈ। ਬਾਕੀ ਇਹਦੀ ਮਾਸੀ ਨੂੰ ਛੱਡ ਲਿਆ ਜ਼ਰੂਰ। ਐਸੀ ਮਾਸੀ ਆਉਂਦੀ ਨਹੀਂ, ਮਾਸੀ ਫੋਨ ਕਰਕੇ ਅਸੀਂ ਫੋਨ ਕੀਤਾ। ਜਦੋਂ ਮੈਂ ਪੁਲਿਸ ਨੂੰ ਵੀ ਇਹਦਾ ਨੰਬਰ ਦਿੱਤਾ ਸੀ ਮਾਸੀ ਦਾ, ਮਾਸੀ ਨੇ ਉਦੋਂ ਵੀ ਪੁਲਿਸ ਦਾ ਨੰਬਰ ਬੰਦ ਕਰਤਾ ਸੀ। ਹੈਲੋ ਕਹਿ ਕੇ ਉਹਨਾਂ ਨੇ ਜਦੋਂ ਕਿਹਾ ਸੀ ਪੁਲਿਸ ਆਫੀਸਰ ਬੋਲਦੇ ਸਾਰੇ, ਇਹ ਫੋਨ ਕੱਟ ਗਈ ਸੀ। ਇਹਨੇ ਉਦੋਂ ਵੀ ਨਹੀਂ ਸੀ ਗੱਲ ਕੀਤੀ। ਸਰ ਮੇਰੀ ਵੀ ਰਿਕਵੈਸਟ ਆ, ਮਾਸੀ ਇੱਥੇ ਆਉਣੀ ਚਾਹੀਦੀ। ਮਾਸੀ ਮੇਰੇ ਨਾਲ ਮੀਡੀਆ ਦੇ ਸਾਹਮਣੇ ਸਿੱਧੀ ਗੱਲ ਕਰੇ। ਮਾਸੀ ਮੇਰੇ ਸਹੁਰੇ ਘਰ ਮਹੀਨਾ ਰਹਿ ਕੇ ਆਈ, ਕਿਉਂ ਜਾਂਦੀ ਸੀ? ਕਿਰਨ ਨੂੰ ਲੈ ਕੇ ਮੇਰੇ ਘਰੋਂ ਜਾਂਦੀ ਸੀ, ਕਿਉਂ ਜਾਂਦੀ ਸੀ? ਸਰ ਪੁੱਛੋ ਉਹਨੂੰ, ਲੈ ਕੇ ਆਓ ਲੈਣ ਤੇ। ਮੇਰੀ ਵੀ ਰਿਕਵੈਸਟ ਆ ਸਰ। ਆਈ ਸੀ।
ਸੋ ਮਾਸੀ ਤੇ ਲਾਏ ਜਾ ਰਹੇ ਦੋਸ਼ ਆ ਔਰ ਅਸੀਂ ਮਾਸੀ ਦੀ ਫੋਟੋ ਟੈਲੀਕਾਸਟ ਆਈ ਹੈਵ ਟੂ ਆਸਕ ਮਾਈ ਲੀਗਲ ਪੈਨਲ ਅਸੀਂ ਮਾਸੀ ਦੀ ਚੈੱਕ ਕਰੋ ਲੀਗਲ ਪੈਨਲ ਨਾਲ ਕਿ ਅਸੀਂ ਫੋਟੋ ਮਾਸੀ ਨੂੰ ਜ਼ਰੂਰ ਲਿਆਓ ਜੀ ਮਾਸੀ ਨੂੰ ਜ਼ਰੂਰ ਵੀ ਹੈਵ ਟੂ ਆਸਕ ਲੀਗਲ ਪੈਨਲ ਕੀ ਕੈਨ ਪ੍ਰੋਸੀਡ ਔਰ ਨਾਟ ਪਲੀਜ਼ ਹਾਂਜੀ ਥੈਂਕ ਯੂ ਸਰ ਜੀ ਥੈਂਕ ਯੂ ਜੀ ਜੀ ਹਾਂ ਅਸੀਂ ਗੌਰ ਪੰਜਾਬ ਵਿੱਚ ਨੈਕਸਟ ਕਾਲ ਅਸੀਂ ਦੱਸੀ ਕਿ ਨਿਊ ਸਿਟੀ ਜਨਰਲ ਕੰਟਰੈਕਟਰ ਜੇ ਅਸੀਂ ਕੋਈ ਵੀ ਕੰਮ ਕਰਾਉਣਾ ਚਾਹੁੰਦੇ ਹੋ ਕੰਟਰੈਕਟਰ ਜਿਹੜੇ ਨੇ ਔਰ ਨੋਟ ਕਰ ਲੈਣ ਔਰ ਕਮਰਸ਼ੀਅਲ ਰੈਨੋਵੇਸ਼ਨ ਦਾ ਜਾਂ ਤੁਸੀਂ ਘਰ ਦਾ ਕੋਈ ਰੈਨੋਵੇਸ਼ਨ ਦਾ ਕੰਮ ਕਰਾਉਣਾ ਤਾਂ ਨਿਊ ਸਿਟੀ ਜਨਰਲ ਕੰਟਰੈਕਟ ਟੌਪ ਦਾ ਕੰਮ ਕਰਦੀ ਹੈ ਰੈਨੋਵੇਸ਼ਨ ਦਾ ਸੋ ਤੁਸੀਂ ਬੇਸਮੈਂਟ ਬਣਾਉਣੀ ਹੈ ਜਾਂ ਫਿਰ ਤੁਸੀਂ ਕੋਈ ਬਿਊਟੀ ਸਲੂਨ ਬਣਾਉਣਾ ਜਾਂ ਕੋਈ ਦਫ਼ਤਰ ਬਣਾਉਣਾ 647 647 3300 ਕਾਲ ਕਰੋ 6476413300 ਹਾਂਜੀ ਕਾਲਰ ਗੋ ਹੈਡ ਪਲੀਜ਼ ਹੈਲੋ ਵੀਰ ਜੀ ਇਹ ਜਿਹੜਾ ਬੰਦਾ ਤੇ ਇਹਦੀ ਜਿਹੜੀ ਮਾਸੀ ਆ ਸਾਰੀ ਪ੍ਰੋਬਲਮ ਉਹਨਾਂ ਦੀ ਆ ਉਹਨਾਂ ਨੇ ਇਹਦਾ ਘਰ ਖਰਾਬ ਕਰਤਾ ਸੌਰੀ ਟੂ ਸੇ ਜਿਹੜੀ ਕੁੜੀ ਆ ਵਿਚਾਰੀ ਮੈਨੂੰ ਬਹੁਤ ਤਰਸ ਆਉਂਦਾ ਇਹਦੇ ਫਿਰ ਬੱਚੇ ਕਿਉਂ ਬਣਾਉਣੇ ਵਿਆਹ ਕਿਉਂ ਕਰਾਉਣਾ ਸੀ ਚਾਹੇ ਇਹਦੇ ਰਿਵੋਰਟਸ ਦੇ ਪੇਪਰ ਇਹਨੇ ਫਰਾਡ ਕਰਿਆ ਜੇ ਚਾਰਜ ਹੋ ਸਕਦਾ ਇਹਦੀ ਮਾਸੀ ਦੀ ਸਾਰੀ ਪ੍ਰੋਬਲਮ ਹੈ ਉਹ ਦੱਸਣਾ ਨਹੀਂ ਚਾਹੁੰਦੀ ਪਰ ਉਹਨੇ ਸਭ ਕੁਝ ਕਰਾਇਆ ਹੈ ਮਾਸੀ ਨੇ 16 ਖੇਤ ਸਾਨੂੰ ਜ਼ਮੀਨ ਦੇ ਦੱਸੇ 35 ਸਾਲੇ ਦੀ ਏਜ ਦੱਸੀ ਇਹਨਾਂ ਦੀ ਜ਼ਮੀਨ ਸਾਰੀ 4 ਖੇਤ ਆ। ਮਿਹਰਬਾਨੀ।